शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡੀ ਸੇਵਾ 'ਚ ਹਾਜ਼ਰ ਹੋਇਆ। ਸੋਮਵਾਰ ਦਾ ਦਿਨ ਹੈ, 26 ਅਕਤੂਬਰ 9:07 ਹੋਏ ਨੇ ਤੇ ਵਰਾ 2020 ਦਾ। ਅੱਜ ਦੇ ਸ਼ੋਅ ਦੇ ਵਿੱਚ ਪਹਿਲੇ ਹਿੱਸੇ 'ਚ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰਨਗੇ। ਨਵਕਿਰਨ ਸਿੰਘ ਪੱਤੀ ਨਾਲ ਪੰਜਾਬ ਦੇ ਝਰੋਖੇ ਦੀਆਂ ਗੱਲਾਂ ਬਾਤਾਂ ਹੋਣਗੀਆਂ। ਉਸ ਤੋਂ ਬਾਅਦ ਇੱਥੇ ਦੀਆਂ ਖਬਰਾਂ ਦੇ ਵਿੱਚ ਪੇਤਲੀ ਜਿਹੀ ਗੱਲਬਾਤ ਵੋਟਾਂ ਤੇ। ਵੈਸੇ ਤੁਸੀਂ ਪ੍ਰੋਗਰਾਮ ਸਵੇਰੇ ਸਮੀਰ ਕੌਸ਼ਲ ਜੀ ਤੋਂ ਸਾਰਾ ਸੁਣ ਚੁੱਕੇ ਹੋ। ਆਖਰੀ ਘੰਟੇ 'ਚ 11 ਤੋਂ 12 ਵਜੇ ਤੱਕ 10 ਤੋਂ 11 ਵਜੇ ਤੱਕ ਗੱਲਬਾਤ ਕਰਨੀ ਆ ਮੈਂ ਸ਼ਹਿਰਾਂ 'ਚ ਸਾਡਿਆਂ 'ਚ ਚੱਲਦੇ ਬਿਨਾਂ ਲਾਇਸੈਂਸ ਤੇ ਵਪਾਰਾਂ ਦੇ। ਉਹਨਾਂ ਦੀ ਗੱਲਬਾਤ ਹੋਏਗੀ ਕਿ ਸਾਡੇ ਸੂਬੇ ਲਈ, ਸਾਡੇ ਸ਼ਹਿਰ ਲਈ, ਸਾਡੇ ਵਪਾਰੀਆਂ ਦੇ ਲਈ ਉਹ ਕੀ ਖਤਰਾ ਹੈ ਉਹਨਾਂ ਦਾ। ਤੇ ਸਾਡੇ ਦੇਸ਼ ਦੇ ਇਹਨਾਂ ਡਾਲਰਾਂ ਨੂੰ ਲੈ ਕੇ ਇਹ 5-4 ਮਹੀਨੇ 6 ਇੱਥੋਂ ਲਾ ਕੇ ਵਪਾਰੀ ਖਾਸ ਤੌਰ ਤੇ ਜਿਹੜੇ ਹੱਥ ਦੇਖਣ ਵਾਲੇ ਆਉਂਦੇ ਆ ਕਰਕੇ ਇਕੱਠੇ ਤੁਰ ਜਾਂਦੇ ਆ। ਹੋਰ ਵੀ ਬਿਜ਼ਨਸ 5-5 ਹਜ਼ਾਰ 7-7 ਹਜ਼ਾਰ ਲੋਕ ਲੀਜ਼ ਦਿੰਦੇ ਆ, ਪਰ ਕਿਤੇ ਬਿਨਾਂ ਹੀ ਲੀਜ਼ ਤੋਂ ਕਿਤੋਂ ਵੀ ਸੈੱਟ ਕਰਕੇ ਬਿਨਾਂ ਲਾਇਸੈਂਸ ਤੋਂ ਮੰਗਾ ਕੇ ਸ਼ਿਪਮੈਂਟਾਂ ਦੁਨੀਆ ਦੇ ਵਿੱਚੋਂ ਲੋਕ ਸੌਦੇ ਕਰੀ ਜਾਂਦੇ ਆ। ਇਹਦਾ ਕੀ, ਇੱਕ ਤਾਂ COVID-19 ਨੇ ਸਾਡੇ ਵਪਾਰ ਜਿਹੜੇ ਨੇ ਦੱਬ ਦਿੱਤੇ, ਦੂਸਰਾ ਇਹ ਜਿਹੜਾ ਕੰਮ ਚੱਲ ਰਿਹਾ ਜਿਹਦਾ ਖਰਚਾ ਹੀ ਕੋਈ ਨਹੀਂ, ਘਰੇ ਬੈਠੇ ਹੋ ਵੇਚ ਲਿਆ ਨਹੀਂ ਘਰੇ ਬੈਠੇ ਹੋ। ਇਸ ਤੇ ਗੱਲਬਾਤ ਅੱਜ ਮੈਂ ਕਰਾਂਗਾ। ਇਹਦੇ ਵਿੱਚ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਤੰਗੀ ਨਹੀਂ ਹੋਣੀ ਚਾਹੀਦੀ। ਜੇ ਕੰਮ ਕਰਨਾ ਤਾਂ ਬਿਜ਼ਨਸ ਨੂੰ ਬਿਜ਼ਨਸ ਵਾਂਗੂ ਕਰੋ। 604 204 0600 604 204 0600 ਔਨ 에ਅਰ ਨੰਬਰ ਹੈ। SharePunjabRadio.ca ਤੇ ਤੁਸੀਂ ਲਿਸਨ ਲਾਈਵ ਜਿਹੜਾ ਕਰ ਰਹੇ ਹੋ, ਛੇਤੀ ਤੁਹਾਡੇ ਲਈ ਜਿਹੜਾ ਐਪ ਹੈ ਉਹ ਡਾਊਨਲੋਡ ਕਰ ਦੇਣਾ। SharePunjabRadio.ca ਜਦ ਤੱਕ ਐਪ ਨਹੀਂ ਆਉਂਦਾ ਇੱਥੇ ਤੁਸੀਂ ਪ੍ਰੋਗਰਾਮ ਸੁਣਦੇ ਰਹੋ। ਤੇ ਉਸ ਤੋਂ ਬਾਅਦ ਜਦ ਐਪ ਆ ਗਿਆ, ਐਪ ਤੁਹਾਡੇ ਲਈ ਬਹੁਤ ਵਧੀਆ, ਜਿਹਦੇ ਵਿੱਚ ਸਟੇਟ ਆਫ ਆਰਟ ਸਾਰੀਆਂ ਚੀਜ਼ਾਂ ਗੁੰਦ ਦੇਣੀਆਂ ਨੇ ਤੁਹਾਨੂੰ। ਤੁਹਾਡਾ ਸੁਨੇਹਾ ਸਾਡੇ ਤੱਕ ਜਿਹੜਾ ਉਹ ਪਹੁੰਚਦਾ ਹੋ ਜਾਏਗਾ ਉਸ ਤੇ ਹੀ ਉੱਪਰ SharePunjabRadio.ca ਤੇ ਤੁਸੀਂ ਹੁਣ ਲਿਸਨ ਲਾਈਵ ਸੁਣੋ। ਤੇ ਵਪਾਰਕ ਵਾਅਦਿਆਂ ਲਈ ਜਿਹੜੇ ਵੀ ਹੋਸਟ ਨਾਲ ਤੁਸੀਂ ਗੱਲ ਕਰਨੀ ਉਹਦੇ ਨਾਲ ਕਰੋ ਜਾਂ ਦਫ਼ਤਰ 'ਚ ਫੋਨ ਕਰੋ। 604 204 0600 ਹਰਜੀਤ ਸਿੰਘ ਗਿੱਲ ਸ਼ੋਅ ਸਪੋਂਸਰ ਕਰਨ ਦੇ ਲਈ 604 729 1224 ਮੈਨੂੰ ਵੀ ਸੁਨੇਹਾ ਭੇਜੋ। ਤੇ ਸ਼ੁਰੂਆਤ ਦੇ ਦਿਨ ਨੇ, ਰੇਡੀਓ ਦੀ ਸ਼ੁਰੂਆਤ ਹੈ ਤੇ ਉਲਾਰ ਕਰ ਦਿਓ ਉਲਾਰ। ਸਾਰਿਆਂ ਨੂੰ ਬੇਨਤੀ ਆ ਕਿ ਬਿਜ਼ਨਸ ਦੇ ਵਾਧਿਆਂ ਲਈ ਇੱਕ ਵਾਰ ਐਡ ਕਰਕੇ ਵੇਖਿਓ ਤੇ ਫਿਰ ਦੱਸਾਂਗੇ ਕਿ ਵਪਾਰ ਵਧੇ ਕਿਵੇਂ ਆ। ਜ਼ਮੀਂ ਅੰਦਰ ਗਾਹੇ ਤੂੰ ਅੰਦਰੋਂ ਹੀ ਲੱਭਿਆ, ਮੈਂ ਮਰੀ ਰੱਟ ਤੂੰ ਦਾ ਲੱਗਿਆ। ਬੜੇ ਦੀਪ ਜਾਲੇ ਬੜੇ ਮੌਨ ਧਾਰੇ, ਰਹੇ ਵੀ ਖਲੋਤਿਆਂ ਇੱਕ ਲੱਤ ਭਾਰੇ। ਧੂਣੇ ਤਪਾਏ ਤੇ ਚੁੱਭੀਆਂ ਵੀ ਲਾਈਆਂ, ਡੰਡੌਤਾਂ ਵੀ ਕਰੀਆਂ ਪਰ ਸਮਝਾਂ ਨਾ ਆਈਆਂ। ਤੂੰ ਜੋਗਾ ਜਤਾਂ ਸਮਾਧਾਂ ਤੋਂ ਪਾਸੇ, ਜਟਾਵਾਂ ਨਾ ਚੋਲੇ ਨਾ ਮੁੰਡਨ ਨਾ ਕਾਸੇ। ਤੂੰ ਧੁੱਪਾਂ ਤੇ ਸ਼ਾਮਾਂ ਹਵਾਵਾਂ 'ਚ ਖੇਲੇ, ਤੂੰ ਸਭ ਥਾਂ ਹੀ ਵਿਚਰੇ ਕੀ ਰੱਕੜ ਕੀ ਬੇਲੇ। ਨਾ ਕਾਲਾ ਨਾ ਚਿੱਟਾ ਨਾ ਸੋਹਣਾ ਰੂਪ ਹੈ, ਅਜਿੱਤ ਹੈ ਅਮਿਟ ਹੈ ਬੇਮੂਰਤ ਅਰੂਪ ਹੈ। ਨਨ ਸੁਨਤਾ ਨਾ ਬੋਧੀ ਖੜਾਵਾ ਨਾ ਪਾਵੇਂ, ਨਾ ਸੰਖ ਨਾ ਜੋਤਾ ਨਾ ਜਾਨਾ ਬੁਲਾਵੇਂ। ਨਾ ਬ੍ਰਹਮਾ ਨਾ ਵਿਸ਼ਨੂੰ ਨਾ ਕ੍ਰਿਸ਼ਨ ਕਨਈਆ, ਨਾ ਪੈਰਾਂ 'ਚ ਘੁੰਗਰੂ ਕਰੇ ਥਈਆ। ਨਿਰਭਉ ਨਿਰਵੈਰ ਡਰੇ ਨਾ ਡਰਵਾਏ, ਦੱਸਿਆ ਨਾ ਜਾਵੇਂ ਤੂੰ ਲਿਖਿਆ ਨਾ ਜਾਏ। ਕਣਕਣ ਦਾ ਬਾਲੀ ਤੂੰ ਕਣਕਣ ਦੇ ਅੰਦਰ, ਤਪੱਸਵੀ ਬਿਰਾਗੀ ਤੇ ਨਾ ਹੀ ਕਲੰਦਰ। ਨਾ ਤਨ ਰਾਖ ਮਲਿਆ ਨਾ ਘਰ ਬਾਰ ਛੱਡਿਆ, ਨਾ ਮਿਲੇ ਨੱਕ ਰਗੜੇ ਨਾ ਹੀ ਹੱਥ ਅੱਡਿਆਂ। ਅੱਖਾਂ ਦੇ ਸਾਹਮਣੇ ਤੂੰ ਨਜ਼ਰਾਂ ਤੋਂ ਓਲੇ, ਸੋਈ ਤੈਨੂੰ ਲੱਭੇ ਜੋ ਆਪੇ ਨੂੰ ਫੋਲੇ। ਮੋਹਣੇ ਲਈ ਤੈਨੂੰ ਲਿਵਾਸਾਂ 'ਚ ਫੱਬਿਆ, ਪਰ ਜ਼ਮੀਂ ਅੰਦਰ ਗਾਹੇ ਤੂੰ ਅੰਦਰੋਂ ਹੀ ਲੱਭਿਆ। ਮੈਂ ਮਰੀ ਰੱਟ ਤੂੰ ਦਾ ਲੱਗਿਆ। ਜ਼ਮੀਂ ਅੰਦਰ ਗਾਹੇ ਤੂੰ ਅੰਦਰੋਂ ਹੀ ਲੱਭਿਆ। ਸੁਰਿੰਦਰ ਸਿੰਘ ਦਾ ਉਹ ਮਾਜਰਾ ਲਿਖਦਾ ਹੈ, ਅੰਦਰ ਹੀ ਬੈਠਾ ਜਗਾ ਕੇ ਰੱਖੋ, ਅੰਦਰੋਂ ਹੀ ਲੱਭਦਾ ਲਭਾ ਕੇ ਰੱਖੋ। ਕਿਤੇ ਨਹੀਂ ਗਿਆ, ਆਲੇ ਦਾਲੇ ਰਹਿੰਦਾ, ਸੱਚ ਤੇ ਪਹਿਰਾ ਦੇ ਕੇ ਦੇਖੋ, ਨਾਲ ਹੀ ਬਹਿੰਦਾ। ਨਵਕਿਰਨ ਸਿੰਘ ਪੱਤੀ ਪੰਜਾਬ ਤੋਂ। ਆ 4-5 ਗੱਲਾਂ ਮੈਂ ਵੀ ਜੋੜ ਲਈਆਂ ਸੁਰਿੰਦਰ ਤੋਂ, ਹੁਣ ਮੈਂ ਲਿਖਣਾ ਸਿੱਖ ਰਿਹਾ। ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰਨਗੇ। ਨਵਕਿਰਨ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ।
ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਨੂੰ ਇਹ ਪਤਾ ਲੱਗਿਆ ਕਿ ਪਾਰਟੀਆਂ ਬਣ ਲੱਗੀਆਂ ਸੰਘਰਸ਼ ਦੇ ਵਿੱਚੋਂ ਤੇ ਪ੍ਰੈਸ ਕਾਨਫਰੰਸਾਂ ਹੋਈਆਂ ਨੇ। ਕੀ ਗੱਲ ਹੋਈ ਆ ਸ਼ੰਭੂ ਬਾਰਡਰ ਤੇ? ਖਾਸਾ ਕੁਝ ਹੋਇਆ ਅੱਜ। ਬਿਲਕੁਲ, ਦੇਖੋ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਲੱਗ ਰਿਹਾ ਸੀ ਆਪਾਂ ਨੂੰ ਕਿ ਕਿਸੇ ਨਾ ਕਿਸੇ ਪਾਰਟੀ ਦਾ ਆਗਾਜ਼ ਹੈਗਾ ਜਿਹੜਾ ਉਹ ਹੋ ਜਾਊਗਾ, ਲੇਕਿਨ ਇਉਂ ਨਹੀਂ ਸੀ ਲੱਗਦਾ ਵੀ ਇੰਨੀ ਛੇਤੀ ਨਹੀਂ ਰੱਖੀ ਜਾਊਗੀ, ਕਿਉਂਕਿ ਕੋ ਨਾ ਚੱਲੀ ਬਾਬਾ ਤਿਹਾਈ ਵਾਲੀ ਗੱਲ ਹੈ ਜਿਹੜੀ ਉਹ ਹੋ ਗਈ ਹੈ। ਗਿੱਲ ਸਾਹਿਬ ਅਜੇ ਤਾਂ ਭਰੂਣ ਰੂਪ ਦੇ ਵਿੱਚ ਪੰਜਾਬ ਦੇ ਵਿੱਚੋਂ ਇੱਕ ਐਜੀਟੇਸ਼ਨ ਉੱਠੀ ਹੈ, ਦਿੱਲੀ ਦੇ ਖਿਲਾਫ ਇੱਕ ਬਗਾਵਤ ਉੱਠੀ ਹੈ, ਪੰਜਾਬ ਦੇ ਮਸਲੇ ਉਜਾਗਰ ਹੋਣ ਲੱਗੇ ਨੇ। ਕਿਸਾਨਾਂ ਦਾ ਸੰਘਰਸ਼ ਤਾਂ ਮਹਿਜ਼ ਇੱਕ ਮੁੱਦਾ ਹੈਗਾ, ਮੁੱਦਾ ਤਾਂ ਹੁਣ ਉੱਠਿਆ ਕਿ ਚੰਡੀਗੜ੍ਹ ਵੀ ਸਾਡੇ ਪੰਜਾਬ ਦੇ ਪਿੰਡਾਂ ਨੂੰ ਜਾ ਕੇ ਬਣਾਈ ਗਈ ਸੀ, ਉਹ ਵੀ ਧੱਕਾ ਹੋਇਆ ਸੀ। ਮੁੱਦਾ ਤਾਂ ਹੁਣ ਗਿੱਲ ਸਾਹਿਬ ਇਹ ਉੱਠਿਆ ਕਿ ਸਾਡੇ ਪੰਜਾਬ ਦੇ ਵਿੱਚੋਂ ਪਾਣੀਆਂ ਦਾ ਮਸਲਾ ਵੀ ਸਾਡਾ ਉਵੇਂ ਦਾ ਉਵੇਂ ਖੜਾ ਹੈ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਵੀ ਉਵੇਂ ਖੜਾ ਹੈ। ਮੁੱਦਾ ਤਾਂ ਗਿੱਲ ਸਾਹਿਬ ਹੁਣ ਇਹ ਵੀ ਉੱਠ ਖੜਿਆ ਵੀ ਇਹਨਾਂ ਨੇ ਜੰਮੂ ਕਸ਼ਮੀਰ ਨੂੰ ਨਪੀੜ ਕੇ ਧਰਤਾ, 6.5 ਲੱਖ ਫੌਜੀ ਲਾ ਕੇ ਫੌਜੀ ਬੂਟਾਂ ਹੇਠਾਂ ਜੰਮੂ ਕਸ਼ਮੀਰ ਨੂੰ ਦਰੜਿਆ ਜਾ ਰਿਹਾ। ਔਰ ਹੁਣ ਪੰਜਾਬ ਦੇ ਵਿੱਚੋਂ ਬੂਟ ਤਾਂ ਇਹ ਵੀ ਉੱਠ ਖੜੀ ਕਿ ਸਾਡੇ ਸੁੱਤੇ ਸ਼ੇਰ ਜਾਗ ਪਏ। 40 ਸਾਲਾਂ ਤੋਂ ਜਿਹੜੀ ਸਾਡੀ ਪੰਜਾਬ ਦੀ ਜਵਾਨੀ ਉਹਨਾਂ ਟਰੈਕਾਂ ਦੇ ਗੀਤਾਂ ਦੇ ਉੱਤੇ ਝੂਮਣ ਲੱਗੀ ਸੀ, ਅੱਜ ਉਹ ਪੰਜਾਬ ਦੀ ਜਵਾਨੀ ਝੰਡੇ ਲੈ ਕੇ ਡੰਡੇ ਲੈ ਕੇ ਦਿੱਲੀ ਨੂੰ ਵੰਗਾਰਾਂ ਪਾਉਂਦੀ ਹੈ, ਸ਼ਾਹਬਜ਼ਾਲੀ ਵੇਲੇ ਦਾ ਇਤਿਹਾਸ ਯਾਦ ਕਰੀ ਜਾਂਦੀ ਹੈ। ਔਰ ਇਹਦੇ ਵਿੱਚੋਂ ਜਿਹੜੀ ਇੱਕ ਬਗਾਵਤ ਉੱਠੀ ਹੈ ਦਿੱਲੀ ਦੇ ਖਿਲਾਫ ਜਿਹੜੀ ਸੰਘਰਸ਼ ਦੀ ਇੱਕ ਨਵੀਂ ਤਵਾਰੀਖ, ਇੱਕ ਨਵਾਂ ਇਤਿਹਾਸ ਉੱਠਿਆ, ਉਹਦੇ ਤੋਂ ਗਿੱਲ ਸਾਹਿਬ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਪਾਰਟੀਆਂ ਬਣਾਉਣ ਵਾਲੇ ਪਾਸੇ ਨੂੰ ਵਧਣ ਲੱਗੇ ਨੇ। ਉਹਨਾਂ ਲੋਕਾਂ ਨੂੰ ਅੰਨਾ ਹਜ਼ਾਰੇ ਦਾ ਅੰਦੋਲਨ ਯਾਦ ਹੈ ਕਿ ਅੰਨਾ ਹਜ਼ਾਰੇ ਨੇ ਇੱਕ ਅੰਦੋਲਨ ਲੜਿਆ, ਬੜੀ ਸੌਖੀ ਜਿਹੀ ਲੜਾਈ ਸੀ ਕਰਪਸ਼ਨ ਦੇ ਮਸਲੇ ਦੇ ਉੱਤੇ, ਔਰ ਉਹਦੇ ਚ ਅਰਵਿੰਦ ਕੇਜਰੀਵਾਲ ਨੇ ਅੱਡ ਹੋਇਆ, ਯਰਕ ਦੇ ਪਾਰਟੀ ਬਣਾਈ ਤੇ ਉਹ ਪਾਰਟੀ ਦਿੱਲੀ ਦੀ ਸੱਤਾ ਦੇ ਉੱਤੇ ਕਾਬਜ਼ ਹੋ ਗਈ। ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਨਿਗਾਹ ਪੈਣ ਲੱਗ ਗਈ। ਔਰ ਗਿੱਲ ਸਾਹਿਬ ਇਹ ਤਮਾਮ ਮਸਲੇ ਦੇ ਵਿੱਚੋਂ ਅੱਜ ਦੀਪ ਸਿੱਧੂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਪ੍ਰੈਸ ਕਾਨਫਰੰਸ ਦੇ ਵਿੱਚ ਦੀਪ ਸਿੱਧੂ ਨੇ ਕਿਹਾ, ਕਹਿੰਦਾ ਇਹ ਕਿਸਾਨਾਂ ਦੇ ਲੜਨ ਦੀ ਲੜਾਈ ਨਹੀਂ, ਉਹ ਤਾਂ ਆਰਥਿਕ ਲੜਾਈ ਲੜਦੇ ਆ, ਇਹ ਤਾਂ ਪੰਜਾਬ ਦੀ ਇੱਕ ਸਿਆਸੀ ਧਿਰ ਚਾਹੀਦੀ ਹੈ, ਜਿਹਦੇ ਉਹਦਾ ਇਸ਼ਾਰਾ ਵਿੰਗੇ ਟੇਢੇ ਢੰਗ ਦੇ ਨਾਲ ਇੱਕ ਸਿਆਸੀ ਪਾਰਟੀ ਵੱਲ ਸੀ। ਔਰ ਉੱਥੋਂ ਦੀਪ ਸਿੱਧੂ ਜਿਹੜਾ ਉਹ ਹੋਕਰਾ ਮਾਰ ਗਿਆ ਡਾਕਟਰ ਧਰਮਵੀਰ ਗਾਂਧੀ ਨੂੰ ਵੀ, ਸੁਖਪਾਲ ਖਹਿਰੇ ਨੂੰ ਵੀ, ਔਰ ਉਸ ਤੋਂ ਬਾਅਦ ਉਹ ਸਿੱਧਾ ਚਲਿਆ ਗਿਆ ਨਵਜੋਤ ਸਿੰਘ ਸਿੱਧੂ ਕੋਲ, ਕਹਿੰਦਾ ਨਵਜੋਤ ਸਿੰਘ ਸਿੱਧੂ ਨੂੰ ਵੀ ਲੈ ਕੇ ਆਊਂ ਔਰ ਸਾਰੇ ਇਕੱਠੇ ਹੋ ਕੇ ਪੰਜਾਬ ਦੀ ਸਿਆਸੀ ਲੜਾਈ ਹੈ ਜਿਹੜੀ ਉਹ ਲੜਾਂਗੇ। ਸੋ ਪੰਜਾਬ ਦੀ ਸਿਆਸੀ ਲੜਾਈ ਲੜਨ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਲੜਨੀ ਚਾਹੀਦੀ ਹੈ। ਸਵਾਲ ਗਿੱਲ ਸਾਹਿਬ ਇਹ ਹੈ ਵੀ ਅਜੇ ਤਾਂ ਲੜਾਈ ਮੁੱਢਲੇ ਦੌਰ ਦੇ ਵਿੱਚ, ਔਰ ਇਹਦੇ ਵਿੱਚ ਵੀ ਜੇ ਕੋਈ ਸਿਆਸੀ ਪਾਰਟੀ ਬਣਾਉਣ ਵਾਲੇ ਪਾਸੇ ਨੂੰ ਤੁਰ ਰਿਹਾ ਹੈ, ਔਰ ਮੁੱਢਲੇ ਦੌਰ ਦੇ ਵਿੱਚੋਂ ਹੀ ਜੇ ਕਿਸੇ ਨੂੰ 2022 ਦਿੰਦੀ ਹੈ ਤਾਂ ਉਹਦੇ ਤੇ ਥੋੜਾ ਸਵਾਲ ਉਠਾਉਣਾ ਬਣਦਾ ਹੈ, ਕਿਉਂਕਿ ਪਹਿਲੀ ਵਾਰ ਨਹੀਂ, ਇਹ ਤੋਂ ਪਹਿਲਾਂ ਪੰਜਾਬੀਆਂ ਨਾਲ ਕਈ ਵਾਰ ਏਦਾਂ ਹੋਇਆ ਗਾ ਕਿ ਖਟਕੜ ਕਲਾਂ ਦੀ ਧਰਤੀ ਦੇ ਉੱਤੇ ਜਾ ਕੇ ਮਨਪ੍ਰੀਤ ਬਾਦਲ ਜਦੋਂ ਚੱਕ ਕੇ ਮਿੱਟੀ ਸਹੁੰ ਖਾਂਦਾ, ਖਿਲਾਫ ਜਿੰਦਾਬਾਦ ਦੇ ਨਾਅਰੇ ਲਾਉਂਦਾ, ਕੇਸਰੀ ਰੰਗ ਚ ਪੰਜਾਬ ਨੂੰ ਰੰਗ ਦਾ ਤੁਰਿਆ ਆਉਂਦਾ ਤੇ ਬੜੀ ਡਾਲਰਾਂ ਦੀ ਵਾਛੜ ਵੀ ਹੋਈ ਗਿੱਲ ਸਾਹਿਬ ਇੱਧਰੋਂ ਤੁਹਾਡੇ ਕਰੀਓ, ਔਰ ਇੱਧਰੋਂ ਪੰਜਾਬ ਦੇ ਵਿੱਚੋਂ ਵੀ ਲੋਕਾਂ ਨੇ ਸਿਰ ਤੇ ਚੱਕ ਕੇ ਬਹਾ ਲਿਆ। ਲੇਕਿਨ ਅੱਜ ਉਹੀ ਮਨਪ੍ਰੀਤ ਬਾਦਲ ਜਿਹੜਾ ਭਗਤ ਸਿੰਘ ਦੀ ਸਹੁੰ ਖਾ ਕੇ ਤੁਰਿਆ ਸੀ, ਉਹ ਕਾਂਗਰਸ ਪਾਰਟੀ ਦੇ ਵਿੱਚ ਕਿਸ ਥਾਂ ਦੇ ਉੱਤੇ ਕਿਹੜੇ ਕੋਨੇ ਲਾਇਆ ਬੈਠਾ ਸਭ ਨੂੰ ਪਤਾ ਹੈ। ਜਦੋਂ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਵਿੱਚ ਆਇਆ ਸੀ, ਲੋਕਾਂ ਨੂੰ ਲੱਗਦਾ ਸੀ ਕਿ ਸਾਡੇ ਪੰਜਾਬ ਦੇ ਸੰਘਰਸ਼ਾਂ ਦਾ ਜਿਹੜਾ ਪੁਰਾਣਾ ਮੁੱਢ ਹੈ ਉਹ ਦੁਬਾਰੇ ਵੱਜਣ ਲੱਗਿਆ ਗਾ। ਔਰ ਅਰਵਿੰਦ ਕੇਜਰੀਵਾਲ ਦੇ ਵਿੱਚੋਂ ਕੌਮੀਅਤ ਦੀ ਲੜਾਈ ਦਿਸਣ ਲੱਗੀ ਸੀ, ਕੌਮਾਂ ਦੀਆਂ ਗੱਲਾਂ ਹੋਣ ਲੱਗੀਆਂ ਸੀ, ਸਿੱਖਾਂ ਨੂੰ ਲੱਗਣ ਲੱਗਿਆ ਸੀ ਕਿ ਸਾਡਾ ਹੁਣ ਜਿਹੜੀ ਮੁਕਤੀ ਆ ਉਹ ਹੋਊਗੀ। ਲੇਕਿਨ ਉਸ ਤੋਂ ਬਾਅਦ ਜਾ ਕੇ ਉਹ ਰਾਸ਼ਟਰਵਾਦ ਦੇ ਝੰਡੇ ਥੱਲੇ ਜਿਹਾ ਨੈਸ਼ਨਲਿਟੀ ਦੇ ਮਸਲੇ 'ਚ ਨੂੜਿਆ ਗਿਆ ਕਿ ਜਦੋਂ 370 ਤੇ 35 ਤੋੜੀ ਜਾ ਰਹੀ ਸੀ, ਅਰਵਿੰਦ ਕੇਜਰੀਵਾਲ ਚੁੱਪ ਹੋਇਆ ਬੈਠਾ ਸੀ। ਦਿੱਲੀ 'ਚ ਜਦੋਂ ਸੀਏ ਦੇ ਮਸਲੇ ਦੇ ਉੱਤੇ ਮੁਸਲਮਾਨਾਂ ਨੂੰ ਮਾਰਨ ਲੱਗੇ ਲੋਕ, ਤਾਂ ਉਦੋਂ ਅਰਵਿੰਦ ਕੇਜਰੀਵਾਲ ਦਿੱਲੀ ਦੀਆਂ ਗਲੀਆਂ 'ਚ ਨਿਕਲਿਆ, ਵੜ ਕੇ ਜਾ ਕੇ ਸਮਾਧੀ ਲਾ ਕੇ ਰੱਖਿਆ ਸੀ। ਸੋ ਇਹ ਤਮਾਮ ਚੀਜ਼ਾਂ ਦੇ ਵਿੱਚੋਂ ਹੋ ਸਕਦਾ ਹੈ ਦੀਪ ਸਿੱਧੂ ਅਜੇ ਨਵਾਂ ਹੈਗਾ, ਹੋ ਸਕਦਾ ਉਹ ਪੰਜਾਬ ਦਾ ਸੱਚਮੁੱਚ ਭਲਾ ਚਾਹੁੰਦਾ ਹੋਵੇ, ਹੋ ਸਕਦਾ ਉਹ ਜਿਹੜੀ ਪਾਰਟੀ ਬਣਾਵੇ ਉਹ ਪਾਰਟੀ ਸੱਚਮੁੱਚ ਪੰਜਾਬ ਦੇ ਭਲੇ ਦੀ ਗੱਲ ਕਰਦੀ ਹੋਵੇ, ਪਰ ਸਾਨੂੰ ਪਹਿਰੇਦਾਰੀ ਕਰਨੀ ਜ਼ਰੂਰ ਪੈਣੀ ਆ, ਔਰ ਪਹਿਰੇਦਾਰ ਬਣ ਕੇ ਸਾਨੂੰ ਸਵਾਲ ਉਹਨੂੰ ਜ਼ਰੂਰ ਪੁੱਛਣੇ ਪੈਣੇ ਨੇ। ਨਹੀਂ ਤਾਂ ਜਿਵੇਂ ਸਾਡੇ ਨਾਲ ਮਨਪ੍ਰੀਤ ਵੇਲੇ ਹੋਇਆ, ਜਿਵੇਂ ਸਾਡੇ ਨਾਲ ਕੇਜਰੀਵਾਲ ਵੇਲੇ ਹੋਇਆ, ਜਿਵੇਂ ਸਾਡੇ ਨਾਲ ਵੱਖ-ਵੱਖ ਮਸਲਿਆਂ ਦੇ ਉੱਤੇ ਹੁੰਦਾ ਹੋਇਆ। ਗਿੱਲ ਸਾਹਿਬ ਅਸੀਂ ਤਾਂ ਜਦੋਂ ਰਾਮੂਵਾਲੀਆ ਆ ਕੇ ਤੇ ਹੰਝੂ ਕੱਢ ਕੇ ਕਹਿੰਦਾ ਹੁੰਦਾ ਸੀ ਮੈਂ ਪੰਜਾਬ ਦੇ ਧੀਆਂ ਪੁੱਤ ਨਹੀਂ ਰੋਲਣ ਦੇਣੇ ਵਿਦੇਸ਼ਾਂ 'ਚ, ਉਦੋਂ ਉਹ ਵੀ ਕਿਤੇ ਆ ਕੇ ਤੋਰ ਦਿੰਦੇ ਸੀ। ਤਾਂ ਇਹ ਤਮਾਮ ਮਸਲਿਆਂ ਦੇ ਵਿੱਚੋਂ ਸਾਨੂੰ ਦੇਖਣਾ ਪੈਣਾ, ਸਮਝਣਾ ਪੈਣਾ ਕਿ ਕਿਤੇ ਸਾਡੇ ਪੰਜਾਬੀਆਂ ਨੂੰ ਦੁਬਾਰੇ ਵੋਟ ਬਖਸ਼ਾਂ ਦੇ ਵਿੱਚ ਕੋਈ ਪਾਉਣ ਤਾਂ ਨਹੀਂ ਆ ਗਿਆ। ਜੀ ਗਿੱਲ ਸਾਹਿਬ,
ਇਹ ਗੱਲ ਬਿਲਕੁਲ ਠੀਕ ਹੈ ਕਿ ਅਸਲ ਤਾਂ ਕਹਾਣੀ ਫਿਰ ਟੇਬਲ ਤੇ ਬਹਿ ਕੇ ਹੋਣੀ ਹੈ, ਪਰ ਵਕਤ ਤੋਂ ਪਹਿਲਾਂ ਕੀਤੀਆਂ ਗੱਲਾਂ ਸਾਰਥਕ ਨਹੀਂ ਸਿੱਧ ਹੁੰਦੀਆਂ। ਇੰਨਾ ਛੇਤੀ ਇੱਥੇ ਵੀ ਵੋਟਾਂ ਪੈ ਕੇ ਹਟੀਆਂ। ਨਵਕਿਰਨ ਗ੍ਰਾਸ ਰੂਟਸ ਤੇ ਭਾਈਚਾਰੇ ਤੋਂ ਵਿੱਚ ਕੰਮ ਕੀਤੇ ਬਿਨਾਂ ਉਹਦਾ ਤੁਹਾਡਾ ਦੁਨੀਆ 'ਚ ਕਿੱਡਾ ਮਰਜ਼ੀ ਹੋਵੇ, ਉਹ ਤੁਹਾਡਾ ਪ੍ਰੋਫੈਸ਼ਨਲ ਉਹਦਾ ਤੁਸੀਂ ਪੈਸੇ ਜਿੰਨੇ ਮਰਜ਼ੀ ਕਮਾਉਂਦੇ ਹੋਵੋ, ਘਰ ਜਿੱਡਾ ਮਰਜ਼ੀ ਵੱਡਾ ਹੋਵੇ, ਪਰ ਜਦ ਤੱਕ ਬੈਠ ਕੇ ਗੁੱਡੀ ਨਹੀਂ ਨਾ ਕਣਕ, ਜਦ ਤੱਕ ਬੈਠ ਕੇ ਮੱਕੀ ਗੁੱਡੀ ਨਹੀਂ, ਜਦ ਤੱਕ ਬਾਬੂ ਨਹੀਂ ਪੈਂਦੇ ਮੱਕੀ ਨੂੰ। ਇੱਥੇ ਵੀ ਮੂੰਹ ਦੇ ਮੂੰਹ ਲੋਕ ਡਿੱਗੇ ਨੇ ਜਿਹੜੇ ਜਿਨ੍ਹਾਂ ਨੂੰ ਐਂ ਲੱਗਿਆ ਵੀ ਨਾ ਹੁਣ ਤਾਂ ਰੌਲਾ ਪਿਆ ਹੋਇਆ, ਇਹਦੇ ਵਿੱਚ ਜਿੱਤ ਜਾਾਂਗੇ। ਸੋ ਕੰਮ ਹੋਰ ਕਰਨਾ ਚਾਹੀਦਾ ਦੀਪ ਨੂੰ ਉਹਦੇ ਤੇ, ਪਰ ਰਾਜਸੀ ਤੰਤਰ ਬੰਤਰ ਸੈੱਟ ਹੋਵੇ, ਨਾਲ ਬੰਦੇ ਵਧੀਆ ਰਲਣ, ਤੇ ਉਹ ਹਲੇ ਉਨੀ ਸੂਝ ਦੇ ਵਿੱਚ ਨਹੀਂ। ਉਹ ਤਾਂ ਵੱਡੀ ਪਾਰਟੀ ਕੋਈ ਜਿਹੜੀ ਹੋਵੇ ਉਹਨੂੰ ਸਾਂਭਣ ਵਾਲੇ ਹੋਣ। ਅੱਛਾ, ਸਮੇਧ ਸੈਣੀ ਨੂੰ ਹੁਣ ਇਹ ਗੱਲਾਂ ਲੁਕੀਆਂ ਹੋਈਆਂ ਨੇ ਖਾਸੇ ਚਿਰ ਦੀਆਂ, ਦੁਬਾਰਾ ਫੇਰ ਚੱਲ ਪਈਆਂ। ਮਟੌਰ ਥਾਣੇ 'ਚ ਫੇਰ ਸੱਦਿਆ, ਕੀ ਪੁੱਛੇ? ਗਿੱਲ ਸਾਹਿਬ ਐਤਕੀਂ ਪਹਿਲਾਂ ਵਾਲੀ ਚੜ੍ਹਤ ਨਹੀਂ ਸੀ। ਦੇਖੋ, ਸਮੇਧ ਸਿੰਘ ਸੈਣੀ ਦੀ ਚੜ੍ਹਤ ਆਪਾਂ ਨੂੰ ਪਤਾ ਕਿੰਨੀ ਰਹੀ ਹੈ ਵੀ IAS ਅਫਸਰ ਦਾ ਮੁੰਡਾ ਚੱਕ ਕੇ ਲਿਆਉਣਾ ਔਰ ਲਿਆ ਕੇ ਟੌਰਚਰ ਕਰਕੇ ਉਹਦੀ ਡੈਡ ਬੋਡੀ ਵੀ ਬਰਦ ਕਰ ਦੇਣੀ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਮਸਲਾ ਹੈ। ਇੱਕ IPS ਅਫਸਰ ਹੁਣ ਭਾਰਤੀ ਸੰਵਿਧਾਨ ਅਨੁਸਾਰ ਆਪਾਂ ਦੇਖੀਏ, ਮੋਰਲੀ ਵੀ ਦੇਖੀਏ, IPS ਅਫਸਰ ਦੀ ਕੋਈ ਵੈਲਿਊ ਨਹੀਂ, ਕੋਈ ਵਕਤ ਨਹੀਂ ਹੈ IAS ਅਫਸਰ ਦੇ ਮੂਹਰੇ। ਲੇਕਿਨ ਉਸ ਵਕਤ ਸਮੇਧ ਸਿੰਘ ਸੈਣੀ ਦੀ ਚੜ੍ਹਤ ਕਿੰਨੀ ਸੀ, KPS ਗਿੱਲ ਨੂੰ ਕਿੰਨੇ ਅਧਿਕਾਰ ਸੀ ਕਿ ਬੇਅੰਤ ਸਿੰਘ ਮੁੱਖ ਮੰਤਰੀ ਸੀ ਬੋਲਦਾ ਉਹਦੇ ਮੂਹਰੇ। ਔਰ ਅੱਜ ਦਾ ਜਿਹੜਾ ਇਹ ਦੌਰ ਆ, ਦੇਖੋ KPS ਗਿੱਲ ਆਪਦੀ ਮੌਤ ਮਰ ਗਿਆ, ਉਹਨੂੰ ਉਹਦੇ ਕੀਤੇ ਦੀ ਸਜ਼ਾ ਨਹੀਂ ਮਿਲੀ। ਇਹ ਗੱਲ ਦਾ ਅਫਸੋਸ ਆ ਜਿਹੜਾ ਉਹ ਰਹਿੰਦੀ ਦੁਨੀਆ ਤੱਕ ਸਿੱਖ ਹਿਰਦਿਆਂ ਦੇ ਵਿੱਚ ਰਹੂਗਾ। ਪਰ ਸਮੇਧ ਸਿੰਘ ਸੈਣੀ ਦੀ ਗੱਲ ਸਾਹਿਬ ਅੱਜ ਜਿਹੜੀ ਸਥਿਤੀ ਸੀ ਉਹ ਦੇਖਣ ਵਾਲੀ ਸੀ। ਥਾਣੇ ਦੇ ਮੂਹਰੇ ਗੱਡੀ ਖੜੀ ਕਰਦਾ ਔਰ ਤੁਰ ਕੇ ਉੱਥੋਂ ਥਾਣੇ ਦੇ ਵਿੱਚ ਨੂੰ ਜਾਂਦਾ, ਮੀਡੀਆ ਵਾਲੇ ਭੱਜੇ ਆਉਂਦੇ ਨੇ ਵੀ ਸਵਾਲ ਕਰਨਾ ਜੀ, ਸਵਾਲ ਕਰਨਾ। ਜਿਹੜਾ ਸਮੇਧ ਸਿੰਘ ਸੈਣੀ ਹੈ ਖੜ ਕੇ ਟਿੱਚਰਾਂ ਕਰਦਾ ਹੁੰਦਾ ਜੀ ਮੀਡੀਆ 'ਚ, ਆਇਆ ਮੂੰਹ ਛਪਾ ਕੇ ਭੱਜਿਆ ਗਿੱਲ ਸਾਹਿਬ ਜਿਵੇਂ ਕੋਈ ਬਹੁਤ ਵੱਡਾ ਜਿਹੜਾ ਡਾਕੂ ਭੱਜਦਾ ਹੁੰਦਾ। ਔਰ ਫਿਰ ਜਾ ਕੇ ਅੰਦਰ ਮੁਜਰਮਾਂ ਦੀ ਤਰ੍ਹਾਂ ਬੈਠਿਆ, 3 ਘੰਟੇ ਸਵਾਲ ਉਹ ਤੋਂ ਪੁੱਛੇ। ਔਰ ਜਿਹੜਾ ਮੁਲਤਾਨੀ ਅਗਵਾ ਕਤਲ, ਉਹਦਾ ਜਿਹੜਾ ਟੌਰਚਰ ਕਰਨਾ ਔਰ ਉਹਦੀ ਡੈਡ ਬੋਡੀ ਨੂੰ ਫੁਰਦ ਕਰਨਾ, ਉਸ ਤੋਂ ਬਾਅਦ ਸਬੂਤਾਂ ਨਾਲ ਛੇੜਛਾੜ ਕਰਨਾ, ਸਵਾਲ ਤਾਂ ਬਹੁਤ ਵੱਡੇ ਨੇ। ਹੁਣ ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਾਕਈ ਗੁਸਰਤ ਰਹਿੰਦੀ ਆ ਤਾਂ ਸਮੇਧ ਸਿੰਘ ਸੈਣੀ ਨੂੰ ਕਟਹਿਰੇ 'ਚ ਖੜਾ ਹੋਣ ਕੋਈ ਨਹੀਂ ਰੋਕ ਸਕਦਾ। ਪਰ ਜੇਕਰ ਇੱਥੇ ਗਿੱਲ ਸਾਹਿਬ ਸਮੇਧ ਸਿੰਘ ਸੈਣੀ ਵਾਲੇ ਮਸਲੇ 'ਚ ਕੈਪਟਨ ਅਮਰਿੰਦਰ ਸਿੰਘ ਹੋਰੀ ਦਲ ਵੱਟ ਕੇ ਜਾਂ ਕਿਸੇ ਦਬਾਅ ਥੱਲੇ ਜਾਂ ਦਿੱਲੀ ਤੋਂ ਕੋਈ ਫੋਨ ਆ ਗਿਆ ਜਾਂ ਅਕਾਲੀਆਂ ਨੇ ਜਿਵੇਂ ਇਹਨੂੰ ਬਚਾਇਆ, ਉਸੇ ਰੂਪ ਦੇ ਵਿੱਚ ਕਿਹਾ ਜਾਂਦਾ ਹੈ ਕਿ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨਾਲ ਰਲ ਮਿਲ ਕੇ ਚੱਲ ਰਹੇ ਨੇ ਔਰ ਇਹ ਤਾਂ ਸਿਆਸੀ ਕਿਹੜਾ ਨੇ, ਫੇਰ ਗੱਲ ਵੱਖਰੀ ਹੈ। ਅਦਰਵਾਈਜ਼ ਸਮੇਧ ਸਿੰਘ ਸੈਣੀ ਉਹ ਪੁਲਿਸ ਅਫਸਰ ਆ ਜਿਹਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ, ਕੱਲਾ ਬਲਵੰਤ ਸਿੰਘ ਮੁਲਤਾਨੀ ਨਹੀਂ, ਅਨੇਕਾਂ ਨੌਜਵਾਨਾਂ ਨੂੰ ਖੁਰਦ ਕੀਤਾ। ਔਰ ਅੱਜ ਜੇ ਉਹ ਕਟਹਿਰੇ ਦੇ ਵਿੱਚ ਖੜਾ ਹੈਗਾ ਤਾਂ ਇਹ ਲੋਕਾਂ ਦੀ ਜਿੱਤ ਹੈ ਜੀ। ਬਿਲਕੁਲ, ਰਾਜਨੀਤੀ ਕਈ ਡਿਸੀਜ਼ਨ ਹੋਣੇ ਨੇ ਆਉਣ ਵਾਲੇ ਸਮੇਂ 'ਚ, ਜਿਵੇਂ ਯੂਨੀਵਰਸਿਟੀ ਇੱਕ ਬਹੁਤ ਵੱਡੀ 500 ਕਰੋੜ ਦੀ ਉਹਦੀ ਗੱਲਬਾਤ ਹੋਈ। ਅੱਛਾ, SGPC ਦੇ ਬੁਰਸ਼ਿਆਂ ਨੇ ਫੇਰ ਸਿੱਖ ਸੰਗਤ ਤੇ ਹਮਲਾ ਬੋਲਿਆ, ਇਹ ਕੀ ਹੋਇਆ ਜੀ? ਗਿੱਲ ਸਾਹਿਬ, ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਾਪਰੀ। 398 ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਾਪਤਾ ਨੇ, ਉਸ ਮਸਲੇ 'ਚ ਜਿਹੜੇ ਸਿੱਖ ਸੰਘਰਸ਼ਸ਼ੀਲ ਲੋਕ ਨੇ ਧਰਨਾ ਲਾਈ ਬੈਠੇ ਸੀ। ਚੱਲ ਰਿਹਾ, ਇਹਨੂੰ ਕਿਉਂ ਬੰਦ ਕਰਦਾ? ਟਾਸਕ ਫੋਰਸ ਆਈ, ਗਿੱਲ ਸਾਹਿਬ ਟਾਸਕ ਫੋਰਸ ਨੇ ਆ ਕੇ ਉਹਨਾਂ ਦੇ ਉੱਤੇ ਬੜਾ ਹੀ ਵਹਿਸ਼ੀਆਨਾ ਤਰੀਕੇ ਦੇ ਨਾਲ ਹਮਲਾ ਕੀਤਾ। ਸਿੱਖਾਂ ਦੀਆਂ ਪੱਗਾਂ ਰੋਲੀਆਂ ਉੱਥੇ ਔਰ ਦਰਬਾਨਾ, ਇਸ ਤੋਂ ਇਲਾਵਾ ਗਿੱਲ ਸਾਹਿਬ ਸੋਟੀਆਂ, ਡਾਂਗਾ, ਸਾਰਾ ਕੁਛ ਚੱਲਿਆ ਉੱਥੇ। ਔਰ ਉਹਦੇ 'ਚ ਬਹੁਤ ਸਾਰੇ ਸਿੱਖ ਕਾਰਕੁਨ ਨੇ ਜਿਹੜੇ ਉਹ ਜ਼ਖਮੀ ਹੋਏ। ਭਾਵੇਂ ਅੱਜ ਕ੍ਰਾਸ ਕੇਸ ਪੁਲਿਸ ਨੂੰ ਦਰਜ ਕਰਨੇ ਪਏ, ਦੋਨਾਂ ਧਿਰਾਂ ਦੇ ਉੱਤੇ ਪੁਲਿਸ ਨੇ ਕ੍ਰਾਸ ਕੇਸ ਆ ਜਿਹੜੇ ਦਰਜ ਕਰ ਲਏ। ਲੇਕਿਨ ਪਹਿਲਾਂ ਕੇਸ ਆ ਜਿਹੜੇ ਉਹ ਕੇਸ ਵੀ ਧਰਨਾਕਾਰੀਆਂ ਦੇ ਉੱਤੇ ਦਰਜ ਕਰ ਲਏ ਸੀ। ਉਹ ਤਾਂ ਅੱਜ ਜਾ ਕੇ ਜਦੋਂ ਲੋਕਾਂ ਦਾ ਪ੍ਰੈਸ਼ਰ ਪਿਆ, ਜਦੋਂ ਸਿੱਖ ਜਥੇਬੰਦੀਆਂ ਦਾ ਪ੍ਰੈਸ਼ਰ ਪਿਆ, ਫਿਰ ਕ੍ਰਾਸ ਕੇਸ ਆ ਜਿਹੜੇ ਉਹ ਹੋਏ ਨੇ। ਇਹ ਬਹੁਤ ਗਿੱਲ ਸਾਹਿਬ ਮੰਦਭਾਗੀ ਗੱਲ ਹੈ ਵੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਟਾਸਕ ਫੋਰਸ ਹੈ, ਪਹਿਲਾਂ ਤਾਂ ਟਾਸਕ ਫੋਰਸ ਦਾ ਮਤਲਬ ਹੀ ਕੋਈ ਨਹੀਂ, ਉਹ ਤਾਂ ਇੱਕ ਹਿਸਾਬ ਦੀ ਪੁਲਿਸ ਰੱਖੀ ਹੋਈ ਹੈ ਇਹਨਾਂ ਨੇ। ਔਰ ਉਹ ਕਿਤੇ ਕਿਸਾਨਾਂ ਦੇ ਉੱਤੇ ਜਾ ਕੇ ਹਮਲਾ ਬੋਲ ਦਿੰਦੀ ਹੈ। ਖੰਨਾ ਚ ਉਹਨਾਂ ਦੀ ਘਟਨਾ ਕੋਈ ਨਹੀਂ ਭੁੱਲਦਾ ਜਦੋਂ ਉੱਥੇ ਕਿਰਤੀ ਕਿਸਾਨਾਂ ਦੇ ਉੱਤੇ ਜਾ ਕੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਡਾਂਗਾਂ ਭਰਾਈਆਂ। ਔਰ ਗਿੱਲ ਸਾਹਿਬ ਇਹ ਜਦੋਂ ਸਿੱਖ ਪ੍ਰਦਰਸ਼ਨਕਾਰੀ ਧਰਨਾ ਦਿੰਦੇ ਨੇ ਤਾਂ ਜੇ ਆ ਕੇ ਦੂਜੀ ਪੁਲਿਸ ਆ ਜਿਹੜੀ ਉਹ
ਹਮਲਾ ਕਰਦੀ ਹੈ, ਉੱਥੇ ਦਸਤਾਰਾਂ ਲੈਣੀਆਂ ਨੇ, ਤਾਂ ਫਿਰ ਤਾਂ ਵੱਡਾ ਮਸਲਾ ਬਣ ਜਾਂਦਾ। ਪਰ ਜਦੋਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਆ ਕੇ ਦਸਤਾਰਾਂ ਲਾਉਂਦੀ ਹੈ ਤਾਂ ਉਹ ਮਸਲਾ ਕਿਉਂ ਨਹੀਂ ਬਣਦਾ? ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਰੀ ਬਿਆਨ ਦੇ ਰਹੇ ਸੀ ਗਿੱਲ ਸਾਹਿਬ, ਔਰ ਉਹ ਬਿਆਨ ਦੇ ਵਿੱਚ ਧਰਨਾਕਾਰੀਆਂ ਦੇ ਉੱਤੇ ਹੀ ਸਵਾਲ ਨੇ ਜਿਹੜੇ ਉਹ ਖੜੇ ਕਰ ਰਹੇ ਸੀ। ਪਰ ਸਵਾਲ ਤਾਂ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਦੇ ਉੱਤੇ ਵੀ ਹੁੰਦਾ ਵੀ ਉਹ ਟਾਸਕ ਫੋਰਸ ਤੋਂ ਤੁਸੀਂ ਕਰਾਉਣਾ ਕੀ ਹੈ? ਕਦੇ ਟਾਸਕ ਫੋਰਸ ਗਿੱਲ ਸਾਹਿਬ RSS ਕਣੀ ਨੂੰ ਝਾਕਦੀ ਨਹੀਂ ਦੇਖੀ। RSS ਵਾਲਿਆਂ ਨੇ ਜਿਸ ਤਰੀਕੇ ਦੇ ਬਿਆਨ ਦਿੱਤੇ, ਜਿਸ ਤਰੀਕੇ ਦੇ ਬਿਆਨ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਦੇ ਰਿਹਾ, ਗ੍ਰਹਿ ਮੰਤਰੀ ਦੇ ਰਿਹਾ, ਟਾਸਕ ਫੋਰਸ ਕਿਤੇ ਨਹੀਂ ਦਿਸਦੀ। ਟਾਸਕ ਫੋਰਸ ਸਿੱਖਾਂ ਤੇ ਕਿਉਂ ਦਿਸਦੀ ਹੈ, ਕਿਸਾਨਾਂ ਤੇ ਕਿਉਂ ਦਿਸਦੀ ਹੈ? ਇਹ ਵੱਡਾ ਸਵਾਲ ਹੈ ਜੀ ਗਿੱਲ ਸਾਹਿਬ। ਧੰਨਵਾਦ ਨਵਕਿਰਨ। ਤੇ ਕੱਲ ਨੂੰ ਫੇਰ 9:15 ਤੇ ਪੰਜਾਬ ਦੇ ਝਰੋਖੇ ਚੋਂ ਇਹ ਬਣਨ ਵਾਲੀ ਨਵੀਂ ਪਾਰਟੀ ਰਾਜਸੀ ਸਰਗਰਮੀਆਂ ਦੇ ਬਾਰੇ ਗੱਲਬਾਤ ਕਰਾਂਗੇ। ਆਪਣਾ ਖਿਆਲ ਰੱਖਿਓ। ਸ਼ੁਭ ਸ਼ਾਮਾਂ। ਧੰਨਵਾਦ। ਸ਼ੁਕਰੀਆ ਗਿੱਲ ਸਾਹਿਬ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸਰ ਨਵਕਿਰਨ ਸਿੰਘ ਪੱਤੀ ਬਰਨਾਲੇ ਤੋਂ ਗੱਲਬਾਤ ਕਰ ਰਹੇ ਸੀ। ਪੱਤਰਕਾਰਾਂ ਦੀ ਨਹੀਂ ਗੱਲ, ਬੇਬਾਕੀ ਦੀ ਗੱਲ। ਕੱਲ ਨੂੰ ਫੇਰ ਪੰਜਾਬ ਦੇ ਝਰੋਖੇ ਚੋਂ 9:15 ਤੇ ਨਵਕਿਰਨ ਸਿੰਘ ਪੱਤੀ ਨਾਲ। ਨਵਕਿਰਨ ਸਿੰਘ ਪੱਤੀ ਦੀ ਪੰਜਾਬ ਦੇ ਝਰੋਖੇ ਦਾ ਸੈਗਮੈਂਟ ਤੁਸੀਂ ਸਪਾਂਸਰ ਕਰ ਸਕਦੇ। ਵੋਟਾਂ ਪੈ ਗਈਆਂ। ਵੋਟਾਂ ਪੈਣ ਤੋਂ ਬਾਅਦ ਰਿਜ਼ਲਟ ਤੁਹਾਡੇ ਸਾਹਮਣੇ ਆ ਗਏ। ਰਿਜ਼ਲਟਸ ਜਿਹੜੇ ਨੇ, ਲੋਕਾਂ ਦੇ ਫਤਵੇ ਨੇ। ਹਾਰ ਜਿੱਤ ਹੈ ਜਿਹੜੀ ਐਕਸੈਪਟ ਕਰਨੀ ਬਹੁਤ ਜ਼ਰੂਰੀ ਆ, ਖਾਸ ਤੌਰ ਤੇ ਹਾਰ ਕੇ ਪਹਿਲੇ 5-7-10 ਦਿਨ ਦਾ ਰਹਿੰਦਾ ਬੰਦਾ ਸੂਤ, ਬੇਗੱਲੇ ਕੋਈ ਨਹੀਂ, ਗੱਲੇ ਕੋਈ ਨਹੀਂ, ਗੱਲੇ ਨਹੀਂ ਕੋਈ, ਗੱਲੇ ਕੋਈ ਨਹੀਂ, ਐਂ ਕਰਦਾ ਫਿਰ। ਜਿਵੇਂ ਐਕਸੀਡੈਂਟ 'ਚ ਤਾਜ਼ੀ ਲੱਗੀ ਗੱਡੀ 'ਚੋਂ ਨਿਕਲ ਆਉਂਦਾ ਬਾਹਰ, ਉਹਨੂੰ ਕਹਿੰਦਾ ਸੜ ਤਾਂ ਨਹੀਂ, ਆ ਕੇ ਪੁੱਛਦੇ ਆ ਐਂਬੂਲੈਂਸ ਵਾਲੇ, ਉਹ ਕਹਿੰਦਾ ਨੋ ਆਈ ਐਮ ਵੈਰੀ ਫਾਈਨ। ਪਤਾ ਜਦ ਲੱਗਦਾ ਜਦ ਰਿਬਸ ਅੰਦਰ ਬੜੀਆਂ ਹੁੰਦੀਆਂ ਨੇ। ਹਾਰਨਾ ਜਿਹੜਾ ਉਹਦੇ ਲਈ ਵੱਡਾ ਜਿਗਰਾ ਚਾਹੀਦਾ। ਜਦ ਤੁਸੀਂ ਹਾਰ ਜਾਂਦੇ ਹੋ, ਤੁਹਾਡੇ ਤੇ ਵਜ਼ਨ ਆਉਂਦਾ, ਤੁਹਾਡੇ ਦਿਮਾਗ ਤੇ ਵਜ਼ਨ ਆਉਂਦਾ, ਤੁਹਾਡੇ ਪਰਿਵਾਰ ਤੇ ਵਜ਼ਨ ਆਉਂਦਾ। ਤੇ ਆਰਾਂ ਵਾਲੇ ਵੀ ਫਿਰ ਆਰਾਂ ਲਾਉਂਦੇ ਨੇ। ਤੇ ਉਸ ਤੋਂ ਬਾਅਦ ਫਿਰ ਕਈ ਵਾਰ ਤੁਸੀਂ ਮਾਨਸਿਕ ਤਣਾਅ 'ਚ ਚਲੇ ਜਾਂਦੇ ਹੋ। ਹਾਰਨ ਵਾਲਿਆਂ ਨੂੰ ਮੈਂ ਬੇਨਤੀ ਕਰਦਾ, ਜ਼ਿੰਦਗੀ ਦੇ ਤਜਰਬੇ 'ਚੋਂ ਦੱਸਦਾ, ਕਿਸੇ ਦੀ ਗੱਲ ਨਹੀਂ ਕਰਦਾ ਤੇ ਨਾ ਹੀ ਕਿਸੇ ਦੀ ਕਰੀ ਦੀ ਹੈ, ਜਿਹੜੀ ਆਪ ਹੱਡਾਂ ਨਾਲ ਹੰਢਾਈ ਹੈ ਉਹਨੂੰ ਦੱਸਦਾ ਹੁੰਦਾ। ਤਾਂ ਇਹਦੇ 'ਚ ਕਿਉਂਕਿ ਜਦ ਤੁਸੀਂ ਇੱਕ ਵਿਅਕਤੀ ਦੇ ਤੌਰ ਤੇ ਕਮਿਊਨਿਟੀ 'ਚ ਵਿਚਰ ਰਹੇ ਹੋ, ਤੁਸੀਂ ਇੱਕ ਵਿਅਕਤੀ ਹੋ, ਤੁਹਾਨੂੰ ਕੋਈ ਨਹੀਂ, ਕਿਸੇ ਨਾਲ ਕੋਈ ਰੌਲਾ ਨਹੀਂ, ਕਿਸੇ ਨਾਲ ਹਾਂ ਕਿਸੇ ਨਾਲ ਪਰਸਨਲ ਹੋਊ। ਪਰ ਜਦ ਤੁਸੀਂ ਚਰਸਤੇ 'ਚ ਖੜਨਾ, ਜਿੱਥੇ ਤੁਸੀਂ ਇਕੱਲੇ ਹੋ, ਤੁਹਾਡੇ ਤੇ ਨਿਸ਼ਾਨੇ ਤੇ ਉੱਪਰ 60,000 70,000 ਵੋਟ ਹੈ, ਜਿਹਦੇ ਵਿੱਚ ਤੁਹਾਡੇ ਪਾਸਟ ਦੀਆਂ, ਤੁਹਾਡੀ ਜ਼ਿੰਦਗੀ ਦੇ ਨਾਲ ਕਿਤੇ ਉੱਪਰ ਥੱਲੇ ਹੋਈ ਉਹ ਵੀ ਦੁਸ਼ਮਣ ਖੜਾ ਹੈ, ਤੁਹਾਡੇ ਨਾਲ ਪਾਰਟੀ ਦੇ ਖਿਲਾਫ ਵੀ ਦੁਸ਼ਮਣ ਖੜਾ ਹੈ, ਤੁਹਾਡੀ ਪਰਸਨੈਲਿਟੀ ਦੇ ਖਿਲਾਫ ਵੀ ਦੁਸ਼ਮਣ ਖੜਾ, ਜਿਹੜੀ ਤੁਹਾਡੀ ਸ਼ਖਸੀਅਤ ਨੂੰ ਨਹੀਂ ਪਾਉਂਦੇ। ਤੁਹਾਡੇ ਈਗੋ, ਸਾੜਾ, ਸ਼ਰੀਕਾ, ਪਿੰਡ, ਪਤਾ ਹੀ ਨਹੀਂ ਕੀ ਕੁਛ, ਕਾਲਜ ਤੋਂ ਲੈ ਕੇ ਇਕੱਠੇ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਸਮਾਂ ਇਹ ਹੁੰਦਾ ਹੈ ਬਈ ਹੁਣ ਵੋਟਾਂ ਵਾਲਿਆਂ ਨੂੰ ਤਾਂ ਇਹ ਸਮਾਂ ਹੁੰਦਾ ਵੀ ਵੋਟ ਦਾ ਉਹਨਾਂ ਨੇ ਹੱਕ ਕਰਨਾ, ਜਿਹੜਾ ਬਾਕੀ ਸਾੜੇ ਵਾਲਾ ਲਾਣਾ ਹੈ ਉਹਨਾਂ ਨੂੰ ਇਹ ਹੁੰਦਾ ਵੀ ਹੁਣ ਜਾਲ ਸਿੱਟਿਆ ਹੋਇਆ ਤੇ ਹੁਣ ਜਿੰਨੇ ਚੋਬੇ ਲਾਉਣੇ ਲਾ ਲਓ, ਜਦੋਂ ਜਾਲ ਚੱਕਿਆ ਗਿਆ ਫਿਰ ਧੌਣ ਨੂੰ ਪਊ। ਇਹ ਹੁੰਦੀ ਆ ਮਾੜੇ ਬੰਦਿਆਂ ਦੀ ਨਿਸ਼ਾਨੀ। ਅਸਲ ਮਰਦ ਦਾ ਟਣਕਾ ਜਿਹੜਾ ਉਹ ਇਹ ਹੈ ਜਿਹਨੇ ਸਦਾ ਹੀ ਤੁਹਾਨੂੰ ਕਰੈਕਟ ਕਰਨਾ, ਚਾਹੇ ਵੋਟਾਂ ਹੋਣ ਨਹੀਂ ਹੋਣ, ਬਿੱਬ ਕੇ ਆ ਕੇ ਤੁਹਾਨੂੰ ਕਹਿਣਾ ਮਿਲ ਕੇ ਵੀ ਆਹ ਤੇਰੀ ਗੱਲ ਠੀਕ ਨਹੀਂ ਮਿੱਤਰਾ, ਇਹਨੂੰ ਠੀਕ ਕਰ। ਉਹ ਆ ਸਵਾਦ। ਹਾਰ ਜਿਹੜੀ ਹੈ ਤੁਹਾਨੂੰ ਝੰਜੋੜ ਦਿੰਦੀ ਹੈ, ਕਿਉਂਕਿ ਸਾਡੀ ਪਰਸਨੈਲਿਟੀ ਹੈ ਜਿਹੜੀ ਪੰਜਾਬੀਆਂ ਦੀ, ਉਹ ਇਹ ਆ ਵੀ ਨਾ ਨੱਕ ਨੀਵਾਂ ਨਾ ਹੋ ਜਾਏ। ਨਹੀਂ, ਪਰ ਇਹ ਨਹੀਂ ਗੱਲ ਹੈ। ਤੁਸੀਂ ਥੋੜ੍ਹਾ ਜ਼ਿੰਦਗੀ 'ਚ ਤੁਹਾਨੂੰ ਹਰਾਇਆ ਕਿਸੇ ਨੇ, ਤੁਸੀਂ ਇੱਕ ਪਬਲਿਕ ਆਫਿਸ ਲਈ ਰਨ ਕਰਨਾ ਚਾਹੁੰਦੇ ਸੀ, ਮੈਂ ਇੱਕ ਕੰਸਟੀਚੁਐਂਸੀ ਨੂੰ ਸਰਵ ਕਰਨਾ ਹੈ, ਮੈਂ ਇਸ ਲੋਕਾਂ ਦੀ ਸੇਵਾ ਕਰਨੀ ਹੈ, ਤੇ ਲੋਕਾਂ ਨੇ ਤੁਹਾਨੂੰ ਫਤਵਾ ਨਹੀਂ ਦਿੱਤਾ। ਇਹਦੇ ਨੂੰ ਇਸ ਤਰ੍ਹਾਂ ਰੱਖਣਾ ਪੈਂਦਾ। ਤੇ ਜਿਨ੍ਹਾਂ ਦੇ ਜਿਹੜੇ ਬੰਦੇ ਹਾਰੇ ਆ, ਉਹਨਾਂ ਦੇ ਜਿਹੜੇ ਨਾਲ ਦੇ ਦੋਸਤ ਨੇ, 15 20 30 ਕਲੋਜ਼ ਦੋਸਤ ਹੁੰਦੇ ਨੇ, ਉਹਨਾਂ ਨੂੰ ਚਾਹੀਦਾ ਹਾਰੇ ਹੋਏ ਬੰਦੇ ਨੂੰ ਸਾਂਭ ਕੇ ਰੱਖਣ, ਮਹੀਨਾ 2 ਮਹੀਨਾ ਘੱਟੋ ਘੱਟ। ਜਦ ਉਹਨੂੰ ਹਾਰੇ ਹੋਏ ਤੇ ਛੱਡ ਜਾਂਦੇ ਨੇ ਲੋਕ ਸਾਥ, ਫਿਰ ਉਹ ਕਹਿੰਦਾ ਵੀ ਯਾਰ ਮੈਂ ਤਾਂ ਇਕੱਲਾ ਰਹਿ ਗਿਆ, ਫਿਰ ਮਾਨਸਿਕ ਤਣਾਅ ਦੇ ਵਿੱਚ ਉਹ ਜਾ ਸਕਦਾ। ਜਾਂ ਲੋਕ ਉਹ ਘਰ ਜਿਹੜਾ ਨੀਵਾਂ ਕੀਤਾ ਹੁੰਦਾ, ਉਹਨਾਂ ਦਾ ਗੇੜੇ ਕੱਢ ਕੇ, ਜਿਹਦੇ 'ਚੋਂ MP MLA ਦੀ ਇੱਕ ਗੱਡੀ ਦਿਖਦੀ ਹੁੰਦੀ ਆ, ਜਦੋਂ ਗੱਡੀ ਨਹੀਂ ਦਿਖਦੀ ਤਾਂ ਲੋਕ ਉਹ ਦਰਵਾਜ਼ਾ ਛੱਡ ਜਾਂਦੇ ਆ। ਪਰਿਵਾਰ ਨੂੰ ਫਿਰ ਪਰਿਵਾਰ ਨੇੜੇ ਲੱਗ ਕੇ ਸਾਂਭਦਾ।
ਐਕਸਰਸਾਈਜ਼, ਵਧੀਆ ਡਾਈਟ ਤੇ ਆਪਣੀ ਮੈਡੀਟੇਸ਼ਨ ਤੁਹਾਨੂੰ ਦੁਬਾਰਾ ਪੱਬਾਂ ਤੇ ਲੈ ਆਉਂਦੀ ਹੈ। ਤੇ ਹਾਰ ਕੇ ਮੂੰਹ ਪੁਆ ਕੇ ਨਹੀਂ ਬੈਠਣਾ ਚਾਹੀਦਾ। ਕੰਮ ਕਰੋ ਦੁਬਾਰਾ। 4 ਸਾਲ ਤਾਂ 4 ਮਹੀਨਿਆਂ ਵਾਂਗੂ ਆ ਜਾਂਦੇ ਨੇ। ਕਮਿਊਨਿਟੀ ਨੂੰ ਜਦ ਤੁਸੀਂ ਸਰਵ ਕਰਦੇ ਹੋ, ਉਹ ਬਿਨਾਂ ਰੁਤਬੇ ਤੋਂ ਵੀ ਸਰਵ ਕਰ ਸਕਦੇ ਹੋ, ਬਿਨਾਂ ਦਫ਼ਤਰ ਤੋਂ ਵੀ ਸਰਵ ਕਰ ਸਕਦੇ ਹੋ, ਪਰ ਪੈਰ ਗੱਡਣਾ ਆਉਣਾ ਚਾਹੀਦਾ। ਨਟੰਕੀ ਨਹੀਂ ਹੈ ਪੱਤਰਕਾਰੀ ਦੇ ਵਿੱਚ। ਸਾਡਾ ਇਹ ਬੜਾ ਚੱਲ ਰਿਹਾ ਹੈ ਬਈ ਪੱਤਰਕਾਰ ਤੇ ਪੱਤਰਕਾਰ ਤੇ ਪੱਤਰਕਾਰ। ਜੇ ਤੁਸੀਂ ਪੱਤਰਕਾਰੀ ਦਾ ਮੁੱਲ ਵੱਟ ਰਹੇ ਹੋ ਜਾਂ ਕਿਸੇ ਟੱਬਰ ਦੇ ਜੀ ਨੂੰ ਮੁੱਲ ਵਟਾ ਰਹੇ ਹੋ, ਕਾਹਦੀ ਪੱਤਰਕਾਰੀ ਆ ਉਹ? ਕੀ ਆ ਉਹ? ਆਪਣੇ ਆਪ ਤੁਸੀਂ ਕੁਛ ਕਹੀ ਚੱਲੋ। ਇਹ ਨਹੀਂ ਗੱਲ ਹੁੰਦੀ। ਲੋਕ ਨਿਗਾਹ ਰੱਖਦੇ। ਇਹਨਾਂ ਵੋਟਾਂ ਦੇ ਵਿੱਚ ਬਹੁਤ ਕੁਛ ਹੋਇਆ। ਇਹਨਾਂ ਵੋਟਾਂ ਦੇ ਵਿੱਚ ਇੱਕ ਗੱਲ ਜਿਹੜੀ ਹਾਉਂਟ ਕਰਦੀ ਆ ਮੈਨੂੰ, ਜਿਹਨੂੰ ਮੈਂ ਨਿੱਜੀ ਤੌਰ ਤਜਰਬੇ 'ਚ ਵੀ ਵੇਖਿਆ, ਉਹ ਇਹ ਆ ਜਦ ਤੁਸੀਂ ਇਹਨਾਂ ਵੋਟਾਂ ਦੇ ਵਿੱਚ ਜਿੱਤਣ ਦੇ ਲਈ ਸੌੜੇ ਜਿਹੜੇ ਕੰਮ ਕਰਦੇ ਹੋ, ਸੌੜੇ ਹਿੱਤਾਂ ਦੇ ਲਈ ਜਦ ਮਿਆਰ ਤੋਂ ਗਿਰ ਕੇ ਕੰਮ ਕਰਦੇ ਹੋ। ਮਸਲਨ ਤੁਸੀਂ ਵੋਟ ਪਾਉਣ ਗਏ, ਫਿਰ ਮੈਂ ਉਸੇ ਹੀ ਪੋਲਿੰਗ ਸਟੇਸ਼ਨ ਤੇ ਦੁਬਾਰਾ ਪੁੱਛਿਆ ਵੀ ਹੁਣ ਜੇ ਮੈਂ ਸਿਟੀਜ਼ਨ ਨਹੀਂ, ਮੈਂ ਵੋਟ ਰਜਿਸਟਰਡ ਨਹੀਂ ਮੇਰੀ ਹੈ, ਮੇਰੇ ਕੋਲ ਵੋਟਰ ਕਾਰਡ ਹੈ ਨਹੀਂ, ਕੀ ਰਿਕੁਆਇਰਮੈਂਟਸ ਨੇ? ਉਹ ਕਹਿੰਦੀ ਨੋ, ਕੋਈ ਰਿਕੁਆਇਰਮੈਂਟਸ ਨਹੀਂ। ਇੱਕ ਆਈਡੀ ਚਾਹੀਦੀ ਆ ਤੁਹਾਡੀ ਜਿਹਦੇ ਤੇ ਲੋਕਲ ਕੰਸਟੀਚੁਐਂਸੀ ਦਾ ਜਿਹੜਾ ਉਹ ਐਡਰੈਸ ਹੋਵੇ ਤੇ ਅਫਰਮ ਕਰ ਦਿਓ ਵੀ ਮੈਂ ਸਿਟੀਜ਼ਨ ਹਾਂ ਤੇ 18 ਸਾਲ ਤੋਂ ਵੱਡਾ, ਜਿਹੜਾ ਫਿਰ ਵੀ ਉਹਨਾਂ ਸ਼ੀਲਡ ਦੇ ਉੱਪਰ ਲਿਖਿਆ ਹੋਇਆ ਸੀ ਵੀ ਆਹ ਪੜ੍ਹ ਲਓ। ਉਹ ਮੈਂ ਕਿਹਾ ਕਿੱਥੇ ਆ ਦੇਸ਼ ਤੇ ਕਿੱਥੇ ਜਿੱਥੋਂ ਅਸੀਂ ਆਏ ਹਾਂ। ਜਿਹੜੇ ਨੇ ਸਾਰੇ ਨਹੀਂ ਕਰਦੇ ਆ 5-4% ਤੇ ਜਿਨ੍ਹਾਂ ਤੇ ਲੋਕ ਉਂਗਲਾਂ ਕਰਦੇ ਆ। ਲੋਕ ਉਂਗਲ ਐ ਨਹੀਂ ਕਰਦੇ। ਉਹਨਾਂ ਨੂੰ ਸ਼ੀਸ਼ੇ ਮੂਹਰੇ ਖੜਨਾ ਚਾਹੀਦਾ ਕਿ ਮੈਂ ਨਾ ਕਰਾਂ ਇਹ ਜਿਹਾ, ਅਸੀਂ ਨਾ ਕਰੀਏ। ਇਸ ਵੋਟਾਂ ਦੇ ਵਿੱਚ ਪੇਡ ਵਰਕਰ, ਡੋਰ ਨੌਕਿੰਗ, ਵੇਅਰ ਹਾਊਸ ਦੇ ਵਿੱਚ ਸ਼ਰਾਬਾਂ ਤੇ ਮੀਟ ਤੇ ਜੇ ਤੇ ਬਹੁਤ ਚੱਲਿਆ। 2-2 ਲੱਖ 3-3 ਲੱਖ ਡਾਲਰਾਂ ਦਾ ਖਰਚਾ ਕੰਸਟੀਚੁਐਂਸੀਆਂ ਦੇ ਵਿੱਚ ਹੋਇਆ। ਪਰ ਪੈਸਿਆਂ ਨਾਲ, ਮਿੱਤਰਾ, ਦਾਰੂ ਦੇ ਘੜਿਆਂ ਨਾਲ ਤੁਸੀਂ ਜਿੱਤ ਨਹੀਂ ਸਕਦੇ। ਜਿੱਤਣ ਵਾਲੇ ਤਾਂ ਚਾਹ ਲੌਂਗਾਂ ਵਾਲੀ ਪਾ ਕੇ, ਲੈਚੀ ਸਿੱਟ ਕੇ ਤੇ ਦਾਲਚੀਨੀ ਪਿਲਾ ਕੇ ਜਦ ਮਸ਼ਹਿਰਿਆਂ ਤੇ ਪੁੱਠਾ ਹੱਥ ਫੇਰ ਕੇ ਉੱਤਰਦੇ ਨੇ ਖੰਗੂੜਾ ਮਾਰ ਕੇ, ਬਈ ਚੱਲੇ ਆ ਜਾ ਮਿੱਤਰਾ, ਵਰਦੇ ਮੀਂਹ ਦੇ ਵਿੱਚ ਲੈ ਲਾ ਛਤਰੀਆਂ, ਚੱਲੀਏ ਡੋਰ ਟੂ ਡੋਰ। ਉਹ ਜਿੱਤ ਜਾਂਦੇ ਆ। ਬੰਦੇ ਚਾਹੀਦੇ ਆ 50 ਤੇ 60 ਜਿਹੜੇ ਦਿਲ ਦੇ ਨਾਲ ਖਹਿੰਦੇ ਹੋਣ ਤੁਹਾਡੇ, ਸਿਰਫ 50 ਤੇ 60 ਜਿਹੜੇ ਦੁੱਖ ਸੁੱਖ ਦੇ ਤੁਹਾਡੇ ਸਾਥੀ ਹੋਣ। 50-60 ਉਹ ਦੁੱਖ ਸੁੱਖ ਦੇ ਸਾਥੀ ਖੜੇ ਪੈਰ ਨਹੀਂ ਮਿਲਦੇ, ਉਹ ਕਮਾਉਣੇ ਪੈਂਦੇ ਤੁਹਾਨੂੰ। ਫਿਰ ਉਹ ਤੁਹਾਡੀ ਬਾਂਹ ਬਣ ਕੇ, ਸੱਜੀ ਬਾਂਹ ਬਣ ਕੇ, ਖੱਬੀ ਬਾਂਹ ਬਣ ਕੇ ਤੁਹਾਡੀ ਗੱਲ ਕਰਦੇ ਆ। ਤੁਹਾਡਾ ਸਮਾਨ, ਤੁਹਾਡੀ ਮੈਂਬਰਸ਼ਿਪ ਦੀ ਚੋਰੀ, ਤੁਹਾਡੇ ਫੋਨਾਂ ਦੀ, ਤੁਹਾਡੀ ਮੀਟਿੰਗ ਦੇ ਵਿੱਚੋਂ ਲਾਈਵ ਫੋਨ ਕਿਤੇ ਰਲਾ ਕੇ ਸੁਣਾਉਣ ਵਾਲੇ ਤੁਹਾਡੇ ਨਾਲ ਦੀ ਕੁਰਸੀ ਤੇ ਬੈਠੇ ਹੋਣਗੇ। ਤੁਹਾਡੀਆਂ ਮੈਂਬਰ ਵੋਟਰ ਲਿਸਟਾਂ, ਤੁਹਾਡਾ ਡਾਟਾ ਚੱਕ ਕੇ ਭੱਜਣ ਵਾਲੇ ਤੁਹਾਡੇ ਕੈਂਪੇਨ ਆਫਿਸ 'ਚ ਆਉਣਗੇ। ਉਹ ਸਾਰਿਆਂ ਦੇ ਆਉਂਦੇ, ਕਿਉਂਕਿ ਇਹ ਗੈਰ ਅਖਲਾਕੀ ਗਿਰੇ ਹੋਏ ਕੰਮ ਸਾਡੇ ਹਿੱਸੇ ਆਉਂਦੇ ਨੇ। ਜਿਹੜੇ ਕਰਦੇ ਨੇ, ਜਿਹੜੇ ਨਹੀਂ ਕਰਦੇ ਸਲੂਟ ਆ। ਹੋਰਾਂ 'ਚ ਕਿਤੇ ਨਹੀਂ ਹੁੰਦਾ ਇਹ। ਸਰੀ ਕਿਉਂ ਹੁੰਦੀ ਆ ਸਾਰੀਆਂ ਵੋਟਾਂ 'ਚ? ਸਾਰੇ BC ਦੀ ਗੱਲ ਇੱਕ ਹੁੰਦੀ ਆ, ਸਰੀ ਦੀ 9 ਹੁੰਦੀ ਆ, ਕਿਉਂਕਿ ਇੱਥੇ ਅਸੀਂ ਖੜਦੇ ਹਾਂ। ਇੰਡੀਆ ਤੋਂ ਫੋਨ, ਇੱਧਰੋਂ ਫੋਨ, ਉੱਧਰੋਂ ਫੋਨ। ਤੇ ਸਭ ਤੋਂ ਮਾੜੀ ਗੱਲ ਇਹ ਹੈ ਵੀ ਇੱਕ ਬੰਨੇ ਤੁਸੀਂ ਬੰਦਿਆਂ ਦੇ ਨਾਲ ਫਿਰਦੇ ਹੋ, ਦੂਜੇ ਬੰਨੇ ਉਹਨਾਂ ਬੰਦਿਆਂ ਨੂੰ ਹਰਾਉਣ ਦੇ ਯਤਨ ਤੁਸੀਂ ਕਰਦੇ। ਇਹ ਬਹੁਤ ਅਤ ਮਾੜੀ ਗੱਲ ਆ। ਪਾਰਟੀ ਜਿਹਦੇ ਨਾਲ ਖੜਨਾ, ਉਹ ਪਾਰਟੀ ਇਹ ਨਹੀਂ ਵੀ ਇੱਕ ਹਲਕੇ 'ਚ ਤੁਸੀਂ ਪਾਰਟੀ ਦੇ ਨਾਲ ਖੜੋ, ਦੂਜੇ ਹਲਕੇ 'ਚੋਂ ਪਾਰਟੀ ਦੇ ਵਿਰੋਧ 'ਚ ਜਾਓ। ਇਹ ਬੰਦਿਆਂ ਵਾਲੀ ਗੱਲ ਨਹੀਂ ਹੈ। ਗੱਲ ਇੱਕੋ ਹੀ ਹੋਣੀ ਚਾਹੀਦੀ ਹੈ ਵੀ ਪਾਰਟੀ ਦੇ ਦੇ ਨਿਯਮਾਂ ਨਾਲ ਬੰਨਿਆ ਹੋਇਆ, ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ। ਜੇ ਮੈਂ ਆਪਣੇ ਹਲਕੇ 'ਚ ਪਾਰਟੀ ਦਾ ਪਿਆਰ ਕਰਦਾ, ਦੂਜੇ ਹਲਕੇ 'ਚ ਵੀ ਮੈਂ ਪਾਰਟੀ ਦਾ ਪਿਆਰ ਕਰੂੰ। ਇੱਥੇ ਆ ਕੇ ਫਰਕ ਪੈਂਦਾ। ਸੋ ਜਿਹੜੇ ਹਾਰ ਗਏ, ਕਾਇਮ ਰਹੋ। ਸ਼ੋਭੇ ਸ਼ਾਮਾਂ ਨੇ, ਜਿੱਤੇ ਹੋਇਆਂ ਨੂੰ ਵੀ ਸ਼ੋਭੇ ਸ਼ਾਮਾਂ ਨੇ। ਕੰਮ ਕਰੋ ਕਮਿਊਨਿਟੀ ਦੇ ਵਿੱਚ। ਬਿਨਾਂ ਗ੍ਰਾਸ ਰੂਟਸ ਤੋਂ ਤੁਹਾਨੂੰ ਵੋਟਾਂ ਨਹੀਂ ਪੈਂਦੀਆਂ। MLA ਜਿੱਤਣ ਲਈ 500, 5000, 6000, 7000 ਵੋਟ, ਜਿਹੜੀ ਬਹੁਤ ਕੱਖ ਵੀ ਵੋਟ ਨਹੀਂ 50-55 ਚੋਂ। ਤੇ ਪਰ ਕੰਮ ਕਰਕੇ ਵੱਡੇ ਦਿੱਗਜ ਜਿਹੜੇ 30-35 ਸਾਲਾਂ ਦੇ ਰਾਜਨੀਤੀ 'ਚ, 23 ਮਾਰਵਨ ਹੰਟ 24-25 ਸਾਲ ਕੌਂਸਲਰ, ਉਹਦੇ ਬਾਅਦ ਹੁਣ ਦੂਸਰੀ ਵਾਰ ਜਾਂ ਤੀਸਰੀ ਵਾਰ MLA ਨਿਕਲ ਗਈ ਨਾ ਗੱਲ। ਸਟਾਰ ਚੱਕ ਵਰਗਿਆਂ ਨੇ, ਜਿਨ੍ਹਾਂ ਨੇ ਕਮਿਊਨਿਟੀ ਲਈ ਕੰਮ ਕੀਤਾ ਤੇ ਕਮਿਊਨਿਟੀ ਲਈ ਕੰਮ ਕਰਦੇ ਦੇਤਾ ਗੇੜਾ ਅਗਲਿਆਂ ਨੇ। ਇਹ ਵੱਡੀਆਂ ਗੱਲਾਂ ਨੇ। ਕਮਿਊਨਿਟੀ ਨੂੰ ਸਰਵ ਕਰੋ, ਆਪਣੇ ਵੱਲੋਂ ਕੋਸ਼ਿਸ਼ ਕਰੋ
ਤੇ ਗੰਦੀ ਰਾਜਨੀਤੀ ਨਾ ਕਰੋ। ਮੈਂ ਬੇਨਤੀ ਕਰਦਾ, ਤੁਹਾਡਾ ਨਾਂ ਵਿਗੜਦਾ ਜਾਂਦਾ ਵਿਕਟੋਰੀਆ ਤੇ ਓਟਵਾ ਦੇ ਵਿੱਚ ਜਿਹੜੇ ਕਰ ਰਹੇ ਨੇ। ਇਸ ਚੀਜ਼ ਦਾ ਖਾਸ ਖਿਆਲ ਰੱਖੋ। ਇਹ ਔਰ ਕਿਸੇ ਦੇ ਮਨ ਦੇ ਵਿੱਚ ਇਹ ਭਾਵਨਾ ਵੀ ਮੈਂ MLA MP ਬਣ ਕੇ ਬਹੁਤ ਕੁਝ ਕਰ ਲੂੰ, ਐਡੀ ਵੱਡੀ ਗੱਲ ਨਹੀਂ। ਤੁਸੀਂ ਬਿਨਾਂ ਇਸ ਦਫ਼ਤਰ ਤੋਂ ਵੀ ਕਰੋ ਕਮਿਊਨਿਟੀ ਦਾ ਜੇ ਕੰਮ ਕਰ ਸਕਦੇ ਹੋ। ਤੁਹਾਨੂੰ 20-50 ਫੋਨ ਆਉਣ ਦਿਹਾੜੀ 'ਚ ਮੇਰਾ ਆਹ ਕੰਮ ਆ, ਇਹ ਕੰਮ ਆ, ਤੁਸੀਂ MLA ਤੇ MP ਹੋਈ ਹੋ। ਜੇ ਤੁਹਾਨੂੰ ਕੋਈ ਪੁੱਛਦਾ ਹੀ ਨਹੀਂ MLA MP ਬਣਨ ਤੋਂ ਬਾਅਦ ਸਟੈਂਪ ਲੈ ਕੇ ਤੁਰੇ ਫਿਰਦੇ ਹੋ ਤਾਂ ਉਹਨੂੰ ਕੀ ਕਰੋਗੇ ਤੁਸੀਂ? ਸੋ ਇਹ ਇਲੈਕਸ਼ਨ ਜਿਹੜੀ ਹੈ ਹੋਈ ਹੈ ਤੇ ਇੱਕ ਵੱਡਾ ਡਿਸੀਜ਼ਨ ਜਿਹੜਾ ਲੋਕਾਂ ਨੇ ਦਿੱਤਾ। ਮੁੱਖ ਮੰਤਰੀ ਬਣ ਜਾ ਰਹੇ ਜੌਨ ਹੌਰਗਨ ਨੇ ਬਹੁਤ ਵੱਡਾ ਇੱਕ ਗੈਂਬਲ ਉਹਨਾਂ ਨੇ ਖੇਲਿਆ ਸੀ ਪੈਨਾਡੈਮਿਕਸ ਦੇ ਵਿੱਚ, ਵੀ ਰੇਟਿੰਗ ਉੱਪਰ ਹੈ, ਸਰਵ ਕਰਨ ਦੀ ਗੱਲ। ਦੂਜੀ ਵਾਰ ਉਹ ਸਰਕਾਰ ਬਣਾ ਰਹੇ ਨੇ ਤੇ ਸਰਕਾਰ 2 ਵਾਰ ਬਣਨੀ ਚਾਹੀਦੀ ਹੈ ਤੇ ਕੰਮ ਕੁਛ ਕਰਾਉਣੇ ਨੇ। ਹੁਣ ਸਰੀ ਦੇ ਕੰਮ ਜਿਹੜੇ ਵਾਅਦੇ ਕੀਤੇ ਆ ਆਉਣ ਵਾਲੇ 4 ਸਾਲਾਂ 'ਚ ਉਹਨਾਂ ਤੇ ਡਟ ਕੇ ਪਹਿਰਾ ਦੇਵਾਂਗੇ। ਜਿਹੜੇ ਜਿੱਤੇ ਹੋਏ MLA ਮਿਨਿਸਟਰ ਬਣਨ, ਉਹ ਸਮਾਂ ਦੱਸੇਗਾ ਉਹਨਾਂ ਨੂੰ ਕਹਿਣਾ ਵੀ ਆਹ ਗੱਲਾਂ ਕੀਤੀਆਂ ਨੇ, ਹੋਣੀਆਂ ਨੇ। ਹੁਣ ਇਹ ਟਨਲ ਦੀ, ਇਹ ਹਸਪਤਾਲ ਦੀ, ਇਹ ਸਾਊਥ ਏਸ਼ੀਅਨ ਮਿਊਜ਼ੀਅਮ ਦੀ ਗੱਲ, ਉਸ ਤੋਂ ਬਾਅਦ ਪਟੋਲੋ ਬ੍ਰਿਜ ਦੀ ਗੱਲ, ਇਨਫਰਾਸਟਰਕਚਰ ਦੀ ਸਰੀਆਂ ਦੀ ਗੱਲ, ਨਿਊਟਨ ਦੇ ਵਿੱਚ ਟੁੱਟੀਆਂ ਹੋਈਆਂ ਸੜਕਾਂ ਦੀ ਗੱਲ, ਇਹ ਸਭ ਕੁਛ ਆਉਣ ਵਾਲੇ ਸਮੇਂ 'ਚ ਹੋਣਾ ਚਾਹੀਦਾ। ਤੇ ਜੌਨ ਹੌਰਗਨ ਹਲੇ, ਪਰ ਜਿੱਥੇ ਮਾਰਜਨ ਘੱਟ ਹੈ ਉੱਥੇ ਮੇਲ ਇਨ ਬੈਲਟ ਗਿਣਨ ਵਾਲੇ ਬਹੁਤ ਨੇ। ਹਲੇ ਬਾਹਲਾ ਇੱਕ ਲੱਤ ਤੇ ਨੱਚਿਓ ਨਾ, ਪਤਾ ਨਹੀਂ ਕਿੱਧਰ ਨੂੰ ਘੁੱਗੀ ਘੈਂ ਹੋ ਜਾਣੀ ਹੈ। ਦੁਨੀਆ ਦੇ ਝਰੋਖੇ ਦੇ ਵਿੱਚੋਂ ਕੁਝ ਖਬਰਾਂ ਤੁਹਾਨੂੰ ਸੁਣਾਵਾਂ। ਅਮਰੀਕਾ ਦੇ ਵਿੱਚ ਵੋਟਾਂ 3 ਨਵੰਬਰ ਨੂੰ ਪੈਣੀਆਂ ਤੇ 2 ਨਵੰਬਰ ਨੂੰ ਇੱਕ ਐਸਟਰੋਇਡ ਬਹੁਤ ਵੱਡਾ ਨਹੀਂ, 6.5 ਫੁੱਟ ਦਾ ਫਰਿੱਜ ਜਿੱਡਾ, ਉਹਨੇ ਧਰਤੀ ਦੇ ਨੇੜਿਓਂ ਲੰਘਣਾ। ਹੁਣ ਇਹਨੂੰ ਸਮਝੋ ਕਿਵੇਂ ਧਰਤੀ ਦੇ ਨੇੜਿਓਂ ਲੰਘਣਾ। ਸੂਰਜ ਦੇ ਦੁਆਲੇ, ਆਪਣਾ ਸੋਲਰ ਸਿਸਟਮ ਦੇ ਦੁਆਲੇ ਆਪਣਾ ਗ੍ਰਹਿ ਧਰਤੀ ਜਿਹੜੀ ਘੁੰਮ ਰਿਹਾ ਤੇ ਐਸਟਰੋਇਡ ਜਿਨ੍ਹਾਂ ਨੂੰ ਪਲੈਨਟ ਕਹਿ ਦਿੰਦੇ ਆ, ਛੋਟਾ ਮਤਲਬ ਗ੍ਰਹਿ ਆਪਾਂ ਕਹਿ ਦਿੰਦੇ ਆ, ਉਹ ਵੀ ਘੁੰਮ ਰਿਹਾ। ਇਹਦਾ ਨਾਮ ਹੈ ਜਿਹੜਾ 2018 VP1 ਹੈ। ਹੁਣ ਇਹ ਘੁੰਮ ਰਿਹਾ। ਆਪਾਂ ਤਾਂ ਜਿਹੜੇ ਬਾਕੀ ਗ੍ਰਹਿ ਨੇ ਉਹ ਮਿਥੇ ਹੋਏ ਪੰਧ ਤੇ ਘੁੰਮ ਰਹੇ ਨੇ, ਬੰਨੇ ਹੋਏ। ਭੋਰਾ ਫਰਕ ਨਹੀਂ ਪੈਣ ਦਿੰਦਾ ਜਿੱਥੇ ਬੰਨੇ ਹੋਏ ਨੇ, ਪਤਾ ਹੀ ਨਹੀਂ ਕਿਹਨੇ ਬੰਨੇ ਹੋਏ ਨੇ, ਤੇ ਬੰਨੇ ਹੋਏ ਹੀ ਨੇ ਉਸ ਤਰ੍ਹਾਂ ਚੱਲ ਰਹੇ ਨੇ। ਨਹੀਂ ਤਾਂ ਆਪਸ ਵਿੱਚ ਲੱਗ ਕੇ ਸਭ ਕੁਛ ਤਹਿਸ ਨਹਿਸ ਹੋ ਜੂ। ਤੁਸੀਂ ਧਰਤੀ ਤੇ ਹੁਣ ਪੈਰ ਰੱਖ ਕੇ ਆਪਾਂ ਤਾਂ ਐਉਂ ਆ ਵੀ ਸਥਿਰ ਕਾਹਨੂੰ ਹੈ? ਇਹ ਆਪਣੇ ਧੁਰੇ ਦੇ ਆਲੇ ਦੁਆਲੇ ਵੀ ਘੁੰਮ ਰਹੀ ਹੈ ਤੇ ਇਹ ਸੂਰਜ ਦੇ ਦੁਆਲੇ ਵੀ ਘੁੰਮ ਰਹੀ ਹੈ ਤੇ ਹਵਾ 'ਚ ਹੀ ਹੈ ਸਾਰਾ ਕੁਛ। ਜੇ ਸੋਲਰ ਸਿਸਟਮ ਨੂੰ ਦੇਖਦੇ ਹੋ YouTube ਤੇ, ਮੁੜ ਕੇ ਨੀਂਦ ਨਹੀਂ ਆਉਂਦੀ ਰਾਤ ਨੂੰ ਵੀ ਯਾਰ ਇਹ ਤਾਂ ਬੰਨਣਗਿਰੀ ਹੈ ਹੀ ਨਹੀਂ ਕੋਈ। ਇਹ ਕਿਵੇਂ ਚੱਲਦਾ ਹੈ ਕੰਮ? ਗ੍ਰਹਿ ਵੀ ਘੁੰਮ ਰਿਹਾ, ਸੂਰਜ ਦੇ ਆਲੇ ਦੁਆਲੇ ਵੀ ਘੁੰਮ ਰਿਹਾ। ਐਸਟਰੋਇਡ ਜਿਹੜਾ ਇਹ ਧੂਮਕੇਤੂ ਜਿਹਨੂੰ ਕਹਿੰਦੇ ਨੇ, ਇਹ ਵੀ ਘੁੰਮ ਰਿਹਾ। ਪਰ 2 ਨਵੰਬਰ ਨੂੰ ਇਹਨਾਂ ਨੇ ਇਹਨੇ ਕ੍ਰਾਸ ਕਰਨਾ ਧਰਤੀ ਦੇ ਆਪਣੇ ਪੰਧ ਨੂੰ। ਇੱਕ ਬੰਨੇ ਲੰਬਾ ਜਾਂਦਾ, ਇੱਕ ਬੰਨੇ ਛੋਟਾ ਜਾਂਦਾ। 40,000 ਕਿਲੋਮੀਟਰ ਪਰ ਘੰਟੇ ਦੀ ਤੀਬਰਤਾ ਨਾਲ ਘੁੰਮ ਰਿਹਾ ਤੇ ਇਹਨੇ 2 ਨਵੰਬਰ ਨੂੰ ਧਰਤੀ ਦੇ ਨਾਲ ਦੀ ਲੰਘਣਾ। ਧਰਤੀ 'ਚ ਲੱਗ ਵੀ ਸਕਦਾ, ਧਰਤੀ ਤੋਂ ਇਹ ਕੋਲ ਦੀ ਖਹਿ ਕੇ ਲੰਘ ਵੀ ਸਕਦਾ। ਇਹ ਐਸਟਰੋਇਡ ਆਉਂਦੇ ਰਹਿੰਦੇ ਨੇ। ਇਹ ਇੰਪੈਕਟ ਕੀ ਕਰ ਸਕਦੇ ਨੇ? ਇਹ ਇੰਪੈਕਟ ਇਹੀ ਕਰ ਸਕਦੇ ਨੇ ਜੇ ਵੱਡੇ ਹੋਣ ਤਾਂ ਧਰਤੀ 'ਤੇ ਜਦ ਇਹਨਾਂ ਨੇ ਡਿੱਗਣਾ ਤਾਂ ਧਰਤੀ ਦੀ ਧੂੜ ਇੰਨੀ ਵਾਯੂਮੰਡਲ ਦੇ ਵਿੱਚ ਚਲੇ ਜਾਏਗੀ ਕਿ ਸੂਰਜ ਦੀ ਜਿਹੜੀ ਗਰਮੈਸ਼ ਆ ਉਹ ਨਹੀਂ ਪਹੁੰਚਦੀ ਤੇ ਬਹੁਤ ਕੁਝ ਧਰਤੀ 'ਤੇ ਮਰ ਸਕਦਾ। ਜਿਹੜੀ ਸਨੈਪ ਕੋਲਡ ਵੀ ਜਿਹਨੂੰ ਕਹਿੰਦੇ ਨੇ, ਬਹੁਤ ਜਿਹੜੀਆਂ ਆਉਣ ਵਾਲੀਆਂ ਮੂਵੀਆਂ ਬਣੀਆਂ ਨੇ ਹਾਲੀਵੁੱਡ ਦੀਆਂ, ਉਹਦੇ 'ਚ ਦਿਖਾਇਆ ਹੋਇਆ ਵੀ ਕੀ ਹੋ ਸਕਦਾ। ਤੇ ਪਰ ਇਹ ਛੋਟਾ, ਵੱਡੇ ਵੀ ਨੇ। ਸੋ ਇਹ 2 ਨਵੰਬਰ ਨੂੰ ਇਹਨੇ ਧਰਤੀ ਦੇ ਕੋਲ ਦੀ ਲੰਘਣਾ। ਧਰਤੀ ਨਾਲ ਲੱਗ ਵੀ ਸਕਦਾ, ਕਿਹੜੇ ਖਿੱਤੇ 'ਚ ਲੱਗ ਸਕਦਾ। ਥੋੜ੍ਹਾ ਜਿਹਾ ਬੜਾ ਹੋਵੇ ਤਾਂ ਬਣਿਆ ਬਣਾਇਆ ਕੋਈ ਸ਼ਹਿਰ ਵੀ ਖਤਮ ਕਰ ਸਕਦਾ। ਪਰ ਇਹ 6.5 ਫੁੱਟ ਦਾ। ਤੇ 3 ਨਵੰਬਰ ਨੂੰ ਸਰਪੰਚ ਦੀ ਹੈਗੀ ਚੋਣ, ਦੂਜੇ ਦਿਨ ਘੜਿੱਚ, ਦੂਜੇ ਦਿਨ ਫੇਰ ਹੋਣੀ ਹੈ ਸਰਪੰਚ। ਉਹਨਾਂ ਦੀ ਚੋਣ ਦੇ ਵਿੱਚ 538 ਇਲੈਕਟੋਰਲ ਕਾਲਜਸ ਨੇ। ਇਲੈਕਟੋਰਲ ਕਾਲਜਸ ਕੀ ਨੇ? ਹਰ ਸਟੇਟ ਨੂੰ ਮਿਲੇ ਹੋਏ ਨੇ, ਸਟੇਟ ਦੀ ਆਬਾਦੀ ਦੇ ਲਈ। ਜਿਵੇਂ ਹਰ ਸਟੇਟ ਲਈ 2 ਸੈਨੇਟਰ ਨੇ, 2 ਉਹ ਤੋਂ ਬਾਅਦ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ। ਉਹਦੀ ਗਿਣਤੀ ਦੇ ਮੁਤਾਬਕ ਜਿੱਦਣ ਵੋਟਾਂ ਪੈਂਦੀਆਂ ਨੇ
ਲੋਕ ਜਦ ਵੋਟਾਂ ਜਿਹੜੀ ਪਾਰਟੀ ਨੂੰ ਦੋਨੇ ਪ੍ਰੈਜ਼ੀਡੈਂਟਾਂ ਨੂੰ ਪਾ ਰਹੇ ਨੇ ਉਹ ਵੋਟਾਂ ਪ੍ਰੈਜ਼ੀਡੈਂਟ ਨੂੰ ਪਾ ਰਹੇ ਨੇ, ਪਰ ਉਸੇ ਸਮੇਂ ਇਲੈਕਟੋਰਲ ਕਾਲਜ ਜਿਹੜੇ ਨੇ ਉਹ ਗਿਣੇ ਨੂੰ ਵੀ ਵੋਟਾਂ ਪੈ ਰਹੀਆਂ ਨੇ। ਟੋਟਲ ਵੋਟਾਂ ਦੀ ਗਿਣਤੀ ਦੇ ਵਿੱਚੋਂ ਹਰ ਸੂਬੇ ਦੇ ਵਿੱਚ ਇਲੈਕਟੋਰਲ ਕਾਲਜ ਨੂੰ ਪਾਉਣ ਦੇ ਲਈ ਇਲੈਕਟੋਰਲ ਜਿਹੜੇ ਨੇ ਉਹਨਾਂ ਨੂੰ ਚੁਣਦੇ ਨੇ। ਇਲੈਕਟਰਸ ਜਿਹੜੇ ਨੇ, ਮੰਨ ਲਓ ਬਈ ਇੱਕ ਨਾਲ ਦੇ ਵਾਸ਼ਿੰਗਟਨ ਸੂਬੇ ਦੇ ਵਿੱਚ ਇਲੈਕਟਰਸ ਨੇ ਜਿਹੜੇ ਉਹ 30 ਨੇ। 30 ਦੇ ਵਿੱਚੋਂ ਜਿਹੜੇ ਰਾਸ਼ਟਰਪਤੀ ਨੂੰ ਵੋਟਾਂ ਪੈਣੀਆਂ ਨੇ ਉਹਦੇ ਇਲੈਕਟਰਸ ਚੁਣੇ ਜਾਣੇ ਨੇ। ਫਿਰ ਇਹ 1 ਮਹੀਨੇ ਬਾਅਦ ਇਹ 538 ਜਿਹੜੇ ਇਲੈਕਟੋਰਲ ਕਾਲਜ ਨੇ ਉਹ ਇਲੈਕਟਰਸ ਹੀ ਨੇ, ਉਹ ਕਾਲਜ ਕਿਹਾ ਜਾਂਦਾ ਬੰਦੇ ਨੇ। ਇਹ 538 ਬੰਦੇ ਜਾ ਕੇ ਦੁਬਾਰਾ ਫੇਰ ਵੋਟਾਂ ਪਾਉਂਦੇ ਨੇ। ਬਹੁਤ ਰੇਅਰ ਚਾਂਸ ਆ ਵੀ ਇੱਕ ਪਾਰਟੀ 'ਚੋਂ ਚੁਣੇ ਹੋਏ ਅਨਫੇਥਫੁਲ ਹੋ ਜਾਣ ਤੇ ਦੂਜੀ ਪਾਰਟੀ ਦੇ ਪ੍ਰੈਜ਼ੀਡੈਂਟ ਨੂੰ ਪਾ ਦੇਣ। ਇਹ ਨਹੀਂ ਹੁੰਦਾ, ਬਹੁਤ ਔਖਾ ਹੁੰਦਾ। ਮਤਲਬ ਜਿਹੜਾ ਵੋਟਾਂ ਵਾਲੇ ਦਿਨ ਜਿੱਤ ਗਿਆ ਬੰਦਾ ਅਖੀਰ ਉਹੀ ਵਿਕਟਰੀ ਸਪੀਚ ਤਾਂ ਦੇ ਦਿੰਦਾ ਜਾਂ 538 ਚੋਂ 270 ਜਿਹੜਾ ਲੈ ਗਿਆ, ਪਰ ਮੋਹਰ ਅਸਲ ਮਹੀਨੇ ਬਾਅਦ ਲੱਗਦੀ ਹੈ ਤੇ ਜਨਵਰੀ ਦੇ ਫਸਟ ਵੀਕ ਓਵਲ ਆਫਿਸ ਦੇ ਵਿੱਚ ਦੇਸ਼ ਦੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਬੰਦਾ ਜਾ ਕੇ ਬਹਿੰਦਾ। 1787 'ਚ ਫਿਲਾਡੈਲਫੀਆ ਦੇ ਵਿੱਚ ਇਹ ਚੀਜ਼ ਸ਼ੁਰੂ ਹੋਈ ਸੀ ਇਲੈਕਟੋਰਲ ਕਾਲਜ ਦੀ, ਤੇ ਇਹ ਇੱਕ ਬਹੁਤ ਟਿਪੀਕਲ ਸਿਸਟਮ ਹੈ। ਬਹੁਤ ਸੂਬਿਆਂ ਦੇ ਵਿੱਚ ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਵੀ ਵੋਟ ਨਾਲ ਪੈਂਦੀਆਂ ਨੇ, ਸੈਨੇਟਰਸ ਦੀਆਂ ਵੀ ਪੈਂਦੀਆਂ ਨੇ, ਤੇ 2 ਸਾਲ ਬਾਅਦ ਫੇਰ ਵੋਟਾਂ ਪੈਂਦੀਆਂ ਨੇ, 4 ਸਾਲ ਬਾਅਦ ਫੇਰ ਪੈਂਦੀਆਂ ਨੇ। ਇਸ ਤਰ੍ਹਾਂ ਵੋਟਾਂ ਸੂਬੇ ਦੇ ਇਹਦੇ 'ਚ ਆਪਣੇ ਅਮਰੀਕਾ 'ਚ ਪੈਂਦੀਆਂ ਨੇ। ਸੋ 538 ਟੋਟਲ ਇਲੈਕਟੋਰਲ ਕਾਲਜ ਨੇ, ਉਹ 'ਚ 217 ਦੇ ਨਾਲ ਪ੍ਰੈਜ਼ੀਡੈਂਟ ਬਣਨਾ ਹੈ। ਵੋਟਾਂ ਵਾਲੇ ਦਿਨ ਲੋਕ ਜਿਹੜੀ ਪਾਰਟੀ ਨੂੰ ਬਾਈਡਨ ਜਾਂ ਟਰੰਪ ਨੂੰ ਵੋਟਾਂ ਪੈਣਗੇ ਉਹਦੇ ਨਾਲ ਸਿੱਧੀ ਤਰੀਕੇ ਨਾਲ ਜਿੱਤਦਾ ਤਾਂ ਹੈ, ਪਰ ਉਹ ਨਾਲ ਇਲੈਕਟਰਸ ਵੀ ਚੁਣੇ ਜਾਂਦੇ ਨੇ ਹਰ ਸੂਬੇ 'ਚੋਂ। ਇਲੈਕਟਰਸ 1 ਮਹੀਨੇ ਬਾਅਦ ਜਾ ਕੇ ਫਾਈਨਲ ਫੇਰ ਵੋਟ ਪਾਉਂਦੇ ਨੇ ਰਾਸ਼ਟਰਪਤੀ ਨੂੰ। ਇਹ ਗੱਲ ਚੱਲਦੀ ਆ ਪੰਜਾਬ ਸਟਾਈਲ ਵਾਂਗੂ ਬਈ ਜੇ ਇਲੈਕਟਰਸ ਹੋਣ ਟਰੰਪ ਦੇ ਤੇ ਵੋਟਾਂ ਬਾਈਡਨ ਨੂੰ ਪਾ ਦੇਣਗੇ, ਬਹੁਤ ਰੇਅਰ ਚਾਂਸ ਨੇ, ਨਹੀਂ ਪਾਉਂਦੇ। ਸੋ ਇਹ ਹੋ ਰਿਹਾ ਦੁਨੀਆ ਦੇ ਝਰੋਖੇ 'ਚੋਂ। ਤੁਰਕੀ ਦਾ ਰਾਸ਼ਟਰਪਤੀ ਐਰਡੋਆਨ ਜਿਹੜਾ ਪਾਵਰ ਦੇ ਉੱਪਰ ਰਹਿਣ ਲਈ ਉਸਨੇ ਹੁਣ ਕੀ ਕੀਤਾ ਹੈ, ਫਰੈਂਚ ਗੁਡਸ ਦਾ ਜਿਹੜਾ ਅੰਕਾਰਾ ਤੇ ਪੈਰਿਸ ਦੀ ਰਿਫਟ ਆ ਜਿਹੜੀ, ਉਹ ਕਹਿੰਦਾ ਫਰਾਂਸ ਦੇ ਸਮਾਨਾਂ ਦਾ ਬਿਲਕੁਲ ਸਮਾਨ ਬਾਈਕਾਟ ਕਰਨਾ ਜਾਣਾ। ਲਿਬੀਆ ਦੇ ਚੱਕਰ 'ਚ ਵੀ ਫਸ ਰਿਹਾ ਫਰਾਂਸ ਉਹਦੇ ਨਾਲ, ਤੇ ਨਾਲ ਗਰੀਸ ਵਾਲੇ ਚੱਕਰ ਦੇ ਵਿੱਚ ਵੀ ਭੂਮੱਧ ਸਾਗਰ ਦੇ ਵਿੱਚੋਂ ਤੇਲ ਤੇ ਗੈਸ ਕੱਢਣ ਦੇ ਲਈ ਜਿਹੜਾ ਰੇੜਕਾ ਪਿਆ ਹੈ। ਥੋੜ੍ਹਾ ਏਰੀਆ ਪਾਣੀ ਦਾ ਜਿਹੜਾ ਤੁਰਕੀ ਦਾ, ਵੱਡਾ ਏਰੀਆ ਉਹ 'ਚੋਂ ਹੈਗਾ ਗਰੀਸ ਦਾ, ਤੇ ਨਾਲ ਲਿਬੀਆ ਦਾ ਤੱਟ ਲੱਗਦਾ। ਲਿਬੀਆ 'ਚ ਤੁਰਕੀ ਕੰਮ ਕਰ ਰਹੀ ਹੈ। ਹੁਣ ਲਿਬੀਆ ਦੇ ਸਨ 'ਚ ਸਿੱਧਾ ਜਿਹੜਾ ਲਾਈਨਾਂ ਬਾਈ ਬੈਠਾ ਐਰਡੋਆਨ, ਤੇ ਆਪਣਾ ਸ਼ਿਪ ਭੇਜੀ ਬੈਠਾ, ਨਾਲ ਨਵਲ ਸ਼ਿਪ ਨੇ, ਤੇ ਉਹਦੇ 'ਚੋਂ ਗੈਸ ਤੇ ਓਇਲ ਲੱਭਦਾ ਫਿਰਦਾ। ਉਹਦੇ ਲਈ ਫਰਾਂਸ ਦੇ ਨਾਲ ਫਸ ਗਈ, ਤੇ ਫਰਾਂਸ ਦੇ ਸਮਾਨ ਦਾ ਉਹ ਕਹਿੰਦਾ ਵੀ ਬਿਲਕੁਲ ਬਾਈਕਾਟ। ਲੀਰਾ ਉਹਦਾ ਲੋ ਹੋ ਗਿਆ ਹੋਰ, ਤੇ ਅੱਜ ਸੋਮਵਾਰ ਨੂੰ ਬੜੀ ਔਖੇ ਸਮੇਂ 'ਚੋਂ ਲੰਘ ਰਿਹਾ। ਹੁਣ ਇਹਦੇ ਵਿੱਚ ਕੀ ਕਰਦੇ ਨੇ, ਉਹਦੇ 'ਚ ਕਰਦਾ ਕੀ ਨੇ, ਦੇਸ਼ ਦੀ ਆਰਥਿਕਤਾ ਜਦ ਡਾਵਾਂਡੋਲ ਹੁੰਦੀ ਆ, ਦੇਸ਼ ਨੂੰ ਇਸ ਜਗ੍ਹਾ ਤੇ ਲੈ ਆਉਂਦੇ ਨੇ ਕਿ ਦੇਸ਼ ਦੀ ਅਖੰਡਤਾ ਨੂੰ ਖਤਰਾ ਹੈ ਬਸ। ਸੋ ਇਹ ਐਰਡੋਆਨ ਕਰ ਰਿਹਾ। ਉਧਰ ਵਿਦੇਸ਼ ਮੰਤਰੀ ਅਮਰੀਕਾ ਦਾ ਮਾਈਕ ਪੰਪੀਓ ਭਾਰਤ ਦੇ ਵਿੱਚ ਹੈ। 5 ਦਿਨ ਦਾ ਉਹਦਾ ਏਸ਼ੀਆ ਦਾ ਟ੍ਰਿਪ ਹੈ, ਤੇ ਤਾਂ ਸੈਕਟਰੀ ਆਫ ਸਟੇਟ ਜਿਹੜਾ 5 ਦਿਨ ਦੀ ਵਿਜ਼ਿਟ ਤੋਂ ਬਾਅਦ ਪਹੁੰਚਿਆ ਭਾਰਤ। ਚਾਈਨਾ ਦੇ ਥ੍ਰੈਟ ਦੀ ਗੱਲ ਇਹ ਤੇ ਹੋ ਰਹੀ ਹੈ। ਪਹਿਲੇ ਦਿਨ ਇਹ ਇੱਥੇ ਪਹੁੰਚਿਆ, ਅੱਗੇ ਇਹਨੇ ਜਾਣਾ। ਫੋਰਨ ਮਿਨਿਸਟਰ ਸੁਬਰਾਮਨੀਅਮ ਜੈ ਸ਼ੰਕਰ ਨੂੰ ਅੱਜ ਉਹਨਾਂ ਨੇ ਮਿਲਣਾ, ਤੇ ਉਸ ਤੋਂ ਬਾਅਦ ਫਿਰ ਕੱਲ੍ਹ ਨੂੰ US ਸੈਕਟਰੀ ਨੇ ਆਫ ਡਿਫੈਂਸ ਮਾਰਕ ਐਸਪਰ ਵੀ ਗਿਆ ਹੋਇਆ, ਉਹਨੇ ਜੁਆਇੰਟ ਸਮਿਟ ਕਰਨੀ ਆ ਜੈ ਸ਼ੰਕਰ ਦੇ ਨਾਲ, ਤੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ। ਤੇ ਫਿਰ ਪੰਪੀਓ ਤੇ ਐਸਪਰ ਨੇ ਗੱਲਬਾਤ ਫੋਨ ਤੇ ਕਰਨੀ ਹੈ ਨਰਿੰਦਰ ਮੋਦੀ ਨਾਲ, ਪ੍ਰਧਾਨ ਮੰਤਰੀ ਨਾਲ। ਸੋ ਇਹ ਮਿਲਟਰੀ ਦਾ ਜਿਹੜਾ ਲਦਾਖ ਦਾ ਇਸ਼ੂ ਹੈ ਉਹਦੇ ਵਿੱਚ ਇਹ ਵਿਜ਼ਿਟ, ਤੇ ਕਿਉਂਕਿ ਏਸ਼ੀਆ ਬਹੁਤ ਜ਼ਰੂਰੀ ਹੈ ਅਮਰੀਕਾ ਦੇ ਲਈ, ਏਸ਼ੀਆ ਨੂੰ ਰੱਖਣ ਦੇ ਲਈ ਅਮਰੀਕਾ ਹੁਣ
ਜਿਹੜੀ ਉਹ ਭਾਰਤ ਤੇ ਡੋਰੇ ਪਾਏ ਹੋਏ ਨੇ। ਭਾਰਤ ਕਦੇ ਰੂਸ ਦੇ ਨੇੜੇ ਰਿਹਾ। ਸੋ ਪੰਜਾਬ ਦੇ ਇਹ ਹਾਲਾਤ ਨੇ ਜਿਹੜੇ ਪੰਜਾਬ ਦੇ, ਇਹ 60ਵਿਆਂ 'ਚ ਗ੍ਰੀਨ ਰੈਵੋਲੂਸ਼ਨ ਦੇ ਵੇਲੇ ਭਾਰਤ ਹੈ ਤਾਂ ਰੂਸ ਦੇ ਨੇੜੇ ਸੀ, ਪਰ ਲੱਖ ਟਨ ਜਿਹੜੀ ਕਣਕ ਲੈਂਦਾ ਸੀ ਅਮਰੀਕਾ ਤੋਂ। ਅਮਰੀਕਾ ਕਹਿੰਦੇ ਤੁਸੀਂ ਇੱਥੇ ਉਗਾ ਲਓ। ਉਗਾਉਣੀ ਪਈ ਜਦ ਲੜਾਈਆਂ 60 ਤੋਂ ਬਾਅਦ ਹੋਣ ਲੱਗੀਆਂ, ਬਾਰਡਰ ਜਿਹੜੇ ਨੇ ਉਹ ਬੰਦ ਹੋਣ ਲੱਗੇ, ਤਾਂ ਪੰਜਾਬ ਨੂੰ ਝੋਕਤਾ। ਉਹਦੇ 'ਚ ਅਲੱਗ-ਅਲੱਗ ਮੁੱਦੇ ਸੀ। ਅਮਰੀਕਾ ਦਾ ਆਪਣਾ ਮੁੱਦਾ ਸੀ ਕਿ ਮੈਂ ਇਹ ਜਿਹੜੇ ਰੂਸ ਦੇ ਨੇੜੇ ਨੇ, ਕਿਤੇ ਇਹ ਲੈਫਟਿਸਟ ਮੂਵਮੈਂਟ ਇੱਥੋਂ ਨਾ ਤੁਰ ਪਵੇ, ਗਰੀਬੀ ਨਾ ਜਿਹੜੀ ਅਨਾਜ ਇਹਨਾਂ ਨੂੰ ਦੇ ਦੇਵਾਂ, ਅਤੇ ਇੱਥੇ ਮੈਂ ਕੈਪੀਟਲਿਸਟ ਵਰਲਡ ਦਾ ਆਗਾਜ਼ ਕਰਾਂ, ਮੇਰੀ ਟੈਕਨੋਲੋਜੀ ਇੱਥੇ ਜਾਵੇ। ਭਾਰਤ ਨੂੰ ਇਹ ਸੀ ਵੀ ਇਹਨਾਂ 'ਤੇ ਕਰੋ, ਇਹ ਹਰ ਤੀਜੇ ਦਿਨ ਅੱਖ 'ਚ ਰੜਕਦੇ ਨੇ ਅਤੇ ਇਹਨਾਂ ਨੂੰ ਲੱਕੋਂ ਲਾਓ। ਤਾਂ ਫਿਰ ਉਹ ਗ੍ਰੀਨ ਰੈਵੋਲੂਸ਼ਨ ਤੋਂ ਸ਼ੁਰੂ ਹੋਈ ਅਜਾੜੇ ਦੀ ਦਾਸਤਾਂ ਅੱਜ ਤੱਕ। ਗ੍ਰੀਨ ਰੈਵੋਲੂਸ਼ਨ ਨੇ ਉਗਾਉਣਾ ਵੱਧ ਕਰ ਦਿੱਤਾ, ਖਰਚੇ ਵੱਧ ਗਏ, ਲੋਕ ਐਸ਼ੋ ਇਸ਼ਰਤ 'ਚ ਪੈ ਗਏ, ਘਰਾਂ ਦੇ ਕੱਚੇ ਘਰਾਂ ਦੀ ਕੋਠੀਆਂ ਦੀ ਸ਼ਕਲ ਲੈ ਲਈ, ਕਰਜ਼ਾ ਸ਼ੁਰੂ ਹੋ ਗਿਆ 1975 ਤੋਂ ਬਾਅਦ। ਕਰਜ਼ੇ ਦੀ ਪੂਰਤੀ ਨਾ ਹੁੰਦੀ ਖੁਦਕਸ਼ੀਆਂ ਹੋ ਗਈਆਂ, ਕੁਛ ਮਾਈਗ੍ਰੇਟ ਕਰ ਗਏ। ਪਾਣੀ ਪੰਜਾਬ ਦਾ 1949 ਤੋਂ ਹੀ ਸ਼ੁਰੂ ਕਰ ਦਿੱਤਾ, 18 ਹਜ਼ਾਰ ਕਿਊਸਿਕ ਦੀਆਂ ਨਹਿਰਾਂ ਜਿਹੜੀਆਂ ਫਿਰੋਜ਼ਪੁਰ ਹੈੱਡ ਵਰਕਸ ਤੋਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ। ਬਹੁਤ ਲੰਬੀ ਪਲੈਨਿੰਗ ਜਿੱਥੇ ਅੱਜ ਖੜ੍ਹਾ ਹੈ, ਪਰ ਹਾਲੇ ਵੀ ਸਿੱਖ ਤੋਂ, ਪੰਜਾਬ ਤੋਂ, ਸੈਂਟਰ ਦੇ ਮਨ ਦੇ ਵਿੱਚ ਡਰ ਹੈ ਕਿ ਇਹਨਾਂ ਦਾ ਪਤਾ ਨਹੀਂ ਇਹਨਾਂ ਨੇ ਕਦ ਪੈਂਤਰਾ ਲੈ ਲੈਣਾ, ਕਿ ਉਹ 75 ਦੀ ਉਹਨਾਂ ਨੂੰ ਐਮਰਜੈਂਸੀ ਪਤਾ ਹੈ। ਅਮਰੀਕਾ ਦੇ ਆਪਣੇ ਇੰਟਰਸਟ ਸੀ, ਹੋਰ ਅਮਰੀਕਾ ਦਾ ਕੋਈ ਇੰਟਰਸਟ ਨਹੀਂ ਸੀ। ਅਮਰੀਕਾ ਰਸ਼ੀਆ ਦਾ ਗਲਬਾ ਲਾਉਣਾ ਚਾਹੁੰਦਾ ਸੀ, ਇਵੈਂਚੁਅਲੀ ਉਹਨੇ ਲਾ ਦਿੱਤਾ। ਹੁਣ ਫਰੈਂਡ ਕਹਿੰਦੇ ਨੇ ਮੋਦੀ ਅਤੇ ਟਰੰਪ ਇੱਕ ਦੂਜੇ ਨੂੰ, ਮਾਈ ਫਰੈਂਡ। ਮੋਦੀ ਉਹਨੂੰ ਕਹਿੰਦੇ ਆ, ਟਰੰਪ ਹਲੇ ਘੱਟ ਕਹਿੰਦਾ। 9:56 ਹੋਇਆ। ਖਬਰਾਂ ਅਗਲੇ ਹਿੱਸੇ 'ਚ। ਖਬਰਾਂ ਤੋਂ ਬਾਅਦ ਮੈਂ ਗੱਲਬਾਤ ਕਰਨੀ ਹੈ ਖਾਸ ਤੌਰ 'ਤੇ ਸਰੀ 'ਚ, ਹੋਰ ਵੀ ਕਿਤੇ ਜਿਹੜੇ ਘਰਾਂ 'ਚੋਂ ਚੱਲਦੇ ਵਪਾਰ ਨੇ, ਜਿਹੜੇ ਘਰਾਂ 'ਚੋਂ ਚੱਲਦੇ ਵਪਾਰ ਨੇ, ਉਹਨਾਂ ਦੇ ਬਾਰੇ। ਖਾਸ ਤੌਰ 'ਤੇ ਜਿਹੜਾ ਭਵਿੱਖ ਤੁਹਾਡਾ ਦੱਸਣ ਆਉਂਦੇ ਨੇ। ਮੈਂ ਤੁਹਾਨੂੰ ਇੱਕ ਕਾਰਡ ਪੜ੍ਹ ਕੇ ਸੁਣਾਊਂਗਾ। ਉਹ ਕਾਰਡ 'ਤੇ ਕੀ ਕੀ ਲਿਖਿਆ ਹੋਇਆ, ਉਹ ਜਿਹੜਾ $200 $300 ਇਕੱਲੇ ਤੋਂ ਬੰਦੇ ਮਾਂਜ ਦਿੰਦੇ ਆ। ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਜਦ ਆਰਥਿਕ ਤੰਗੀਆਂ ਤੁਰਸ਼ੀਆਂ 'ਚ ਬੰਦਾ ਬੰਨਿਆ ਤੁਰਿਆ ਫਿਰਦਾ, ਤਾਂ ਉਹਨੂੰ ਇਹ ਚੀਜ਼ ਜਿਹੜੀ ਹੈ ਉਹ ਤੰਗ ਕਰ ਰਹੀ ਹੈ। ਤਾਂ ਉਹ ਫਿਰ ਆਰਥਿਕ ਮੁਸ਼ਕਲਾਂ, ਸਮਾਜਿਕ ਘਰ ਦੀਆਂ ਮੁਸ਼ਕਲਾਂ ਦਾ ਹੱਲ ਲੈਣ ਲਈ ਇਹਨਾਂ ਦੇ ਕੋਲ ਫਸ ਜਾਂਦਾ। ਇਹਨਾਂ ਦੀ ਗੱਲ ਜਾਂ ਹੋਰ ਵੀ ਜਿਹੜੇ ਨੇ, ਹੋਰ ਜਿਹੜੇ ਜੇ ਮੈਂ ਕਹਾਂ ਕੋਈ ਵੀ ਬਿਜ਼ਨਸ ਆ, ਦੇਖੋ ਇਹ ਲੱਗੂ ਔਖਾ ਜਿਹਦਾ ਚੱਲਦਾ ਤੋਰੀ ਫੁਲਕਾ, ਪਰ ਇੱਕ ਸਿਸਟਮ ਹੈ ਬਿਜ਼ਨਸ ਦਾ। ਬਿਜ਼ਨਸ ਲਾਇਸੈਂਸ, ਜਗ੍ਹਾ ਰੈਂਟ ਕਰਨੀ ਹੈ, ਉਹਨੇ ਬਾਅਦ ਦੁਨੀਆ ਤੋਂ ਸਮਾਨ ਲੈ ਕੇ ਆਉਣਾ, ਫਿਰ ਉਸਨੇ ਵੇਚਣਾ ਹੈ, 5-7 ਬੰਦਿਆਂ ਨੂੰ ਨੌਕਰੀ ਮਿਲਣੀ ਹੈ, ਉਹ ਘਰ ਚੱਲਣੇ ਨੇ, ਅਤੇ ਲੀਜ਼ ਜਾਣੀ ਹੈ ਕਿਸੇ ਡਿਵੈਲਪਰ ਨੂੰ, ਕਿਸੇ ਬਿਲਡਰ ਨੂੰ। ਪਰ ਉਹ ਸਾਰਾ ਕੱਟ ਕੇ ਗਾਹਕ ਤੱਕ ਚੀਜ਼ ਤਾਂ ਸਸਤੀ ਪਹੁੰਚ ਜੂ, ਇਹ ਵੀ ਨਹੀਂ ਪਤਾ ਵੀ ਪਹੁੰਚਦੀ ਹੈ ਜਾਂ ਨਹੀਂ। ਪਰ ਕੀ ਇਹ ਸਹੀ ਹੈ? ਇਸ 'ਤੇ ਅਗਲੇ ਹਿੱਸੇ 'ਚ ਮੈਂ ਗੱਲਬਾਤ ਕਰਾਂਗਾ। ਨੌਜਵਾਨ ਤਬਕਾ ਵੀ ਚਾਹੁੰਦਾ ਕਿ ਸਾਨੂੰ ਸਾਡਾ ਪਸੰਦੀਦਾ ਗਾਇਕ ਸੁਣਾਇਆ ਜਾਵੇ। ਉਹ ਜਿਹੜੇ ਗੀਤ ਸਿੱਧੂ ਦੇ ਵਧੀਆ ਨੇ ਉਹ ਵਧੀਆ ਨੇ, ਜਿਹੜੇ ਮਾੜੇ ਨੇ ਉਹ ਮਾੜੇ ਨੇ, ਪਰ ਬਹੁਤ ਨੇ ਜਿਹੜੇ ਉਹਨੂੰ ਚਾਹੁੰਦੇ ਨੇ। ਕਿਸੇ ਨੌਜਵਾਨ ਮੁੰਡੇ ਨੇ ਵੀਕਐਂਡ 'ਤੇ ਉਹ ਕਹਿੰਦੇ ਸਾਡਾ ਗੀਤ ਨਹੀਂ ਭਾਜੀ ਤੁਸੀਂ ਲਾਉਂਦੇ। ਮੈਂ ਲੈ ਫਿਰ ਤੈਨੂੰ ਵੀ ਸੁਣਾਉਂਦੇ ਹਾਂ, ਖੁਸ਼ ਕਰਦੇ ਹਾਂ। ਸੋ ਹੁਣ ਇਸ ਹਿੱਸੇ 'ਚ ਗੱਡੀ ਕਿਸੇ ਖੜਾਉਨੇ ਹੋ ਜਾ ਕੇ ਸ਼ਾਪਿੰਗ ਪਲਾਜ਼ੇ ਦੇ ਵਿੱਚ, ਤਾਂ ਉੱਥੇ ਫਲਾਇਰ ਤੁਹਾਡੇ ਵਿੰਡਸ਼ੀਲਡ 'ਤੇ ਟੰਗ ਜਾਂਦੇ ਆ। ਅਗਲੇ ਵੀਕਐਂਡ 'ਤੇ ਇੱਕ ਐਸਟ੍ਰੋਲੋਜਰ ਸਾਹਿਬ ਦਾ ਕਾਰਡ, ਪਾਮ ਰੀਡਿੰਗ, ਫੇਸ ਰੀਡਿੰਗ, ਹੋਰੋਸਕੋਪ, ਨੋਬਡੀ ਕੈਨ ਬ੍ਰੇਕ ਮਾਈ ਵਰਕ। ਅਤੇ ਉਹਦੇ ਬਾਅਦ ਜਿੰਨੀਆਂ ਮੁਸ਼ਕਲਾਂ ਨੇ
ਉਹ ਬਹੁਤ 7 ਦਿਨਾਂ 'ਚ ਪਿਆਰੇ ਵਾਪਸ ਆਉਣਗੇ। ਰਿਲੇਸ਼ਨਸ਼ਿਪ ਪ੍ਰੋਬਲਮ, ਲਵ ਪ੍ਰੋਬਲਮ, ਹੈਲਥ ਪ੍ਰੋਬਲਮ, ਵਰਕ ਪ੍ਰੋਬਲਮ, ਮਨੀ ਪ੍ਰੋਬਲਮ, ਫੈਮਿਲੀ ਪ੍ਰੋਬਲਮ, ਐਨਮੀ ਪ੍ਰੋਬਲਮ, ਡਿਪਰੈਸ਼ਨ, ਮੈਰਿਜ ਪ੍ਰੋਬਲਮ, ਪ੍ਰੋਪਰਟੀ, ਚਾਈਲਡਲੈਸ ਕਪਲਸ, ਡਰਿੰਕਿੰਗ ਪ੍ਰੋਬਲਮ, ਸੈਕਸ਼ੂਅਲ ਪ੍ਰੋਬਲਮ, ਜੈਲਸੀ, ਵਰੀ ਅਬਾਊਟ ਲਵ ਵਨਸ, ਲੋਟੋ, ਲੱਕੀ ਨੰਬਰ। ਹੁਣ ਟਾਈਮਿੰਗ 7 ਦਿਨ 10 ਤੋਂ ਲੈ ਕੇ 8 ਵਜੇ ਤੱਕ। ਫੋਨ ਨੰਬਰ ਥੱਲੇ। ਇਹ ਕੌਣ ਨੇ? ਇਹ ਵਿਜ਼ਿਟ ਵੀਜ਼ਿਆਂ ਵਾਲੇ ਨੇ, 10-10 ਸਾਲ ਦੇ ਵਿਜ਼ਿਟ ਵੀਜ਼ੇ, ਜਿਹਦੇ ਤੇ ਵੱਡੀ ਰਿਪੋਰਟ ਵੀਕਐਂਡ ਤੇ ਵੈਨਕੂਵਰ ਸਨ ਦੇ ਵਿੱਚ ਸ਼ਪੀਆ ਡਗਲਸ ਟੌਡ ਨੇ ਕਿਹਾ, ਜਿਹਦੇ ਵਿੱਚ ਉਸਨੇ ਇੱਕ ਵਕੀਲ ਦੇ ਨਾਲ ਗੱਲਬਾਤ ਕੀਤੀ। ਉਸ ਵਕੀਲ ਨੇ ਦੱਸਿਆ ਕਿ ਕਿਵੇਂ ਕੈਨੇਡਾ ਦਾ ਜਿਹੜਾ 10 ਸਾਲ ਦਾ ਵੀਜ਼ਾ, ਉਹਦੇ ਤੇ 9,90,00,000 ਬੰਦਾ ਆਇਆ ਹੋਇਆ। 90 ਲੱਖ ਦੇ ਵਿੱਚੋਂ 30 ਲੱਖ ਦੇ ਕਰੀਬ ਚਾਈਨੀਜ਼ ਨੇ, ਪੌਣੇ 18 ਲੱਖ ਦੇ ਕਰੀਬ ਭਾਰਤੀ ਨੇ, 4.25 ਲੱਖ ਬ੍ਰਾਜ਼ੀਲੀਅਨ ਨੇ, 3.25 ਲੱਖ ਮੈਕਸੀਕਨ ਨੇ, 3,37,000 ਫਿਲਪੀਨੋਜ਼ ਨੇ, 2 ਲੱਖ ਇਰਾਨੀਅਨ ਨੇ, 1,60,000 ਕੋਲੰਬੀਅਨ ਨੇ, 1,48,000 ਵੀਅਤਨਾਮੀ ਨੇ, 1,32,000 ਪਾਕਿਸਤਾਨੀ ਨੇ, 1,29,000 ਨਾਈਜੀਰੀਅਨ ਨੇ। ਸੈਟੇਲਾਈਟ ਫੈਮਲੀਜ਼ ਇਸ ਨੂੰ ਕਿਹਾ ਉਸਨੇ। ਹੁਣ ਇਸ ਤੇ ਫਿਰ ਇੱਕ ਦਿਨ ਗੱਲ ਕਰੂੰਗਾ ਮੈਂ। ਹੁਣ ਇਹ ਆਪਣੇ ਵਿਸ਼ੇ ਤੇ ਇਹ ਜਦ ਆ ਗਏ ਬੰਦੇ ਵਿਜ਼ਿਟ ਤੇ 10-10 ਸਾਲ ਦੇ ਵੀਜ਼ੇ ਮਿਲ ਗਏ, ਉਹਨਾਂ ਨੇ ਫਿਰ ਜਦ ਹਰ ਸਾਲ ਆਉਣਾ ਹੈ, ਹੋਪ ਤਾਂ ਉਹਨਾਂ ਨੇ ਟੱਪਣਾ ਨਹੀਂ। ਹੋਪ ਤਾਂ ਜਿਹੜੇ ਇੱਥੇ ਰਹਿੰਦੇ ਆ ਉਹ ਨਹੀਂ ਹਾਲੇ ਟੱਪੇ, 10-10 ਸਾਲਾਂ ਦੇ ਆਏ, ਘਰ ਦੇ ਚੱਕਰਾਂ 'ਚ ਫਸੇ ਹੋਏ ਨੇ। ਇਹਨਾਂ ਨੇ ਫਿਰ ਰੋਟੀ ਰੋਜ਼ੀ ਦੇ ਲਈ ਕੰਮ ਕਰਨੇ ਆ। ਚਲੋ ਕੰਮ ਕਰਦੇ ਆ, ਬਾਹਰ ਮਿਹਨਤ ਕਰਦੇ ਆ, ਉੱਥੇ ਵੀ ਕੋਈ ਵਰਕ ਪਰਮਿਟ, PR ਤੇ ਸਿਟੀਜ਼ਨ ਦੀ ਜਗ੍ਹਾ ਹੈ, ਉਹ ਫਿਰ ਵੀ ਤੁਸੀਂ ਉਸ ਨੂੰ ਸੈੱਟ ਕਰ ਲਿਓ। ਚਲੋ ਜੀ ਲੇਬਰ ਸ਼ਾਰਟੇਜ ਆ ਜੀ ਜੇ ਤੇ। ਪਰ ਜਿਹੜਾ ਵਪਾਰ ਹੈ, ਜਿਹੜਾ ਬਿਜ਼ਨਸ ਹੈ, ਚਾਹੇ ਇਹ ਨੇ ਜਾਂ ਜਿਹੜੇ ਇੱਥੇ ਰਹਿਣ ਵਾਲੇ ਲੋਕ ਨੇ, ਜਦੋਂ ਘਰਾਂ ਤੋਂ ਕੋਈ ਵੀ ਬਿਜ਼ਨਸ ਆਪਰੇਟ ਕਰਦੇ ਨੇ ਤੇ ਉਹਦਾ ਇੰਪੈਕਟ ਕਿਹਦੇ ਤੇ ਆ? ਜਿਵੇਂ ਪੰਡਿਤ ਜੀ ਕ੍ਰਿਸ਼ਨਾ ਜੀ, ਉਹਨਾਂ ਦਾ ਇਹ ਜਿਹੜਾ ਤੇ TH ਲਿਖਿਆ ਹੋਇਆ, PANDITH, ਇਹਦਾ ਮਤਲਬ ਕੀ ਹੈ? ਜਿਹੜਾ ਸ਼ਬਦ ਬੋਲਦੇ ਆ ਸਾਊਥ ਦੇ ਲੋਕ ਬੋਲਦੇ ਆ, ਪੰਜਾਬ ਦੇ ਜਾਂ ਨਾਰਦਰਨ ਪਾਰਟ ਦੇ ਨਹੀਂ ਬੋਲਦੇ। ਸੋ ਇਹ ਉੱਧਰੋਂ ਆ ਕੇ 6 ਮਹੀਨੇ ਦੇ ਵਿੱਚ $100 $200 ਦਿਹਾੜੀ ਦੇ 2 ਬੰਦੇ ਵੀ ਬਾੜੇ ਅੰਦਰ $200 ਹੋ ਗਏ, ਤੇ 5-7 ਹਜ਼ਾਰ ਮਹੀਨੇ ਦਾ, ਤੇ 6-7 ਮਹੀਨੇ 'ਚ $30-35 ਹਜ਼ਾਰ, 15-18 ਲੱਖ ਰੁਪਈਆ ਲੈ ਕੇ ਸਾਫ਼। ਹੁਣ ਜਿਹੜਾ ਘਰਾਂ 'ਚੋਂ ਬਿਜ਼ਨਸ ਚੱਲਦਾ, ਹੁਣ ਕੋਵਿਡ-19 ਦੇ ਵਿੱਚ ਇੱਕ ਤਾਂ ਬਿਮਾਰੀ ਨੇ ਬਿਜ਼ਨਸ ਜਿਹੜੇ ਵਪਾਰੀ ਉਹ ਘਚੱਲ ਤੇ, ਦੂਜਾ ਜਿਹੜਾ ਘਰਾਂ ਦੇ ਵਿੱਚੋਂ ਚੱਲਦਾ ਕੰਮ ਹੈ ਉਹ ਬਹੁਤ ਵੱਡਾ ਇੰਪੈਕਟ ਹੈ। ਉਹ ਮੰਗ ਹੈ, ਜ਼ਰੂਰਤ ਆ, ਇਹ ਗੱਲਾਂ ਨੇ ਅੱਡ ਜਿਹੜੇ ਵਿਸ਼ੇ ਤੇ ਇਹਦੇ ਤੇ ਗੱਲ ਤੁਸੀਂ ਅੱਜ ਮੈਂ ਖੁੱਲ੍ਹ ਕੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਸ਼ਾਮਲ ਹੋਇਓ। ਬਈ ਇੱਕ ਕਿਸੇ ਇਕੋਨਮੀ 'ਚ, ਕੋਈ ਨੇਬਰਹੁੱਡ 'ਚ, ਕੋਈ ਭਾਈਚਾਰੇ 'ਚ ਕੋਈ ਸਟੋਰ ਹੈ, ਕੋਈ ਕੱਪੜੇ ਦਾ, ਕੋਈ ਕੁਛ ਵੀ ਆ, ਕੋਈ ਵਾਲ ਕੱਟਣ ਵਾਲਾ, ਕੋਈ ਕੁਛ ਹੈ, ਉਹ ਲੀਜ਼ ਦੇ ਰਿਹਾ। ਉਹਨੇ 4 ਬੰਦੇ ਰੱਖੇ ਹੋਏ ਨੇ। ਉਹ $50,000 ਲੱਖ $2 ਲੱਖ ਦਾ ਸਮਾਨ ਦੁਨੀਆ ਤੋਂ ਖਰੀਦ ਕੇ ਇੱਥੋਂ ਜਾ ਕੇ ਲੈ ਕੇ ਆਉਂਦਾ। ਉਹਦੇ ਬਾਅਦ ਉਹਨੇ ਡਿਸਪਲੇ ਕਰਨਾ ਹੈ, ਉਹ ਵੇਚਣਾ ਹੈ, ਕੰਟੇਨਰਾਂ 'ਚੋਂ ਲੈ ਕੇ ਆਉਣਾ, ਤੇ ਸਾਰਾ ਟੱਬਰ ਜਿਸ ਦਿਨ ਸਟੋਰ ਬੰਦ ਦਾ ਕੰਮ ਕਰਦਾ ਤਾਂ ਉਹ ਕਿਤੇ ਰੋਟੀ ਖਾਂਦੇ। ਇੱਕ ਤਾਂ ਕੋਵਿਡ-19 ਨੇ ਕੰਮ ਕਰ ਦਿੱਤਾ, ਦੂਜਾ ਜਿਹੜਾ ਘਰਾਂ 'ਚ ਆਪਰੇਟ ਹੁੰਦਾ ਹੈ ਬਿਨਾਂ ਮਾਰਜਨ ਤੋਂ, ਮਾਰਜਨ ਤਾਂ ਉਹ ਵੀ ਲੈਂਦੇ ਆ, ਪਰ ਸਟੋਰ ਦੇ ਓਵਰਹੈਡ ਤੇ ਸਾਰਾ ਕੁਝ ਤੋਂ ਬਿਨਾਂ ਇੱਕ ਚੀਜ਼ 200 ਦੀ ਸਟੋਰ ਤੇ ਵਿਕਦੀ ਹੈ, ਉਹ 100 ਦੀ ਪੰਜਾਬ ਤੋਂ ਜਾਂ ਭਾਰਤ ਤੋਂ ਚੱਲਦੀ ਹੈ, ਤੇ ਦੂਜਾ ਬੰਦਾ 100 ਦੀ ਪਹੁੰਚਾ ਕੇ $50 ਉੱਪਰ ਕਰਕੇ ਘਰ 'ਚੋਂ ਵੇਚ ਦਿੰਦਾ। ਕੰਜ਼ਿਊਮਰ ਲਈ ਤਾਂ ਹੈ ਫਾਇਦਾ, ਪਰ ਸਾਡੀ ਆਰਥਿਕਤਾ ਦਾ ਬਹੁਤ ਵੱਡਾ ਇੱਕ ਇਸ਼ੂ ਹੈ। ਹਰ ਤੀਜੇ ਘਰ, ਹਰ ਚੌਥੇ ਘਰ 'ਚ ਸਰੀ ਦੇ ਵਿੱਚ ਕੋਈ ਆਪਣਾ ਜੁਗਾੜ ਬੰਨੀ ਬੈਠਾ ਹੈ, ਤੇ ਨਾ ਉਹ ਸਿਟੀ ਨੂੰ ਕੋਈ ਫੀਸ ਹੈ, ਨਾ ਕੋਈ ਉਹਨਾਂ ਦਾ ਟੈਕਸ ਹੈ। ਇਹਦੇ ਤੇ ਕੋਈ ਗੱਲਬਾਤ ਹੋਣੀ ਚਾਹੀਦੀ ਹੈ। ਇਹ ਕਿੱਧਰ ਨੂੰ ਅਸੀਂ ਚੱਲੇ ਹਾਂ? ਪਿਛਲੇ 5-7 ਸਾਲਾਂ 'ਚ, 10 ਸਾਲਾਂ 'ਚ ਜਦ ਇਹ ਵੀਜ਼ੇ ਵਗੈਰਾ ਖੁੱਲ੍ਹੇ ਨੇ, ਇਹਨਾਂ ਨੇ ਜਿਹੜਾ ਇੰਪੈਕਟ ਪਾਇਆ।
ਹੁਣ ਇਹਦੇ 'ਚ ਜਿਹੜਾ ਡਗਲਸ ਟਾਵਰ ਨੇ ਬਹੁਤ ਇਨਵੈਸਟੀਗੇਟਿਵ ਆਰਟੀਕਲ ਲਿਖਿਆ, ਉਹਨੇ ਇੱਕ ਚਾਈਨੀਜ਼ ਮੂਲ ਦੇ ਵਕੀਲ ਨਾਲ ਗੱਲ ਕੀਤੀ ਆ। ਉਹ ਕਹਿੰਦਾ ਸਾਡੇ ਤਾਂ ਜਦ ਬੰਦੇ ਆ ਜਾਂਦੇ ਆ ਇੱਥੇ, ਉਹ ਬੰਦਾ ਜਿਹੜਾ ਆਉਂਦਾ ਜਾਂਦਾ ਰਹਿੰਦਾ, ਤੇ ਘਰ ਵਾਲੀ ਤੇ ਬੱਚਿਆਂ ਨੂੰ ਉਹ ਵਰਕ ਪਰਮਿਟ ਤੇ ਕਿਤੋਂ ਸੈੱਟ ਕਰਕੇ ਫ੍ਰੀ ਐਜੂਕੇਸ਼ਨ ਇੱਥੇ ਦੀ, ਫ੍ਰੀ ਜਿਹੜੀ ਯੂਨੀਵਰਸਿਟੀ, ਫ੍ਰੀ ਸਕੂਲਿੰਗ, ਇੱਥੇ ਦੇ ਇਨਫਰਾਸਟਰਕਚਰ 'ਚ ਇਹਦੇ 'ਚ ਕੁਛ ਉਹਨੇ ਪਾਇਆ ਨਹੀਂ। ਕੰਮ ਉਹ ਇੰਡੀਆ ਜਾਂ ਚਾਈਨੀਜ਼ ਜਾਂ ਕਿਤੇ ਕਰਦਾ ਰਹਿੰਦਾ, ਤੇ ਇੱਥੇ ਆਉਂਦਾ ਰਹਿੰਦਾ, 6 ਮਹੀਨੇ ਆ ਗਏ, 6 ਮਹੀਨੇ ਚਲੇ ਗਏ, ਉਹ ਕੰਮ ਕਰਦਾ ਰਹਿੰਦਾ। ਤੇ ਇਸ ਤਰ੍ਹਾਂ ਹੀ ਆਪ ਉਹ ਕਦੇ ਇਮੀਗ੍ਰੇਸ਼ਨ ਨਹੀਂ ਲੈਂਦਾ। ਬੱਚੇ ਇਮੀਗ੍ਰੈਂਟ ਹੋ ਗਏ, ਉਹਦੇ ਬਾਅਦ ਸਿਟੀਜ਼ਨ ਹੋ ਗਏ, ਸਿਟੀਜ਼ਨ ਹੋਣ ਤੋਂ ਬਾਅਦ ਘਰ ਵਾਲੀ ਉਸ ਨੂੰ ਕਦੇ ਅਪਲਾਈ ਕਰ ਦਿੰਦੀ ਹੈ। ਸੋ ਇਹ ਜਿਹੜਾ ਇਹ ਕੰਮ ਚੱਲ ਰਿਹਾ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਇਹ ਚੰਗਾ ਹੈ, ਇਹ ਮਾੜਾ ਹੈ, ਬੰਦ ਹੋਣਾ ਚਾਹੀਦਾ ਹੈ, ਰੈਗੂਲੇਟ ਹੋਣਾ ਚਾਹੀਦਾ ਹੈ? ਜਿਵੇਂ ਇੱਕ ਕਿੰਨੀਆਂ ਪ੍ਰੋਬਲਮਾਂ ਬੰਦਾ ਦੱਸ ਰਿਹਾ ਹੈ ਕਿ ਮੈਂ ਸੋਲਵ ਕਰ ਦੂੰ, ਨੰਬਰ ਦਿੱਤਾ ਹੋਇਆ, ਡੈਲਟਾ ਦਾ ਐਡਰੈਸ ਦਿੱਤਾ ਹੋਇਆ 82 ਐਵਨਿਊ ਦਾ ਤੇ 118 ਦਾ, ਤੇ ਘਰ ਦਾ ਐਡਰੈਸ ਨਹੀਂ ਦਿੱਤਾ ਹੋਇਆ, ਲਿਖਤਾ ਵੀ ਕੈਨੇਡੀਅਨ ਸੁਪਰ ਸਟੋਰ ਦੇ ਪਿੱਛੇ ਆ। ਇਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ? 604 204 0600। ਇਕੱਲੇ ਐਸਟ੍ਰੋਲੋਜਰ ਨਹੀਂ ਹੈ, ਐਸਟ੍ਰੋਲੋਜਰ ਤਾਂ ਜਿਹੜੇ PR ਤੇ ਸਿਟੀਜ਼ਨ ਵੀ ਨੇ, ਬੈਠੇ ਨੇ ਏਕੜਾਂ ਦੇ ਵਿੱਚ ਤੇ ਸੈੱਟ ਕਰੀ ਗੱਲ, ਤੇ ਕੁਛ ਨਹੀਂ ਕਰਨਾ, ਆਪੇ ਹੀ ਤੁਰ ਕੇ ਬੰਦੇ ਤੁਰੇ ਆਉਂਦੇ ਆ, ਲੋਕ ਜਿਹੜੇ ਮੁਸ਼ਕਲਾਂ ਦੇ ਮਾਰੇ ਆ। ਪਰ ਇਨ ਜਨਰਲ ਜਿਹੜਾ ਬਿਜ਼ਨਸ ਘਰਾਂ ਦੇ ਵਿੱਚੋਂ ਜਿਹੜੇ ਇਹ ਨੇ, ਜਾਂ ਜਿਹੜੇ ਹੁਣ ਇਸੇ ਵੰਨਗੀ 'ਚ ਐਸਟ੍ਰੋਲੋਜਰਾਂ 'ਚ ਬਿਨਾਂ ਲਾਇਸੈਂਸ ਤੋਂ ਘਰਾਂ 'ਚ ਬੈਠੇ ਇਹ ਕੰਮ ਕਰਦੇ ਆ, ਨਗ ਲਿਆ ਕੇ ਦੁਨੀਆ ਤੋਂ, ਜਾਂ ਕੋਈ ਚੀਜ਼ਾਂ ਲਿਆ ਕੇ ਵੇਚ ਕੇ 500 700 1000 ਡਾਲਰ ਕੈਸ਼, ਟੋਟਲੀ ਕੈਸ਼, 2000 3000 4000, ਇਹਨਾਂ ਦਾ ਇਹ ਕੀ ਕੀਤਾ ਜਾਵੇ? ਲਾਈਨ ਨੰਬਰ 1 ਸਵਰਨ ਚਾਹਲ ਜੀ, ਤੁਸੀਂ ਏਅਰ ਤੇ ਹੋ। ਹਾਂਜੀ ਗਿੱਲ ਸਾਹਿਬ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਚਾਹਲ ਸਾਹਿਬ। ਮੈਂ ਵੈਸੇ ਤੁਹਾਡੇ ਨਾਲ ਕਿਸ ਟਾਈਮ ਬਹਿ ਕੇ ਖੁੱਲੇ ਟਾਈਮ ਤੇ ਗੱਲ ਕਰਨੀ ਚਾਹੁੰਦਾ ਇਸ ਵਿਸ਼ੇ ਤੇ। ਇਹਦਾ ਏਅਰ ਤੇ ਨਹੀਂ ਹੋਣੀ ਕਿ ਬਹੁਤ ਕਾਫੀ ਲੰਮੀ ਗੱਲ ਹੋ ਜਾਂਦੀ ਆ, ਤੇ ਬਾਅਦ ਵਿੱਚ ਮੈਂ ਤੁਹਾਨੂੰ ਫਿਰ ਟਾਈਮ ਲਵਾਂਗਾ, ਫਿਰ ਆਪਾਂ ਬੈਠ ਕੇ ਗੱਲ ਕਰਾਂਗੇ। ਹੋਰ ਵੀ ਇੱਕ ਦੋ ਗੱਲਾਂ ਹੈਗੀਆਂ। ਬਾਕੀ ਇਹ ਮੇਰੀ ਗੱਡੀ ਤੇ ਵੀ ਉਹਨਾਂ ਨੇ ਕਾਰਡ ਰੱਖਿਆ ਸੀਗਾ, ਤੇ ਫਿਰ ਬਾਅਦ ਵਿੱਚ ਅਸੀਂ ਸਾਰੇ ਤਰਕਸ਼ੀਲ ਵਾਲਿਆਂ ਨੇ, ਸਾਡੇ ਪ੍ਰਧਾਨ ਨੇ, ਅਸੀਂ ਸਾਰੇ ਇਕੱਠੇ ਹੋ ਕੇ ਫਿਰ ਉਸ ਬੰਦੇ ਤੇ ਐਕਸ਼ਨ ਵੀ ਕੀਤਾ ਸੀ। ਅੱਛਾ ਜੀ। ਐਕਸ਼ਨ ਕੀਤਾ ਤਾਂ ਉਹ ਆਪਣੀ ਲੇਡੀ ਸੀਗੀ, ਉਹਦੇ ਤੋਂ ਡਿਟੇਲ ਵਿੱਚ ਤਾਂ ਮੈਂ ਨਹੀਂ ਦੱਸੂਗਾ, ਬਹੁਤ ਲੰਮਾ ਜਾਊਗਾ। $1600 ਉਹਨੇ ਲੈ ਲਿਆ ਸੀ। ਓਹੋ ਹੋ। $1600 ਲੈ ਲਿਆ ਸੀਗਾ, ਔਰ $23,000 ਹੋਰ ਉਹ ਤੋਂ ਲੈਣਾ ਸੀਗਾ। ਬੱਲਾ। ਜਿਸ ਦਿਨ ਉਹਨੂੰ 23,000 ਦਾ ਦੱਸਿਆ ਤਾਂ ਉਹਨੂੰ ਫਿਰ ਕਿਸਮ ਦਾ ਜਿੱਦਾਂ ਫਿਰ ਸ਼ਾਰਟ ਲੱਗਾ। ਉਹਨੂੰ ਫਿਰ ਪਤਾ ਨਹੀਂ ਕਿੱਥੋਂ ਫਿਰ ਫੋਨ ਮਿਲਿਆ ਤਾਂ ਉਹਨੇ ਫਿਰ ਸਾਡੇ ਨਾਲ ਗੱਲ ਕੀਤੀ। ਅਸੀਂ ਫਿਰ ਸਾਰੀ ਟੀਮ ਨੇ ਜਿਹੜਾ ਰਲ ਕੇ ਉੱਤੇ ਐਕਸ਼ਨ ਕੀਤਾ। ਐਕਸ਼ਨ ਕਰਕੇ ਉਸ ਬੰਦੇ ਤੋਂ $1600 ਜਿਹੜਾ ਕੈਸ਼ ਲਿਆ ਸੀ ਉਹ ਵਾਪਸ ਕਰਵਾਇਆ, ਤੇ ਬਾਕੀ ਤਾਂ ਫਿਰ ਉਹ ਕੈਸ਼ ਪੈਸੇ ਦੇ ਕੇ ਦੌੜ ਗਿਆ। ਇਸ ਕਰਕੇ ਉਹ ਇਹਦੇ ਬਾਰੇ ਅਸੀਂ ਇੱਕ ਪਟੀਸ਼ਨ ਵੀ ਦਾਇਰ ਕੀਤੀ ਹੋਈ ਸੀਗੀ, ਲਿਖਾਈ ਸੀਗੀ, 12,000 ਬੰਦੇ ਦਾ ਸਾਈਨ ਕੀਤਾ ਵੀ ਇਹਨਾਂ ਦੀਆਂ ਜਿਹੜੀਆਂ ਐਡਾਂ ਉਹ ਬੰਦ ਹੋਣੀਆਂ ਚਾਹੀਦੀਆਂ, ਅਖਬਾਰਾਂ ਵਿੱਚ, ਰੇਡੀਓ ਤੇ ਜਿੰਨੀਆਂ ਵੀ ਆਉਂਦੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਇਹ ਲੋਕ ਵਿਜ਼ਟਰ ਆਉਂਦੇ ਆ ਤੇ ਕੈਸ਼ ਪੈਸਾ ਲੈ ਕੇ ਵਾਪਸ ਜਾਂਦੇ ਆ। ਸਾਰੇ ਵਿਜ਼ਟਰ ਇੱਕ ਰੂਮ ਉਹ ਕਿਰਾਏ ਤੇ ਲੈਂਦੇ ਆ ਸਿਰਫ। ਅੱਛਾ। ਉਹਦੇ ਵਿੱਚ ਹੀ ਇਹ ਕਰੇ ਜਾਂਦੇ ਆ। ਇੱਕ ਤਾਂ ਪਹਿਲਾਂ ਅਸੀਂ ਐਕਸ਼ਨ ਲਿਆ ਸੀਗਾ, ਉਹਦਾ ਕੰਮ ਕੁਮ ਬੰਦ ਕਰਾਇਆ ਸੀ। ਬੰਦ ਤਾਂ ਨਹੀਂ ਕਰਦੇ, ਪਰ ਉਹਨੂੰ ਤੁਸੀਂ ਫੜ ਕੇ ਕੀਤਾ ਸੀ। ਇਹ ਦੂਸਰਾ ਐਕਸ਼ਨ ਸੀ ਸਾਡਾ, ਜਿਹੜਾ $1600 ਵਾਪਸ ਕਰਵਾਇਆ ਜਿਹੜਾ ਆ। ਤੇ ਉਹਦੇ ਵਿੱਚ ਸਾਡੇ ਲੋਕਾਂ ਦੀ ਸਾਰਿਆਂ ਤੋਂ ਵੱਡੀ ਇਹ ਗਲਤੀ ਆ ਕਿ ਜੇ ਹੁਣ ਅਸੀਂ ਕਰ ਦਿੰਦੇ ਹਾਂ, ਅਗਲੇ ਕਹਿੰਦੇ ਆ ਵੀ ਅਸੀਂ ਪੈਸਾ, ਸਾਡਾ ਕੰਮ ਆ, ਸਾਡੇ ਪੈਸੇ ਵਾਪਸ ਕਰਾ ਦਿਓ, ਲੇਕਿਨ ਸਾਡਾ ਨਾਂ ਨਾ ਲਿਓ। ਜੇ ਤੁਸੀਂ ਆਪਣਾ ਵਿਕਟਮ ਨਹੀਂ ਬਣਦੇ, ਆਪਣੇ ਉਹਦਾ ਗਵਾਹ ਨਹੀਂ ਬਣਦੇ, ਤੇ ਫਿਰ ਉਹ ਦੂਸਰੇ ਗਾਂਹ ਗੱਲ ਕਿੱਦਾਂ ਹੋ ਸਕਦੀ ਆ। ਅਸੀਂ ਇਸੇ ਦੇ ਬਾਰੇ 'ਚ ਇਹ ਅਸੀਂ ਗੱਲ ਕੀਤੀ ਸੀਗੀ ਆਪਣੇ ਪੁਲਿਸ ਵਾਲਿਆਂ ਕੋਲ। ਅਸੀਂ ਗਏ ਵੀ ਜਿੱਦਾਂ ਕਰਕੇ ਲੋਕੀ ਆਹ ਕੰਮ ਕਰਦੇ ਆ, ਤਾਂ ਅਸੀਂ ਉਹਦੇ ਬਾਰੇ ਗੱਲ ਕਰਨੀ ਚਾਹੁੰਦੇ ਹਾਂ। ਉਹ ਪੁਲਿਸ ਵਾਲੇ ਕਹਿੰਦੇ ਵੀ ਨਹੀਂ, ਅਸੀਂ ਨਹੀਂ ਕੁਛ ਵੀ ਕਰ ਸਕਦੇ। ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਐਕਸ਼ਨ ਕਰਨ ਜਾਣਾ ਆ ਤੇ ਅਸੀਂ ਵੀਡੀਓ ਬਣਾਉਣੀ ਆ। ਉਹ ਕਹਿੰਦਾ ਵੀ ਤੁਸੀਂ ਐਕਸ਼ਨ ਕਰ ਲਓ, ਵੀਡੀਓ ਬਣਾ ਲਓ, ਲੇਕਿਨ ਕੋਈ ਵਾਇਲੈਂਸ ਨਹੀਂ ਹੋਣਾ ਚਾਹੀਦਾ। ਜੇ ਵਾਇਲੈਂਸ ਹੋਇਆ ਤਾਂ ਫਿਰ ਅਸੀਂ ਆਵਾਂਗੇ, ਅਗਰ ਵਾਇਲੈਂਸ ਨਹੀਂ ਹੈ ਤਾਂ ਫਿਰ ਅਸੀਂ ਕੁਛ ਨਹੀਂ ਕਰ ਸਕਦੇ। ਤੁਸੀਂ ਕਹਿੰਦਾ ਵੀ ਆਪਣੇ ਸਿਟੀ ਵਾਲਿਆਂ ਨਾਲ ਗੱਲ ਕਰ ਲਓ। ਫਿਰ ਅਸੀਂ ਸਿਟੀ 'ਚ ਗਏ ਦੋਨੋਂ ਜਣੇ, ਮੈਂ ਤੇ ਆਪਣੇ ਬਾਈ ਅਵਤਾਰ, ਜਿਹੜਾ ਅਸੀਂ ਸਿਟੀ 'ਚ ਗਏ, ਸਿਟੀ ਹਾਲ ਜਾ ਕੇ ਉੱਥੇ ਰਿਸੈਪਸ਼ਨ ਤੇ ਜਦੋਂ ਗਏ, ਅਸੀਂ ਉਹਨਾਂ ਨੂੰ ਗੋਰੇ ਸੀਗੇ ਉੱਥੇ, ਉਹਨਾਂ ਨੂੰ ਕਿਹਾ ਗੱਲ ਕਰਨੀ ਆ।
ਤੇ ਉਹ ਕਹਿੰਦੇ ਵੀ ਇੱਦਾਂ ਕਰ ਤੁਹਾਨੂੰ ਇੱਕ ਫੋਨ ਦਿੰਦੇ ਹਾਂ, ਤੁਸੀਂ ਉੱਤੇ ਗੱਲ ਕਰੋ। ਉਹਨਾਂ ਫੋਨ ਦਿੱਤਾ ਤੇ ਅਸੀਂ ਫੋਨ ਉੱਥੇ ਹੀ ਡਾਇਲ ਕੀਤਾ ਤੇ ਉੱਤੇ ਆਪਣੀ ਲੇਡੀ ਨੇ ਗੱਲ ਕੀਤੀ, ਬੋਲੀ। ਉਹਨੂੰ ਦੱਸਿਆ ਵੀ ਸਾਡੇ ਨਾਲ ਆਹ ਗੱਲ ਹੈਗੀ ਆ ਵੀ ਅਸੀਂ ਇਹਦੇ ਬਾਰੇ 'ਚ ਗੱਲ ਕਰਨੀ ਚਾਹੁੰਦੇ ਹਾਂ। ਉਹ ਕਹਿੰਦੇ ਹੁਣ ਤੇ ਇੱਥੇ ਗੱਲ ਕਰਨ ਵਾਲਾ ਹੈ ਨੀ ਗਾ ਕੋਈ, ਤੇ ਤੁਸੀਂ ਆਪਣਾ ਨੰਬਰ ਦੇ ਦਿਓ ਤਾਂ ਅਸੀਂ ਤੁਹਾਨੂੰ ਬੈਕ ਕਾਲ ਕਰਾਂਗੇ। ਇਸ ਗੱਲ ਨੂੰ ਤਕਰੀਬਨ 2 ਸਾਲ ਹੋ ਗਏ, 1.5 ਸਾਲ ਹੋ ਗਿਆ, ਔਰ ਅੱਜ ਮੁੜ ਕੇ ਬੈਕ ਕਾਲ ਆਉਂਦੀ ਆ। ਕੋਈ ਨਾ ਜੀ, ਕਿਸੇ ਦਿਨ ਚਾਲ ਸਾਹਿਬ ਗੱਲ ਕਰਦੇ ਆ, ਆਪਾਂ ਕਰਦੇ ਆ, ਬੈਠ ਕੇ ਗੱਲ ਕਰਾਂ। ਮੈਂ ਤਾਂ ਹੀ ਦੱਸਿਆ ਵੀ ਆਪਾਂ ਬੈਠ ਕੇ ਗੱਲ ਕਰਾਂਗੇ, ਫਿਰ ਮੈਂ ਤੁਹਾਡਾ ਟਾਈਮ ਲਊਂਗਾ, ਆਪਾਂ ਵਿਹਲੇ ਤਾਂ ਬੈਠਾਂਗੇ ਕੋਈ ਜਿਹੜਾ। ਥੈਂਕ ਯੂ ਚਾਲ ਸਾਹਿਬ, ਥੈਂਕ ਯੂ। ਓਕੇ, ਥੈਂਕ ਯੂ। ਸਾਹ ਕਸ਼ਮੀਰ ਸਿੰਘ ਜੀ, ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿਲ ਸਾਹਿਬ, ਜਿਹੜੀਆਂ ਗੱਲਾਂ ਨਾ ਜਿੰਨੇ ਆਪਾਂ ਜਿਹੜੇ ਸਾਡੇ ਘਰਾਂ ਵਿੱਚ ਲੇਡੀਆਂ ਤੇ ਕੁਝ ਬੰਦੇ ਆ ਜਿਹੜੇ ਮਾਨਸਿਕ ਤੇ ਸਿੱਖ ਵਾ ਨਾ, ਉਹਨੀ ਜਾ ਕੇ ਤੇ ਇਹਨਾਂ ਕੋਲ ਪੁੱਛਣਾ ਵੀ ਕਮਜ਼ੋਰੀ ਤਾਂ ਆਪਣੇ 'ਚ ਹੁੰਦੀ ਆ। ਜੇ ਆਪਾਂ ਕਹੀਏ ਵੀ ਆਪਾਂ ਕਮਜ਼ੋਰੀ ਸਾਡੇ 'ਚ ਹੋਣੀ, ਜਦ ਆਪਾਂ ਕੰਮ ਨਹੀਂ ਕਰ ਸਕਦੇ, ਕੁਝ ਨਹੀਂ ਕਰ ਸਕਦੇ, ਆਪਾਂ ਲੋਕਾਂ ਨੂੰ ਦੇਖ ਕੇ, ਘਰਾਂ ਨਾਲ ਦੇਖ ਕੇ, ਕੰਮਾਂ ਨੂੰ ਦੇਖ ਕੇ ਏਦਾਂ ਕਰਦੇ ਆ ਵੀ ਜਾ ਕੇ ਉਹਨਾਂ ਕੋਲ ਆਪ ਹੁੰਦਾ ਨੇਗਾ, ਆਪ ਉਹ ਸਟਰੋਂਗ ਹੈ ਨੀ ਗੇ, ਤੇ ਜਾ ਕੇ ਹੁਣ ਨਿਆਣਿਆਂ ਨੂੰ ਆਪ ਤਾਂ ਸਿਖਾਲਦੇ ਨਹੀਂ ਆਪਾਂ ਕੁਝ ਵੀ ਪਹਿਲਾਂ ਘਰਾਂ ਦੇ ਵਿੱਚ, ਬਾਅਦ ਚੋਂ ਨਿਆਣੇ ਨਹੀਂ ਕਹਿਣੇ 'ਚ ਰਹਿੰਦੇ, ਫਿਰ ਅਸੀਂ ਬਾਬਿਆਂ ਪਿੱਛੇ ਦੌੜਦੇ ਆ। ਬਾਬਿਆਂ ਪਿੱਛੇ ਜਾ ਕੇ ਬਾਬੇ ਦੱਸਦੇ ਸੀ ਆਹ ਕਰੋ। ਤਾਂ ਹੁਣ ਇੱਕ ਲੇਡੀ ਆ ਜੀ, 60,000 ਅਮਰੀਕਨ ਦੇਤਾ ਆ, ਕੀ ਮਕਲਾਨੀ ਏਦਾਂ ਦਾ ਬਾਬਾ ਆ ਹੈ। ਤੁਸੀਂ ਦੇਖੋ ਕਿੰਨਾ ਕੁ ਲੁੱਟ ਖਸੁੱਟ ਹੁੰਦੀ ਆ। ਇਹਦੇ ਕਰਕੇ ਜਿਹੜੇ ਇਹਦੀ ਤਾਂ ਨਹੀਂ ਆਣਾ, ਜਿਹੜੇ ਆਪਣੇ ਲੋਕ ਆ ਇਹ ਨਹੀਂ ਲੈਣਾ, ਇਹ ਤਾਂ ਇਹਦੀ ਬੁੜੀਆਂ ਨੇ ਚੋਰੀ ਛੱਪੀ ਜਾਣਾ ਹੀ ਜਾਣਾ ਆ, ਜਾਂ ਬੰਦੇ ਵੀ ਜਿਹੜੇ ਵਿੱਚ ਏਦਾਂ ਦੇ ਆ। ਪਰ ਇਹਨਾਂ ਦਾ ਤੁਸੀਂ ਜਿੱਦਾਂ ਕਹਿੰਦੇ ਵੀ ਗੌਰਮੈਂਟ ਨੂੰ ਬੰਦ ਕਰਨਾ ਚਾਹੀਦਾ, ਦੁਕਾਨਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਬੰਦ ਹੋ ਜਾਣ ਤਾਂ ਆਪੇ ਹੀ ਸਾਰਾ ਕੁਝ ਠੀਕ ਹੋ ਜਾਣਾ। ਧੰਨਵਾਦ ਵੀਰ ਜੀ। ਸਾਹ ਹਰਵਿੰਦਰ ਸਿੰਘ, ਲਾਈਨ ਨੰਬਰ 1। ਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ, ਇਹ ਜਿਹੜੀ ਤੁਸੀਂ ਪਹਿਲਾਂ ਹੀ ਸ਼ੁਰੂ 'ਚ ਗੱਲ ਦੱਸ ਦਿੱਤੀ ਵੀ ਆਪਾਂ ਜਿਹੜੀ ਬਿਜ਼ਨਸ ਨੂੰ ਨੁਕਸਾਨ ਹੁੰਦਾ ਨਾ, ਉਸ ਪ੍ਰੋਸਪੈਕਟ ਦੇ ਨਾਲ ਇਹਨੂੰ ਦੇਖੀਏ। ਇਹ ਬਾਬਿਆਂ ਦੀਆਂ ਗੱਲਾਂ ਇਹ ਤਾਂ ਆਪਾਂ ਕਰਦੇ ਹੀ ਰਹਿਣਾ। ਨਹੀਂ, ਮੈਂ ਗੱਲ ਅਸਲ ਉਹੀ ਮੁੱਦਾ ਮੇਰਾ। ਹਾਂ ਬਿਲਕੁਲ। ਦੇਖੋ, ਪਹਿਲੀ ਗੱਲ ਤਾਂ ਇਹ ਰੱਖੋ, ਕਿਸੇ ਵੀ ਸਿਟੀ 'ਚ ਤੁਸੀਂ ਦੇਖੋ ਵੀ ਆ ਬਿਜ਼ਨਸ ਕੋਲੇ ਬਿਜ਼ਨਸ ਨੰਬਰ ਨਹੀਂ ਆ, ਉਹਦੇ ਬਾਏ ਲਾਅ ਤੇ ਕੰਪਲੇਂਟ ਕਰਕੇ ਫਾਈਲ ਨੰਬਰ ਜ਼ਰੂਰ ਲਓ, ਐਕਸ਼ਨ ਹੁੰਦਾ ਆ। ਸਾਡੇ ਕੋਲ ਗਿੱਲ ਸਾਹਿਬ, ਅਸੀਂ ਘਰ ਦੀ ਰੈਂਟ ਤੇ ਲਈ ਐਡ ਪਾਈ, ਸਾਡੇ ਕੋਲੇ ਇੱਕ ਗੁੱਡੀ ਆਈ ਵੀ ਅਸੀਂ ਬੇਸਮੈਂਟ ਲੈਣੀ ਆ। ਉਹ ਅਸੀਂ ਕਿਹਾ ਵੀ ਠੀਕ ਆ। ਉਹਨੇ ਆ ਕੇ ਚੈੱਕ ਕੀਤਾ, ਕਹਿੰਦੇ ਮੈਨੂੰ ਇੱਕ ਰੂਮ ਹੀ ਚਾਹੀਦਾ ਆ, ਰਹਿਣਾ ਅਸੀਂ ਹੈ ਨੀ ਗਾ, ਵੀ ਮੈਂ ਆਪਦੇ ਮੈਟਰਸ ਰੱਖਣੇ ਆ ਤੇ ਕਿਚਨ ਅਸੀਂ ਯੂਜ਼ ਕਰਨੀ ਆ। ਤੇ ਮੇਰੀ ਵਾਈਫ ਨਾਲੇ ਗੱਲ ਹੋਈ, ਮੈਂ ਕੰਮ ਤੇ ਸੀ, ਕਹਿੰਦੇ ਵੀ ਤੁਸੀਂ ਕਿਚਨ ਇਕੱਲੀ ਯੂਜ਼ ਕਰਨੀ, ਵੀ ਕੀ ਗੱਲ ਆ, ਵੀ ਤੁਸੀਂ ਰਹਿਣਾ ਕਿਉਂ ਨਹੀਂ? ਕਹਿੰਦੀ ਰਹਿੰਦੇ ਅਸੀਂ ਹੈਗੇ, ਸਾਡੇ ਕੋਲ ਬੇਸਮੈਂਟ ਹੈਗੀ ਆ, ਵੀ ਮੈਂ ਟਿਫਨ ਦੇ ਸਰਵਿਸ ਦਾ ਕੰਮ ਕਰਦੀ ਆ। ਓ ਅੱਛਾ। ਤੇ ਉਹ ਕਹਿੰਦੇ ਵੀ ਤੁਸੀਂ, ਮੈਨੂੰ ਲੱਗਦਾ ਤੁਸੀਂ ਇੱਥੇ ਪੜ੍ਹਨ ਆਏ ਆ, ਵੀ ਕਿੱਦਾਂ? ਕਹਿੰਦੇ ਵੀ ਅਸੀਂ ਪੜ੍ਹਦੇ ਵੀ ਆ, ਤੇ ਅਸੀਂ 3 ਕੁੜੀਆਂ ਇਕੱਠੀਆਂ ਹੋ ਗਏ, ਅਸੀਂ ਟਿਫਨ ਦਾ ਕੰਮ ਖੋਲਿਆ ਆ, ਤੇ ਆਹ ਮੁੰਡਾ ਮੇਰੇ ਨਾਲ, ਮੇਰਾ ਫਰੈਂਡ ਆ, ਇਹ ਡਿਲੀਵਰ ਕਰਦਾ। ਅੱਛਾ ਜੀ। ਤੇ ਹੁਣ ਉਹਨੂੰ ਕਿਹਾ ਵੀ ਤੈਨੂੰ ਪਤਾ ਸਾਡੇ ਨਿਆਣੇ ਰਹਿੰਦੇ ਆ, ਇਹ ਕਮਰਸ਼ੀਅਲ ਕੰਮ ਆ, ਇੱਥੇ ਤੁਸੀਂ ਨਹੀਂ ਕਰ ਸਕਦੇ ਕੰਮ। ਤੇ ਕਹਿੰਦੀ ਕੋਈ ਗੱਲ ਨਹੀਂ, ਜਿੱਦਾਂ ਆਪਾਂ ਘਰੇ ਰੋਟੀਆਂ ਬਣਾਉਂਦੇ ਉਦਾਂ ਹੀ ਅਸੀਂ ਰੋਟੀਆਂ ਇੱਥੇ ਪਾਉਣੀਆਂ ਨਾ। ਉਹ ਕਹਿੰਦੀ ਸੋਰੀ, ਮੈਂ ਹੋਰ ਡਿਟੇਲ ਗੱਲ ਕਰਨ ਦਾ ਫਾਇਦਾ ਨਹੀਂ, ਵੀ ਅਸੀਂ ਨਹੀਂ ਦੇਣੀ ਹੈ ਨਾ ਬੇਸਮੈਂਟ। ਸੋ ਵੇਖੋ, ਇਹ ਸਾਰੇ ਕੰਮ ਜਿਹੜੇ ਆ, ਇਹ ਵੱਡੇ ਜਿਹੜੇ ਆਪਣੇ ਲੋਕੀ ਇਨਵੈਸਟਮੈਂਟ ਕਰਕੇ ਬੈਠੇ ਆ, ਉਹ ਬਾਅਦ 'ਚ ਜਿਹੜੀ ਇਕੋਨਮੀ ਘੁੰਮ ਕੇ ਸਾਡੇ ਕੋਲ ਹੈਲਪ ਦੇ ਰੂਪ 'ਚ ਆਉਂਦੀ ਆ, ਉਹਦਾ ਅਸੀਂ ਨੁਕਸਾਨ ਛੋਟੀ ਛੋਟੀ ਗੱਲਾਂ ਤੋਂ ਕਰਦੇ ਪਏ। ਇਹ ਚੀਜ਼ਾਂ ਦੇ ਲਈ ਆਪਾਂ ਇਹ ਕੰਟਰੀਆਂ ਦੇ ਵਿੱਚ, ਮੈਨੂੰ ਲੱਗਦਾ ਫੇਰ ਤਾਂ ਆਉਣ ਵਾਲੇ ਦਿਨਾਂ 'ਚ ਢਾਬੇ ਵੀ ਖੋਲਣਗੇ ਤੇ ਸਾਰਾ ਕੁਝ ਹੋਊਗਾ। ਇਹ ਚੀਜ਼ਾਂ ਤੋਂ ਗਰੇਜ ਕਰਨਾ ਚਾਹੀਦਾ। ਕਿਸੇ ਵੀ ਕੋਈ ਬਿਜ਼ਨਸ ਤੁਸੀਂ ਦੇਖੋ, ਉਹਦੀ ਰਿਪੋਰਟ ਸਿਟੀ ਬਾਏ ਲਾਅ ਨੂੰ ਹੀ ਹੋਣੀ ਆ, ਨਾ ਪੁਲਿਸ ਨੂੰ ਹੋਣੀ ਆ, ਨਾ ਕਿਸੇ ਨੂੰ ਲੜਾਈ ਝਗੜੇ ਨੂੰ ਹੋਣੀ ਆ। ਇਹ ਜਿੰਨੇ ਕਾਰਡ, ਈਵਨ ਤੋਂ ਜਿਹੜੇ ਕਾਰਡ ਦੀ ਤੁਸੀਂ ਕਾਰ ਤੇ ਗੱਲ ਕਰਦੇ ਆ, ਇੱਕ ਕਾਰਡ ਮੈਂ ਵੀ ਚੱਕਿਆ ਸੀ, ਉੱਤੇ ਪ੍ਰਿੰਟਿੰਗ ਵਾਲੇ ਦਾ ਨੰਬਰ ਵੀ ਹੈਦਰਾਬਾਦ ਦਾ ਸੀ, ਉਹ ਹੈਦਰਾਬਾਦ ਤੋਂ ਪ੍ਰਿੰਟ ਹੋ ਗਿਆ, ਪ੍ਰਿੰਟ ਵੀ ਇੱਥੇ ਨਹੀਂ ਹੋਇਆ। ਵਾਹ। ਤੁਸੀਂ ਦੇਖੋ ਆਪਾਂ ਕਿੱਥੇ, ਸੋਚ ਨੂੰ ਹੋਰ ਵਾਈਲਡ ਕਰਨਾ ਪੈਣਾ, ਇਹਨੂੰ ਓਪਨ ਹੋ, ਆਨਲਾਈਨ ਹੀ ਅੱਜ ਕੱਲ ਬਾਏ ਲਾਅ ਦੀ ਕੰਪਲੇਂਟ ਹੋ ਜਾਂਦੀ ਹੈ ਤੇ ਐਕਸ਼ਨ 100% ਹੁੰਦਾ ਜੀ। ਥੈਂਕ ਯੂ ਵੈਰੀ ਮਚ ਰਵਿੰਦਰ ਸਿੰਘ ਜੀ, ਥੈਂਕ ਯੂ। ਵੇਖਣ ਨੂੰ ਛੋਟੀ ਗੱਲ ਲੱਗਦੀ ਹੈ ਕਿ ਨਹੀਂ, ਇਹ ਨਹੀਂ ਹੈ। ਤੁਸੀਂ ਕਿਸੇ ਵੀ ਬਿਜ਼ਨਸ ਵਾਲੇ ਨੂੰ ਪਤਾ ਕਰਕੇ ਵੇਖਿਓ, ਕਿਸੇ ਵੀ ਬਿਜ਼ਨਸ ਵਾਲੇ ਨੂੰ। ਇਹ ਅੱਜ ਦੀ ਨਹੀਂ ਚੱਲਦੀ ਗੱਲ, ਇਹ ਸਾਡਾ ਭਾਈਚਾਰਾ ਜਿਹੜਾ ਸਾਊਥ ਏਸ਼ੀਅਨ ਨਾਲ ਦੇ ਦੇਸ਼ ਵਾਲਾ, ਉਹਨਾਂ ਦੇ ਜਿਹੜੇ ਟੈਕਸੀ ਚਲਾਉਂਦੇ ਆ, ਮੈਂ ਵੇਖਿਆ 5 ਸਾਲ, ਉਹਨਾਂ ਦਾ ਜਿਹੜੇ ਅਟੈਚੀ ਆਉਂਦੇ ਆ, ਉਹਨਾਂ 'ਚ ਕੱਪੜੇ ਨਹੀਂ ਹੁੰਦੇ। ਉਹ ਜੇ ਤੁਸੀਂ ਵੇਖੋ, ਉਹਦੇ 'ਚ ਉਹਨਾਂ ਦੇ ਗਰਾਜਾਂ ਦੇ ਵਿੱਚ ਸਮਾਨ ਜਿਹੜਾ, ਅਤੇ ਫਿਰ ਉੱਥੋਂ ਉਹ ਆਪਣੇ ਗਰੋਸਰੀ ਸਟੋਰਾਂ 'ਤੇ ਜਾਂ ਡਾਲਰ ਸਟੋਰਾਂ 'ਤੇ ਉਹ ਲਿਆ ਕੇ ਆਪਣਾ ਖਰਚਾ ਪੂਰਦੇ ਆ। ਪਰ ਆਪਣੀ ਕਮਿਊਨਿਟੀ ਦੇ ਵਿੱਚ ਇਹ ਹੈ ਨਹੀਂ ਸੀ।
ਪਿਛਲੇ 5-7 ਸਾਲਾਂ ਤੋਂ ਇਹ ਜਿਉਂ ਕੰਮ ਚੱਲਿਆ, ਕੱਪੜਿਆਂ ਦਾ, ਸੂਟਾਂ ਦਾ, ਉਹ ਬੁਟੀਕ ਤੇ ਜੇ ਤੇ ਉਹ, ਸਭ ਨੂੰ ਹੀ ਪਤਾ ਹੈ ਕਿ ਘਰੇ ਚੀਜ਼ ਆਈ ਹੋਈ ਉਹਦੇ ਤੇ ਤੁਸੀਂ $100 ਪਾ ਲਓ, ਉੱਪਰ 150 ਪਾ ਲਓ, 50 ਪਾ ਲਓ, ਕੁਛ ਵੀ ਆਪਣਾ ਕਰਕੇ ਤੁਸੀਂ ਲੈ ਆਉਂਦੇ ਹੋ। ਪਰ ਜੇ ਉਹਨੂੰ ਤੁਸੀਂ ਬਿਜ਼ਨਸ ਲਾਇਸੈਂਸ ਦੇ ਥੱਲੇ ਉਹਨੂੰ ਉਹਦਾ ਟੈਕਸ ਦਿੰਦੇ ਹੋ, ਸਿਟੀ ਨੂੰ ਪਤਾ ਹੈ, ਸਿਟੀ ਦਾ ਜਿਹੜਾ ਬਿਜ਼ਨਸ ਦਾ ਦੇ ਕੋਲ ਸਿਸਟਮ ਪੂਰਾ ਹੈ, ਤੇ ਉਹਦੇ ਬਾਅਦ ਜੇ ਫਿਰ ਤੁਸੀਂ ਚਾਹੇ ਉਹਨੂੰ ਕਰਨ ਦੀ ਇਹ ਨਹੀਂ ਗੱਲ ਹੈ ਕਿ ਤੁਸੀਂ ਇੱਕ ਪਲਾਜ਼ੇ 'ਚੋਂ ਕੰਮ ਕਰਨਾ, ਤੁਸੀਂ ਘਰ 'ਚੋਂ ਕਰ ਸਕਦੇ ਹੋ। ਪਹਿਲਾਂ ਲੋਕਾਂ ਨੇ ਘਰ ਦੇ ਵਿੱਚ ਵਾਲ ਵਗੈਰਾ ਕੱਟਣ ਦਾ ਕੰਮ ਖੋਲ੍ਹੇ ਸੀ, ਹੁਣ ਵੀ ਬੜੇ ਸੈਲੂਨ ਨੇ, ਬੀਬੀਆਂ ਜਿਹੜਾ ਮੂੰਹ ਮੱਥਾ ਸਮਾਰਦੀਆਂ ਨੇ ਉਹ ਘਰਾਂ 'ਚੋਂ ਕਰਦੀਆਂ ਨੇ। ਪਰ ਜਦ ਤੁਸੀਂ ਉਸ ਨੂੰ ਇੱਕ ਸਿਸਟਮ ਦੇ ਤਹਿਤ ਬਿਜ਼ਨਸ ਦੇ ਥੱਲੇ ਇਸ ਨੂੰ ਕਰਦੇ ਹੋ ਤਾਂ ਉਹ ਠੀਕ ਲੱਗਦਾ, ਬਿਜ਼ਨਸ ਦਾ ਉਹਦੇ 'ਚ ਇਸ ਤਰ੍ਹਾਂ ਲੱਗਦਾ ਵੀ ਹਾਂ ਇਹ ਵਪਾਰ ਜਿਹੜਾ ਪ੍ਰੋਪਰ ਚੱਲ ਰਿਹਾ। ਜਦ ਤੁਸੀਂ ਉਸ ਨੂੰ, ਜਿਹੜੀ ਹੁਣ ਆ ਟਿਫਨ ਦੀ ਗੱਲ ਕਰਕੇ ਹਟ ਗਏ ਨੇ ਹਰਵਿੰਦਰ ਸਿੰਘ ਹੋਣੀ, ਤੁਸੀਂ ਇਸ ਗੱਲ ਨੂੰ ਸਮਝੋ, ਤੁਹਾਡੇ ਘਰ ਦੇ, ਤੁਹਾਡੀ ਆਲੇ ਦੁਆਲੇ ਵੀਡੀਓ ਸਰਵੇਲੈਂਸ ਕੈਮਰੇ, ਲੋਕਾਂ ਦੇ ਘਰਾਂ 'ਚ CCTV ਕੈਮਰੇ ਨੇ। ਮੰਨ ਲਓ ਤੁਹਾਡੇ ਘਰ ਦੀ ਕਿਚਨ ਦੇ ਵਿੱਚੋਂ ਜਿਹੜਾ ਤੁਸੀਂ ਅਨਲਾਇਸੈਂਸਡ ਕੰਮ ਕਰ ਰਹੇ ਹੋ ਤੇ ਉੱਥੇ 2 ਬੰਦਿਆਂ ਦੀ ਜਗ੍ਹਾ 'ਚ 150 ਬੰਦੇ ਦਾ ਖਾਣਾ ਬਣਦਾ, ਤੇ ਜਾਂ ਤੁਸੀਂ ਗਰਾਜ ਦੇ ਵਿੱਚ ਉਸ ਨੂੰ ਕਮਰਸ਼ੀਅਲ ਤੌਰ ਤੇ ਸੈੱਟ ਕਰ ਲਏ, ਚੁੱਲ੍ਹੇ ਲਾ ਲਏ ਵਿੱਚ, ਤੇ ਉਹਦੇ 'ਚ ਐਗਜ਼ੌਸਟ ਦਾ ਸਿਸਟਮ ਹੈ ਨਹੀਂ। ਮੈਂ ਤੁਹਾਨੂੰ ਇੱਕ ਸਿਨੈਰੀਓ ਦਿੰਦਾ ਵੀ ਹੋ ਕੀ ਸਕਦਾ। ਤੇ ਉਹ 'ਚ ਪ੍ਰੋਪੇਨ ਦੇ ਸਿਲੰਡਰ ਨੇ, ਪ੍ਰੋਪੇਨ ਦੇ ਚੁੱਲ੍ਹੇ ਨੇ, ਤੇ ਉੱਥੋਂ ਖਾਣਾ ਬਣ ਰਿਹਾ 150 ਬੰਦੇ ਦਾ, 200 ਬੰਦੇ ਦਾ ਤੁਸੀਂ ਸਰਵ ਕਰ ਰਹੇ ਹੋ ਬੱਚਿਆਂ ਦੀ। ਉਹ ਚਲੋ ਮੈਂ ਇਸ ਨੂੰ ਇਸ ਤਰੀਕੇ ਨਾਲ ਲਾਵਾਂ ਜੇ ਕਿ ਚਲੋ ਇਹ ਧੀਆਂ ਪੁੱਤ ਜਿਹੜੇ ਸਾਡੇ ਆਏ ਨੇ ਉਹਨਾਂ ਕੋਲ ਖਾਣ ਪੀਣ ਦਾ ਬੜਾ ਔਖਾ ਹੈ, ਤੇ ਜਿਹੜਾ ਉਹਨਾਂ ਨੂੰ ਤੁਸੀਂ ਇੱਕ ਬਿਜ਼ਨਸ ਦੇ ਤੌਰ ਤੇ ਮੀਆਂ ਬੀਬੀ ਨੇ ਉਹ ਕਹਿੰਦੇ ਚੱਲ ਅਸੀਂ ਕਰ ਲਈਏ 100 200 150 ਟਿਫਨ ਅਸੀਂ ਦੇ ਦਈਏ। ਪਰ ਉਹਦੇ ਲਈ ਜੇ ਰੱਬ ਨਾ ਕਰੇ ਉਸ ਕਿਚਨ 'ਚੋਂ, ਉਸ ਗਰਾਜ ਦੇ ਵਿੱਚ ਲਾਈ ਹੋਈ ਦੇਸੀ ਜੁਗਾੜ ਤੋਂ ਘਰ ਦਾ ਕਿਤੇ ਨੁਕਸਾਨ ਹੋ ਗਿਆ, ਘਰ ਨੂੰ ਕੋਈ ਅੱਗ ਲੱਗ ਗਈ, ਕੁਛ ਹੋ ਗਿਆ, ਤੇ ਤੁਸੀਂ ਭਾਲਦੇ ਹੋ ਵੀ ਤੁਹਾਨੂੰ ਇੰਸ਼ੋਰੈਂਸ ਵਾਲੇ ਪੈਸੇ ਦੇ ਦੇਣਗੇ, ਭੁੱਲ ਜਿਓ। ਇੰਸ਼ੋਰੈਂਸ ਇੰਡਸਟਰੀ ਤਾਂ ਤਰੱਕੀ ਦਾ ਇੱਕੋ ਹੀ ਕਾਰਨ ਹੈ ਕਿ ਜਿੰਨੇ ਉਹਨਾਂ ਦੇ ਕਲੇਮ ਨੇ ਉਹ ਡਿਨਾਈ ਕਰ ਦੇਣ, ਉਨੇ ਉਹਨਾਂ ਦੀ ਕਮਾਈ ਹੈ। ਇਹ ਖਿਆਲ ਰੱਖਿਓ ਬਈ ਇਹ ਮਹੀਨੇ ਦਾ $5-7 ਹਜ਼ਾਰ ਬਣਾਉਂਦੇ ਹੋ, ਪਰ ਜੇ ਉਹੀ ਪ੍ਰੋਪਰ ਕਰ ਲਵੋ, ਉਸ ਨੂੰ ਹੀ ਪ੍ਰੋਪਰ ਕਰੋ, ਕੋਈ ਜਗ੍ਹਾ ਲੀਜ਼ ਤੇ ਲੈ ਲਵੋ ਜਾਂ ਘਰ ਦਾ ਹੀ ਕੋਈ ਸ਼ੈੱਡ ਬਣਾਓ ਜਿਸ ਨੂੰ ਸਿਟੀ ਤੋਂ ਇੰਸਪੈਕਟ ਕਰਾ ਕੇ ਪੁੱਛ ਕੇ ਜੇ ਉਹ ਦੇਣ, ਹਰ ਸਿਟੀ ਦਾ ਆਪਣਾ ਬਾਈ ਲਾਓ ਵੀ ਇੱਥੇ ਅਸੀਂ ਕਨਵੈਨਸ਼ਨਲ ਕੁਕਿੰਗ ਜਿਹੜੀ ਜਾਂ ਜਿਹੜੀ ਅਸੀਂ ਅਲੱਗ ਕਿਸਮ ਦੀ ਕੁਕਿੰਗ ਜਿਹੜੀ ਹੈ ਕਮਰਸ਼ੀਅਲ ਕੁਕਿੰਗ ਉਹ ਕਰਨੀ ਹੈ, ਇੰਨਾ ਅਸੀਂ ਖਾਣਾ ਬਣਾਉਣਾ। ਦੇਖੋ ਉਹ ਹੁਣ ਜਿਹੜਾ ਕਰ ਰਹੇ ਹਾਂ ਆਪਾਂ, ਜਿਹੜੇ ਵੀ ਕਰ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਲਾਇਸੈਂਸ ਤੋਂ ਬਿਨਾਂ ਕਰ ਰਹੇ ਨੇ, ਪਰ ਉਹਦੇ ਕੰਸੀਕੁਐਂਸਿਸ ਕਿਤੇ ਹੋ ਸਕਦੇ ਆ। ਮਸਲਨ ਤੁਸੀਂ ਜਿਹੜੇ ਕਸਟਮਰ ਸਰਵਿਸ ਵਾਲੇ ਨੇ, ਘਰ ਦੇ ਵਿੱਚ ਬੁਟੀਕ ਖੋਲ੍ਹੇ ਨੇ, ਘਰ ਦੇ ਵਿੱਚ ਸੈਲੂਨ ਖੋਲ੍ਹੇ ਨੇ, ਮੈਂ ਤੁਹਾਨੂੰ ਦੱਸਦਾ ਜਦ ਕਿਤੇ ਨਾਗ ਵਲ ਪੈਂਦਾ ਤਾਂ ਕਿਵੇਂ ਪੈਂਦਾ। ਕੋਈ ਸੈਲੂਨ ਉਸ ਤੋਂ ਬਾਅਦ ਵਾਲ ਕੱਟਣ ਦੇ ਖੋਲ੍ਹੇ ਨੇ, ਕੋਈ ਅਜਿਹੀ ਗੱਲ ਹੋ ਜਾਵੇ, ਕਿਸੇ ਗਾਹਕ ਦੇ ਕੋਈ ਸੱਟ ਲੱਗ ਜਾਏ, ਕੁਛ ਹੋ ਜਾਵੇ, ਤੁਹਾਡੇ ਕੋਲ ਬਿਜ਼ਨਸ ਲਾਇਸੈਂਸ ਨਹੀਂ, ਤੁਹਾਡੇ ਕੋਲ ਇੰਸ਼ੋਰੈਂਸ ਨਹੀਂ, ਤੁਸੀਂ ਅਨਆਥੋਰਾਈਜ਼ਡ ਉਹਨੂੰ ਖੋਲ੍ਹੀ ਬੈਠੇ ਹੋ, ਤਾਂ ਉਸ ਤੋਂ ਬਾਅਦ ਫਿਰ ਜਦ ਅਦਾਲਤਾਂ ਦੇ ਗੇੜੇ ਲੱਗਦੇ ਆ ਉਹ ਸੌਖੇ ਨਹੀਂ ਹੈ। ਸੋ ਜਿਹੜਾ ਕਰਨਾ, ਜਦ ਬਿਜ਼ਨਸ ਹੀ ਕਰਨਾ, ਕੰਮ ਹੀ ਕਰਨਾ, ਮਹੀਨੇ ਦਾ ਹੋਰ ਖਰਚਾ ਹੋ ਜਾਵੇ ਉਸ ਨੂੰ ਪ੍ਰੋਪਰ ਕਰੋ। ਨਾਲੇ ਤਾਂ ਤੁਸੀਂ ਇੱਕ ਆਰਥਿਕਤਾ 'ਚ ਤੁਹਾਡੇ ਪੈਸਿਆਂ, ਤੁਹਾਡੇ ਡਾਲਰਾਂ ਦੇ ਨਾਲ ਹੀ ਤੁਹਾਡੀ ਕਮਿਊਨਿਟੀ 'ਚ ਪੈਸੇ ਮੁੜ ਕੇ ਆਉਣੇ ਨੇ, ਹੋਰ ਤਾਂ ਕਿਤੋਂ ਨਹੀਂ ਬਣਦੇ। ਹੋਰ ਕਿੱਥੋਂ ਆਉਂਦੇ ਨੇ? ਸੂਬੇ ਦੇ ਵਿੱਚ ਉੱਪਰੋਂ ਫੈਡਰਲ 'ਚੋਂ, ਸ਼ਹਿਰ ਦੇ ਵਿੱਚੋਂ ਤੁਹਾਡੇ ਦਿੱਤੇ ਪ੍ਰੋਪਰਟੀ ਟੈਕਸ ਦੇ ਪੈਸੇ ਮੁੜ ਕੇ, ਡਾਲਰ ਮੁੜ ਕੇ ਤੁਹਾਡੇ ਉੱਪਰ ਲੱਗਦੇ। ਪਰ ਇਹਦੇ 'ਚ ਜਿਹੜਾ ਅਸੀਂ ਗਲਤ ਕੰਮ ਹੈ ਉਹ ਗਲਤ ਹੈ। ਇਹ ਕਈ ਵਾਰ ਆਪਾਂ ਚੱਲ ਇੰਨੇ ਨੂੰ ਕੀ ਆ, ਦੇਗਾ ਚਾੜ ਤੂੰ ਬਣਾ, ਆਪਾਂ ਭੋਗ ਵਾਲੇ ਦਿਨ ਵੀ ਬਣਾਉਣੇ ਹੀ ਆ, ਤੇ ਹੁਣ ਹੋਰ ਉਦਣ ਵੀ 100 ਬੰਦਿਆਂ ਦਾ ਇੱਥੇ ਬਣਾਇਆ ਹੀ ਆ, 100 ਹੋਰ ਸਹੀ, ਕੀ ਗੱਲ ਨਹੀਂ। ਇਹ ਤਾਂ ਆਪਣਾ ਮਨ ਸਮਝਾਉਣ ਦੀ ਗੱਲ ਹੈ। ਇਉਂ ਹੀ ਮੂਨਸ਼ਾਈਨਰ ਨੇ ਜਿਹੜੇ ਕੱਢਦੇ ਨੇ ਘਰ ਦੀ, ਉਹ ਵੀ ਇਸੇ ਕੈਟੇਗਰੀ 'ਚ ਆਉਂਦੇ ਨੇ। ਯਾਦ ਰੱਖਿਓ, ਪਾਉਂਦੇ ਹੋ ਨਾ ਵੀਡੀਓ ਵਾਇਰਲ ਕਰ ਕਰਕੇ ਵੀ ਆਹ ਦੇਖ ਸਟੀਲ ਦੇ ਇਹਦੇ 'ਚੋਂ ਧਾਰ ਡਿੱਗਦੀ, ਦੇਖ ਬਿੱਲੀ ਦੀ ਪੂੰਛ ਵਰਗੀ। ਬਾਈ
ਉਹ ਜੇ ਘਰ ਦੇ ਵਿੱਚੋਂ ਜੁਗਾੜ ਬੰਨਿਆ, ਕੋਈ ਗੱਲ ਹੋ ਜਵੇ, ਰੱਬ ਨਾ ਕਰੇ ਕੋਈ ਅਜਿਹੀ ਗੱਲ ਹੋ ਗਈ ਜਿਹੜੀ ਫਿੱਟ ਨਹੀਂ ਆਉਂਦੀ ਤੁਹਾਡੇ ਸਿਸਟਮ ਦੇ ਵਿੱਚ, ਜਿਹਦੇ ਨਾਲ ਤੁਸੀਂ ਤੇ ਕੰਸਰਨਡ ਅਥਾਰਟੀਜ਼ ਨੂੰ ਪਤਾ ਲੱਗ ਗਿਆ, ਉਹਨਾਂ ਨੇ ਲੱਤ ਚੱਕ ਦੇਣੀ ਹੈ ਜਦੀ। ਕਿਸੇ ਘਰ ਦੇ ਵਿੱਚ ਕੁਛ ਅੱਗ ਦੀ ਘਟਨਾ ਹੋ ਜਾਵੇ, ਅੱਗ ਲੱਗ ਜਾਵੇ, ਜਿਹੜਾ ਅੱਗ ਢੱਠਿਆ ਘਰ ਆ ਨਾ, ਜਿਹੜੇ ਐਕਸਪਰਟਸ ਨੇ ਉਹ ਕੱਲੀ ਕੱਲੀ ਚੀਜ਼ ਲੱਭ ਲੈਂਦੇ ਨੇ ਸਵਾਹ ਦੇ ਢੇਰ ਦੇ ਵਿੱਚੋਂ ਵੀ, ਕਿ ਕੀ ਇਹਦੇ ਵਿੱਚ ਹੋਇਆ, ਕੀ ਨਹੀਂ ਹੋਇਆ, ਕਿਸੇ ਹੋਈ। ਇਹ ਕਹਿੰਦਾ ਲਾ ਕੇ ਭੱਜੀ, ਲਾ ਕੇ ਕੋਈ ਬੰਦਾ ਕਹੇ ਸਿੱਟ ਪੀਪੀ ਤੇਲ ਦੀ ਤੇ ਆਹ ਕਰ ਲਾ, ਉਹ ਚੀਜ਼ਾਂ ਈਵਨ ਕਾਰਾਂ ਗੱਡੀਆਂ ਦੇ ਚੱਲਦਾ ਰਿਹਾ ਬਈ, ਲਿਆ ਬਾੜ ਕਾਰ ਅੰਦਰ ਤੇ ਠੋਕੀ ਇਹਦੇ ਤੇ ਡਾਂਗ, ਲਿਆ ਇੱਥੋਂ ਜਿਹੜੀ ਹੈ ਮੇਖ ਤੇ ਫੇਰੀਏ ਤੇ ਲਈਏ ਇਹਦਾ ਕਲੇਮ। ਇਹ ਬਹੁਤ ਕੁਝ ਚੱਲਿਆ ਭਾਈਚਾਰੇ 'ਚ, ਪਤਾ ਹੈ ਲੋਕਾਂ ਨੂੰ ਕੀ ਹੁੰਦਾ ਰਿਹਾ। ਜੇ ਤੁਸੀਂ ਕਹੋ ਇੱਕ ਆਮ ਕੀਤਾ ਕੰਮ ਤੇ ਇੱਕ ਜਾਣ ਕੇ ਕੀਤਾ ਕੰਮ, ਉਹਦਾ ਫਰਕ ਹੈ। ਐਕਸਪਰਟਸ ਇਹੀ ਗੱਲ ਦੇ ਨੇ, ਉਹਨਾਂ ਨੂੰ ਸਭ ਪਤਾ ਲੱਗ ਜਾਂਦਾ। ਨਾਲੇ ਅੱਜ ਦੇ ਸਮੇਂ 'ਚ ਜਿਹੜੇ ਯੁੱਗ 'ਚ ਤੁਸੀਂ ਰਹਿੰਦੇ ਹੋ, ਮੈਂ ਰਹਿਣਾ, ਸਾਰੇ ਆਪਾਂ ਰਹਿੰਦੇ ਆ, ਇਹਦੇ 'ਚ ਤਾਂ ਉਹ ਜਦ ਇੰਚ ਦੀ ਤੁਹਾਡੀ ਮੂਵ ਲੱਭ ਲੈਣਗੇ, ਇੰਚ ਦੀ ਤੁਹਾਡੀਆਂ ਸੈਲੂਲਰ ਸਰਵਿਸ, ਤੁਹਾਡਾ ਘਰ ਚੋਂ ਕਿੰਨੇ ਵਜੇ ਨਿਕਲੇ, ਕਿਹੜਾ ਰੋਡ ਮੁੜੇ, ਕਿੱਧਰ ਨੂੰ ਗਏ, ਕਿੱਥੇ ਪਹੁੰਚੇ, ਕਿਹੜੀਆਂ ਸੈਟ ਆਫ ਲਾਈਸ ਟੱਪੇ ਤੇ ਕਿਹੜੇ ਬਿਜ਼ਨਸ ਤੁਸੀਂ ਵੜ ਗਏ, ਉੱਥੇ ਦੇ ਵੀਡੀਓ ਸਰਵੇਲੈਂਸ ਕੈਮਰੇ। ਤੁਸੀਂ ਇਹ ਬਹੁਤ ਵੱਡਾ ਇੱਕ ਇਸ਼ੂ ਹੈ। ਇਹਨੂੰ ਆਪਾਂ ਇੱਕ ਕੰਮ ਕਰੀਏ ਕਿ ਪ੍ਰੋਪਰ ਕੰਮ ਕਰੀਏ। ਕੋਈ ਵੀ ਜੇ ਕਰਦੇ ਹੋ ਤੁਸੀਂ, ਇਸ ਤਰ੍ਹਾਂ ਨਾ ਕਰੋ। ਇੱਕ ਤਾਂ ਹਰਟ ਹੁੰਦੀ ਹੈ ਇਕਨੋਮੀ, ਜਿਹੜੇ ਬੰਦੇ ਇਸ ਕੰਮ 'ਚ ਲੱਗਿਆ। ਦੂਸਰੀ, ਅਸੀਂ ਇਸ ਦੇਸ਼ ਨਾਲ ਵਫਾ ਨਹੀਂ ਕਰ ਰਹੇ ਜਿਹਦੇ 'ਚ ਸਾਡੀਆਂ ਆਉਣ ਵਾਲੀਆਂ ਸੰਤਾਨਾਂ, ਆਉਣ ਵਾਲੀ ਪੀੜ੍ਹੀ ਨੇ ਰਹਿਣਾ। ਸਰਦਾਰ ਹਰਦਿਆਲ ਸਿੰਘ ਜੀ, ਤੁਸੀਂ ਏਅਰ ਤੇ ਹੋ। ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਲਾਈਨ ਨੰਬਰ 1। ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਪਹਿਲਾਂ ਤਾਂ ਵਧਾਈਆਂ ਤੁਹਾਨੂੰ ਜੀ, ਧੰਨਵਾਦ ਗੱਲਾਂ ਵਾਸਤੇ। ਹਾਂਜੀ, ਸਾਰੀਆਂ ਗੱਲਾਂ ਜਿੰਨੀਆਂ ਹੁਣ ਤੱਕ ਹੋ ਗਈਆਂ, ਮੈਂ ਸਾਰੀਆਂ ਡਿਟੇਲ 'ਚ ਨਹੀਂ ਜਾਂਦਾ ਜੀ ਜੀ, ਕਿੰਨਾ ਚਿਰ ਲੱਗ ਜਾਊ ਜੀ। ਇੱਕ ਮੈਂ ਪੁੱਛਣਾ ਸੀ ਤੁਹਾਨੂੰ, ਇਹ ਜਿਹੜਾ ਆਪਣੇ ਜਿਹੜਾ ਕਿਚਨ ਸਰਵਿਸ, ਜਿਹੜੀ ਟਿਫਨ ਸਰਵਿਸ ਆ, ਇਹ ਇਲੀਗਲ ਹੈ ਜੀ? ਜਿਹੜੀ ਨਾ ਜੀ, ਤੁਸੀਂ ਇੱਕ ਹੁਣ ਤੁਸੀਂ ਜੇ ਘਰ ਦੇ 4 ਮੈਂਬਰ 5 ਮੈਂਬਰ ਹੋ, ਘਰ ਦੀ ਕਿਚਨ ਤਾਂ ਤੁਸੀਂ ਆਪਣੇ ਲਈ ਬਣਾਈ ਹੋਈ ਹੈ ਨਾ ਜੀ। ਹਾਂਜੀ, ਜੇ ਉਹਦੇ 'ਚ ਹੁਣ 200 ਬੰਦਿਆਂ ਦਾ ਕੁੱਕ ਕਰ ਰਹੇ ਹੋ ਤੁਸੀਂ, ਉਹ ਇਲੀਗਲ ਹੈ ਨਾ? ਹਾਂ, ਤੁਸੀਂ ਕਮਰਸ਼ੀਅਲ ਕਰ ਰਹੇ ਹੋ ਨਾ ਜੀ। ਤੁਸੀਂ ਦੇਖੋ, ਆਪਾਂ ਜਿਹੜੇ ਹੁਣ ਆ ਮਾਰਕੀਟ ਪਲੇਸ ਹੈਗੀ ਫੇਸਬੁੱਕ ਤੇ, ਉੱਥੇ ਤਾਂ ਇਹਨਾਂ ਦੀਆਂ ਐਡਾਂ ਤੇ ਐਡਾਂ ਭਰੀਆਂ। ਬਿਲਕੁਲ ਜੀ, ਸਾਗ ਲੈ ਲਓ, ਮੈਂ ਇਹ ਲੈ ਲਓ, ਉਹ ਲੈ ਲਓ, ਤੁਹਾਨੂੰ ਉੱਥੋਂ ਹੀ ਚੱਕਣਾ ਨਾ। ਘਰ 'ਚ ਕੋਈ ਅਨਸਰਟਨ ਹੋ ਗਈ ਗੱਲ, ਉਹਦੇ ਬਾਅਦ ਫਿਰ ਉੱਥੋਂ ਹੀ ਪੰਗੇ ਪੈਣੇ ਆ ਨਾ ਜੀ। ਬਿਲਕੁਲ। ਮੈਂ ਇੱਕ ਵਾਰੀ ਨਾ ਜੀ, ਮੈਂ ਐਕਚੁਅਲੀ ਜਾਣਬੁੱਝ ਕੇ ਕਿਸੇ ਨੂੰ ਕਿਹਾ ਸੀ ਜੀ, ਚੱਕਣਾ ਜੀ ਸਾਗ ਤੇ ਮੱਕੀ ਰੋਟੀ ਸੀ, ਤੇ ਉਹ ਕਹਿੰਦੇ, ਮੈਂ ਫਿਰ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਹੈਲਥ ਕੈਨੇਡਾ ਤੋਂ ਸਰਟੀਫਾਈਡ ਹੋ, ਅਪਰੂਵਡ ਹੋ? ਉਹਨਾਂ ਨੇ ਮੁੜ ਕੇ ਮੈਨੂੰ ਜਵਾਬ ਨਹੀਂ ਦਿੱਤਾ। ਯੈਸ, ਤਾਂ ਮੈਨੂੰ ਸ਼ੱਕ ਸੀ ਇਹ ਇਲੀਗਲ ਆ। ਲੋਕੀ ਤਾਂ ਬਹੁਤ ਕਰਦੇ ਪਏ ਆ ਜੀ। ਇੱਕ ਹੁਣ ਸਰਦਾਰ ਸਾਹਿਬ, ਤੁਸੀਂ ਆ ਦੇਖੋ, ਐਡ ਕੀਤੀ ਗੱਲ ਮੇਰੇ ਚੋਂ ਵਿਸਰੀ ਹੋਈ ਸੀ। ਉਸ ਫੂਡ ਦੇ ਰਾਹੀਂ ਕੁਝ ਹੋ ਗਿਆ, ਉੱਥੇ ਕੁਝ ਗਲਤ ਹੋ ਗਿਆ। ਬਿਲਕੁਲ, ਤੁਸੀਂ ਲਾਇਸੈਂਸ ਨਹੀਂ ਹੈ, ਲਾਇਸੈਂਸ ਸ਼ੈਫ ਨਹੀਂ ਹੈ, ਲਾਇਸੈਂਸ ਫੈਸਿਲਿਟੀ ਨਹੀਂ ਹੈ। ਬਿਲਕੁਲ, ਹਾਂ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਸਰ ਜੀ। ਦੇਖੋ, ਇਹ ਮੈਂ ਹੁਣ ਜਿਹੜੀ ਇਹਨਾਂ ਨੇ ਗੱਲ ਕੀਤੀ, ਉਹ ਇੱਕ ਹੋਰ ਐਡ ਆਨ ਹੁੰਦੀ ਹੈ। ਮੈਂ ਤੁਹਾਨੂੰ ਦੱਸਦਾ ਵੀ ਕਈ ਵਾਰ ਚੀਜ਼ਾਂ ਸਿਆਣੇ ਬੰਦੇ ਕਿਵੇਂ, ਅਸੀਂ ਦੋਸਤ ਨੇ ਸਾਰੇ, ਤੁਹਾਨੂੰ ਪਤਾ ਹੈ, ਭਰਾ ਨੇ ਸੰਘਾ ਸਾਹਿਬ, ਉਹਨਾਂ ਦੇ ਵੈਜੀ ਹਟ ਪੀਜ਼ੇ ਤੇ ਅਸੀਂ ਬੈਠੇ, ਤੇ ਉਹ ਦੁਆਬੇ ਦੇ ਲੋਕ ਜਿੰਨੇ ਭਰਾ ਨੇ ਸਾਡੇ, ਉਹ ਠੰਡ ਦੇ ਵਿੱਚ ਪਿੰਨੀਆਂ ਵਗੈਰਾ ਬਹੁਤ ਵਧੀਆ ਬਣਾਉਂਦੇ ਨੇ, ਸ਼ੌਕ ਹੈ ਉਹਨਾਂ ਨੂੰ। ਮਾਲਵੇ ਦੇ ਵਿੱਚ ਵੀ ਬਣਾਉਂਦੇ ਨੇ, ਮਾਲਵੇ 'ਚ ਖੋਆ ਤੇ ਦੇਸੀ ਘਿਓ ਰਲਾਉਂਦੇ ਨੇ ਜ਼ਿਆਦਾ। ਘਿਓ ਰਲਾਉਣਾ, ਖੋਆ ਰਲਾਉਣਾ ਕਹਿੰਦੇ ਨੇ। ਉਹ ਡਰਾਈ ਫਰੂਟਸ ਜ਼ਿਆਦਾ, ਸੁੰਡ, ਇਹ ਅਜਵਾਇਣ ਤੇ ਗਰਮ ਚੀਜ਼ਾਂ ਦੁਆਬੇ ਦੇ ਵਿੱਚ ਪਹਿਲਾਂ ਤੋਂ ਹੀ, ਇਹ ਜਿਹੜੀ ਉਹ ਚੀਜ਼ ਦੀ ਇੱਕ ਹੁੰਦੀ ਹੈ ਕਿਸੇ ਏਰੀਏ ਦੀ ਖਾਸੀਅਤ, ਉਹ ਉਹਨਾਂ ਨੇ ਬਹੁਤ ਵਧੀਆ ਬਣਾਈਆਂ। ਅਸੀਂ 5-4 ਬੈਠੇ, ਉਹ ਕਹਿੰਦੇ ਵੀ ਆਹ ਤਾਂ ਰੈਸਪੀ ਬਹੁਤ ਵਧੀਆ ਹੈ, ਤੇ ਇਹਨੂੰ ਆਪਾਂ ਬਣਾਈਏ ਤੇ ਇਹਨੂੰ ਆਪਾਂ ਕਹੀਏ ਲੋਕਾਂ ਨੂੰ। ਮੈਂ ਕਿਹਾ ਬਾਈ ਜੀ ਤੁਸੀਂ ਬਣਾਓ, ਮੈਂ ਕਹਿ ਦੂੰਗਾ ਬਈ ਆਹ ਤਾਂ ਯਾਰ ਲੋਕਾਂ ਦਾ ਫਾਇਦਾ ਹੋ ਜੂ, ਇੰਨੀ ਵਧੀਆ ਤੁਸੀਂ ਇੰਨੀ ਐਨਰਜੀ ਵਾਲੀਆਂ ਚੀਜ਼ਾਂ ਬਣਾਈਆਂ ਆਪਣੇ ਲਈ। ਉਹ ਕਹਿੰਦੇ ਨਾ, ਇਹ ਨਹੀਂ ਕਰ ਸਕਦੇ, ਆਪਾਂ ਲਾਇਸੈਂਸਡ ਪੀਜ਼ੇ ਲਈ ਆ ਤੇ ਖਾਣੇ ਲਈ। ਇੱਥੋਂ ਮੈਂ ਕੁੱਕ ਕੀਤਾ, ਇੱਥੋਂ ਬਣਾਈ, ਆਪਣੇ ਘਰ 'ਚੋਂ ਵਿਕੀ, ਡਰਾਈ ਫਰੂਟ, ਉਹਦੀ ਮੈਨੂੰ ਫੂਡ ਵੈਲਿਊ ਨਹੀਂ ਪਤਾ, ਕੋਈ ਕਹਾਣੀ ਨਹੀਂ ਪਤਾ, ਕਿਸੇ ਨੂੰ ਐਲਰਜੀ ਹੋ ਜਾਏ, ਕੋਈ ਗੱਲ ਹੋ ਜਾਵੇ, ਤੇ ਕੌਣ ਪੰਗੇ 'ਚ ਪਊ? ਆਪਾਂ। ਮਤਲਬ ਇਸ ਤਰ੍ਹਾਂ ਮੈਂ ਤੁਹਾਨੂੰ ਕਹਿਣਾ ਵੀ ਜਦ ਇੱਥੇ ਗੱਡੀ ਰੁੜਦੀ ਆ, ਰੁੜੀ ਜਾਂਦੀ ਆ, ਰੁੜੀ ਹੋ ਸਕਦਾ 10-10 ਸਾਲ ਰੁੜੀ ਜਾਵੇ,
ਪਰ ਜਿੱਦਣ ਕਿਤੇ ਪਹੀਆ, ਜਿੱਦਣ ਟਾਇਰ ਦਾ ਪਟਾਕਾ ਪਿਆ ਨਾ, ਪੜਾਕਾ ਜਿਹੜਾ ਕਹਿੰਦੇ ਆ, ਫਿਰ ਉੱਥੇ ਮੈਨੂਫੈਕਚਰਰ ਤੋਂ ਲੈ ਕੇ, ਰਿਮ ਤੋਂ ਲੈ ਕੇ, ਟਿਊਬਲੈਸ ਟਾਇਰ ਵਾਲੇ ਤੋਂ ਲੈ ਕੇ, ਡਰਾਈਵਰ ਦੀ ਕੁਆਲੀਫਿਕੇਸ਼ਨ ਤੋਂ ਲੈ ਕੇ, ਸੜਕ ਤੋਂ ਲੈ ਕੇ, ਕੰਡੀਸ਼ਨ ਤੋਂ ਲੈ ਕੇ 10 ਦੇ ਕਰੀਬ, ਕਦੇ ਘੱਟੋ ਘੱਟ 10 ਦੇ ਕਰੀਬ ਏਜੰਸੀਆਂ ਇਕੱਠੀਆਂ ਹੁੰਦੀਆਂ ਨੇ ਫਿਰ ਉੱਥੇ। ਇਹ ਯਾਦ ਰੱਖਿਓ। ਮੈਂ ਇਹ ਬੇਨਤੀ ਕਰਦਾ, ਅਗਾਹ ਆਪਣੀ ਕਮਿਊਨਿਟੀ ਨੂੰ ਕਰਨਾ ਚਾਹੀਦਾ। ਚਾਹੇ ਹਾਲਾਂਕਿ ਅੱਜ ਗੁੱਸੇ ਹੋਣਗੇ ਬਹੁਤ ਲੋਕ ਜਿਹੜੇ ਘਰ ਤੋਂ ਇਹ ਕਰਦੇ ਨੇ, ਮੇਰੇ ਤੇ ਨਿੱਜੀ ਤੌਰ ਤੇ, ਜਿਵੇਂ ਇਲੈਕਸ਼ਨ ਦੇ ਵੇਲੇ ਆਪਾਂ ਇਲੀਗਲ ਇਮੀਗ੍ਰੇਸ਼ਨ ਤੇ ਕੰਮ ਕੀਤਾ ਕਿੰਨਾ, ਬਈ ਆਹ ਜਿਹੜਾ ਕਰ ਰਹੇ ਹੋ ਉਹ ਆਪਣੇ ਖਿਲਾਫ ਗਿਆ। ਉਹ ਕਹਿੰਦਾ ਇਹ ਤਾਂ ਆਉਣੋਂ ਰੋਕਦਾ, ਇਹ ਤਾਂ ਐਂ ਕਰਦਾ, ਇਹ ਉਹ ਕਰਦਾ। ਪਰ ਗੱਲ ਸੱਚ ਉਹੀ ਸੀ ਕਿ ਗਲਤ ਨੂੰ ਤੁਸੀਂ ਗਲਤ ਜੇ ਨਹੀਂ ਕਹਿਣਾ, ਕਿਸੇ ਨੇ ਤਾਂ ਕਹਿਣਾ ਨਾ। ਖਾਣੇ ਵਾਲਿਆਂ ਨੂੰ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਕਿ ਜਿਹੜਾ ਤੁਸੀਂ ਖਾਣਾ ਇਹਦਾ ਇਹ ਬਾਰਨ ਵਗੈਰਾ ਲੈ ਕੇ ਜਾਂ ਕੋਈ ਸਿਸਟਮ ਜਿਹਦੇ ਤੇ ਵਿਜ਼ਿਟ ਵਾਲੇ ਲੋਕ ਕੰਮ ਕਰਦੇ ਆ, ਤੇ ਉਹਨੂੰ ਥੋੜ੍ਹਾ ਜਿਹਾ ਪ੍ਰੋਪਰ ਕਰ ਲਓ। ਤਾਂ ਸੇਵਾ ਵੀ ਜੇ ਤੁਸੀਂ ਕਰਦੇ ਹੋ, ਸਰਬੱਤ ਦਾ ਭਲਾ ਇੱਕ ਅਸੀਂ ਗਰੁੱਪ ਬਣਾਇਆ ਦੋਸਤਾਂ ਨੇ ਰਲ ਕੇ, ਬਲਜਿੰਦਰ ਸਿੰਘ ਸੰਘਾ, ਚੰਦੀ ਸਾਹਿਬ ਹੋਣੀ, ਲਾਲੀ ਬਸਰੇ ਹੋਣੀ ਤੇ ਹੋਰ ਗੁਰਤਾਜ ਹੋਣੀ, 5-6 ਜਣੇ। ਹਰ ਬੁੱਧਵਾਰ ਨੂੰ ਅਸੀਂ ਵਾਲੀ ਦੇ ਵਿੱਚ ਸੇਵਾ ਕਰਦੇ ਹਾਂ ਲੋਕਾਂ ਦੀ। ਘਰ 'ਚੋਂ ਵੀ ਸਾਨੂੰ ਪਤਾ ਵੀ ਚੌਲ ਘਰੋਂ ਬਣ ਸਕਦੇ ਨੇ, ਘਰ ਦੇ ਵਿੱਚੋਂ ਸਬਜ਼ੀਆਂ ਬੀਬੀਆਂ ਨੂੰ ਕਹਿ ਦਈਏ ਬਣਾ ਦੇਂਗੇ, ਸਮੋਸੇ ਬਣਾ ਦਿੰਦੀਆਂ ਨੇ, ਪੀਜ਼ਾ ਘਰੇ ਬਣਾ ਦਿਆਂ, ਪਰ ਨਹੀਂ, ਉਹ ਪੂਰਾ ਪ੍ਰੋਪਰ ਰੈਸਟੋਰੈਂਟ ਤੋਂ ਰਸੀਦ ਦੇ ਨਾਲ ਸਮਾਨ ਲੈ ਕੇ ਜਾਈਦਾ, ਜਿਹੜਾ $500-700 ਦਾ। ਵੀ ਕੱਲ੍ਹ ਨੂੰ ਕੋਈ ਉੱਥੇ ਇਸ਼ੂ ਹੋ ਜਾਵੇ, ਕੀ ਪਤਾ ਉੱਥੇ ਵਿਚਾਰੇ ਵਕਤ ਦੇ ਮਾਰੇ ਤਾਂ ਪਹਿਲਾਂ ਤੁਰੇ ਫਿਰਦੇ ਆ, ਪੁਲਿਸ ਵਾਲੇ ਆਉਂਦੇ ਆ, RCMP ਚੈੱਕ ਕਰਦੀ ਆ, ਵੇਖਦੀ ਆ, ਸੇਵਾ 'ਚ ਵੀ ਨਹੀਂ ਕਰਨ ਦਿੰਦੇ ਉਹ। ਜੇ ਤੁਸੀਂ ਕਮਰਸ਼ੀਅਲ ਕਰ ਰਹੇ ਹੋ ਫਿਰ ਤਾਂ ਤੁਸੀਂ ਬਿਲਕੁਲ ਅਲੱਗ। ਮਤਲਬ ਹੈ ਇਹ ਜਿਹੜੀਆਂ ਕੁਛ ਕੁ ਚੀਜ਼ਾਂ ਮੇਰੇ ਧਿਆਨ ਗੋਚਰੇ ਪਿਛਲੇ ਦਿਨ ਆਈਆਂ, ਜਦ ਵੋਟਾਂ ਨੂੰ ਦੇਖਦੇ ਕਰਦੇ ਫਿਰਦੇ ਸੀ, ਮੈਂ ਕਿਹਾ ਵੀ ਇਹ ਤੁਹਾਡਾ ਠੀਕ ਨਹੀਂ ਹੈ ਕੰਮ। ਚਾਹੇ ਰਿਸ਼ਤੇਦਾਰ ਸੀ, ਦੋਸਤ ਸੀ, ਉਹ ਤੰਗੀ ਵੀ ਹੋਈ, ਮੈਂ ਕਿਹਾ ਤੁਹਾਡੀ ਮਰਜ਼ੀ ਆ, ਤੰਗੀ ਤੁਸੀਂ ਕਰਨੀ ਹੈ ਕਰ ਲਓ, ਪਰ ਇਸ ਨੂੰ ਸਹੀ ਕਰੋ। 604-204-0600 ਤੁਸੀਂ ਕੋਈ ਹੋਰ ਇਸ ਵਿਸ਼ੇ ਤੇ ਗੱਲ ਕਰਨੀ ਹੋਵੇ। ਪ੍ਰੋਗਰਾਮ ਦੇ ਸਪਾਂਸਰ ਨੇ ਬਸੰਤ ਮੀਟ ਸ਼ਾਪ। ਬਸੰਤ ਮੀਟ ਸ਼ਾਪ ਐਬਸਫੋਰਡ 'ਚ ਖੁੱਲ੍ਹੀ ਹੈ, 31940 ਸਾਊਥ ਫਰੇਜ਼ਰ ਬੇ ਐਬਸਫੋਰਡ। ਮਨਜਿੰਦਰ ਸਿੰਘ ਪੰਧੇਰ ਹੋਰਾਂ ਨੇ ਇਹ ਖੋਲ੍ਹੀ ਹੈ। ਹਰ ਕਿਸਮ ਦਾ ਮੀਟ ਜਿਹੜਾ ਵੀ ਤੁਸੀਂ ਕੋਈ ਵੀ ਲਾਈਕ ਕਰਦੇ ਹੋ, ਪਸੰਦ ਕਰਦੇ ਹੋ, ਚਿਕਨ, ਲੈਂਬ, ਗੋਟ ਵਗੈਰਾ, ਜਾਂ ਤੁਸੀਂ ਉਹ ਰੈਡੀ ਕੀਤਾ ਲੈ ਕੇ ਆਉਣਾ ਮੈਰੀਨੇਟ, ਜਾਂ ਖੁਦ ਕਰਨਾ, ਤੁਸੀਂ ਖੁਦ ਬਣਾਉਣਾ ਉਹਨੂੰ, ਬਹੁਤ ਉੱਥੇ ਜਾ ਕੇ ਵੇਖਿਓ, ਕੁਛ ਚੀਜ਼ਾਂ ਬਣੀਆਂ ਬਣਾਈਆਂ ਵੀ ਤੁਹਾਨੂੰ ਮਿਲਦੀਆਂ ਨੇ। 604-776-3535 604-776-3535 ਬਸੰਤ ਮੀਟ ਸ਼ਾਪ ਪ੍ਰੋਗਰਾਮ ਦੇ ਸਪਾਂਸਰ ਨੇ। ਸਫਾਈ ਪੂਰੀ, ਉਸ ਤੋਂ ਬਾਅਦ ਕੁਆਲਿਟੀ ਦਾ ਮੁੱਲ ਕੋਈ ਨਹੀਂ। ਜਾ ਕੇ ਵੇਖਿਓ, ਪਤਾ ਲੱਗੂਗਾ ਤੁਹਾਨੂੰ ਕਿ ਕਿੰਨਾ ਕੁ ਵਧੀਆ ਜਿਹੜਾ ਸਾਫ਼ ਬਿਜ਼ਨਸ ਤੇ ਕਿਸ ਤਰ੍ਹਾਂ ਦੀ ਕਸਟਮਰ ਸਰਵਿਸ ਹੈ। ਪੰਜਾਬ ਫੋਰੈਕਸ, ਗਗਨ ਸਿੰਘ, ਪੰਜਾਬ ਨੂੰ ਡਾਲਰਾਂ ਦਾ ਰੇਟ ਅੱਜ ਦਾ ਸਭ ਤੋਂ ਵਧੀਆ ਜਿੰਨਾ ਹੋਏਗਾ ਉਹ ਮਿਲੇਗਾ। ਉਧਰ ਰੁਪਈਏ ਦੇ ਕੇ ਡਾਲਰ ਇੱਥੇ ਲੈਣੇ ਆ। 604-349-1313 ਦਾਅਵਾ ਤੇ ਵਾਅਦਾ ਪੱਕਾ। 6043491313 ਗਗਨ ਮਨੀ ਗਗਨ ਸਿੰਘ ਪੰਜਾਬ ਫੋਰੈਕਸ ਜਿਹੜਾ ਉਹਨਾਂ ਦਾ ਬਿਜ਼ਨਸ ਹੈ। ਦਾਅਵਾ ਤੇ ਵਾਅਦਾ ਪੱਕਾ। 604-349-1313। ਪਰਮਿੰਦਰ ਸਿੰਘ ਥਿੰਦ ਪ੍ਰੋਗਰਾਮ ਦੇ ਸਪਾਂਸਰ। 604-828-7213। ਅਲਬਰਟਾ BC ਸਵਾਮਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮੌਰਗੇਜ, ਸੁਪਰ ਵੀਜ਼ਾ, ਡਿਸੇਬਿਲਿਟੀ ਦੀ ਇੰਸ਼ੋਰੈਂਸ। 604-828-7213। ਸ਼ੇਰਗਿਲ ਸਾਹਿਬ, ਲਾਈਨ ਨੰਬਰ 1 ਤੁਸੀਂ ਏਅਰ ਤੇ ਹੋ। ਆਪਣੀ ਜਿੱਦਾਂ ਆਪਾਂ ਜੀ ਕੈਨੇਡੀਅਨ ਤੌਰ ਤੇ ਜਿੱਦਾਂ ਹੈਗੇ ਆ, ਆਪਾਂ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ, ਕੰਪਲੇਂਟ ਕਰਨੀ ਚਾਹੀਦੀ ਮੇਰੇ ਹਿਸਾਬ ਨਾਲ। ਜਿੱਦਾਂ ਨੂੰ ਕਦੇ ਮੌਕਾ ਮਿਲੇ ਨਾ ਸਵਿਟਜ਼ਰਲੈਂਡ ਜਾਣ ਦਾ। ਅੱਛਾ ਜੀ। ਸਵਿਟਜ਼ਰਲੈਂਡ ਸਾਰੇ ਫੌਜੀ ਆ, ਸਾਰੇ ਪੁਲਿਸ ਵਾਲੇ ਆ। ਅੱਛਾ ਜੀ। ਠੀਕ ਹੈ, ਜਾਓ ਮੈਂ ਰਿਹਾ ਉੱਥੇ 91-2 ਵਿੱਚ, ਤਾਂ ਉਹਦੇ 1 ਮਿੰਟ ਵੀ ਕੰਪਲੇਂਟ ਕਰਦੇ ਆ। ਤੁਸੀਂ ਟੈਕਸੀ ਬੈਠੇ, ਟੈਕਸੀ ਵਾਲੇ ਤੁਹਾਡਾ ਫੌਜੀ ਆ। ਵਾਹ, ਇੰਨੇ ਮੁਲਕ ਦੇ ਵਫਾਦਾਰ ਆ ਉਹ। ਆਪਾਂ ਨੂੰ ਕੈਨੇਡੀਅਨ ਹੋਣ ਦੇ ਨਾਤੇ ਬਿਲਕੁਲ ਕੰਪਲੇਂਟ ਕਰਨੀ ਚਾਹੀਦੀ ਹੈ। ਜਿੱਥੇ ਤੁਹਾਨੂੰ ਪੇਪਰ ਮਿਲਦਾ ਬਾਈਲਾ ਨੂੰ ਉਹਨੂੰ ਕੰਪਲੇਂਟ ਕਰੋ ਮੇਰੇ ਹਿਸਾਬ ਨਾਲ, ਜੇ ਵਧੀਆ ਸ਼ਹਿਰੀ ਬਣਨਾ ਤਾਂ। ਥੈਂਕ ਯੂ ਸ਼ੇਰਗਿਲ ਸਾਹਿਬ, ਥੈਂਕ ਯੂ। ਜਾਂ ਸਾਡੇ ਮੁਲਾਜ਼ੇ, ਸਾਡੀ ਰਿਸ਼ਤੇਦਾਰੀ, ਭੈਣ ਭਾਈ, ਉਹ ਚੀਜ਼ਾਂ ਮੂਹਰੇ ਆ ਜਾਂਦੀਆਂ। ਤੁਹਾਨੂੰ ਇਨਸਾਫ, ਹੁਣ ਜਿਹੜੇ ਦੇਸ਼ ਦੀ ਗੱਲ ਕੀਤੀ, ਸਵਿਸ ਦੇ ਵਿੱਚ ਦੇਖੋ, ਦੁਨੀਆ ਦਾ ਸਭ ਤੋਂ ਬਿਹਤਰੀਨ ਮੁਲਕ, ਉਹਨਾਂ ਦੇ ਐਲਪਾਈਨਸ ਨੇ ਜਿਹੜੀਆਂ ਪਹਾੜੀਆਂ, ਉਹਨਾਂ ਦੇ ਚਸ਼ਮੇ, ਉਹਨਾਂ ਦਾ ਪਾਣੀ, ਪਰ ਕੈਪਟਾ ਸਭ ਤੋਂ ਵੱਧ ਹਥਿਆਰ ਨੇ ਉਹ ਸੈਕਿੰਡ ਨੇ ਉਹ ਅਮਰੀਕਾ ਤੋਂ ਬਾਅਦ।
ਇੱਕ ਵੀ ਘਟਨਾ ਨਹੀਂ ਹੁੰਦੀ, ਕੋਈ ਉੱਥੇ ਮਰਡਰ ਨਹੀਂ, ਕੋਈ ਉੱਥੇ ਨਹੀਂ, ਜੇਲ੍ਹਾਂ ਖਾਲੀ ਪਈਆਂ ਨੇ। ਹਰ ਇੱਕ ਬੰਦੇ ਨੂੰ ਮਿਲਟਰੀ 'ਚ ਸਰਵ ਕਰਨਾ ਪੈਣਾ, ਤੇ ਲੋਕ ਇੰਨੇ ਵਫਾਦਾਰ ਨੇ, ਮਤਲਬ ਤੁਸੀਂ ਗੱਲਾਂ ਕਰਨ ਵਾਲੀਆਂ ਨੇ, ਕਦੇ ਘੁੰਮ ਕੇ ਆ ਕੇ ਪਤਾ ਲੱਗਦਾ ਉੱਥੇ ਜਾ ਰਹਿ ਕੇ ਆਓਗੇ। ਦੂਜਾ ਘਰਾਂ ਦਾ ਕੰਮ ਹੈ, ਰੈਨੋਵੇਸ਼ਨ ਦਾ ਕੰਮ ਹੈ। ਘਰਾਂ 'ਚ ਤੁਸੀਂ ਕੰਮ ਕਰਾਉਂਦੇ ਹੋ, ਜਿਨ੍ਹਾਂ ਦੇ ਕੋਲ ਹੋ ਸਕਦਾ ਉਸ ਕੰਮ ਦੀ ਟਿਕਟ ਨਾ ਹੋਵੇ, ਤੇ ਘਰ 'ਚ ਤੁਸੀਂ ਉਹਨਾਂ ਤੋਂ ਕੰਮ ਕਰਾਉਂਦੇ ਹੋ। ਸਾਰੇ ਕਰਾਉਂਦੇ ਆ ਵੀ ਸਸਤਾ ਹੋਊ ਜੀ, ਕਿਹਨੂੰ ਸੱਦਾਂਗੇ, ਲਾਇਸੈਂਸਡ ਬੰਦਾ ਕਿਵੇਂ ਆਊ, ਤੇ ਉਹ ਤੁਹਾਡੇ ਘਰ ਦੇ ਕੁਛ ਕੰਮ ਕਰਦੇ ਉਹਦੇ ਸੱਟ ਲੱਗ ਜਾਏ, ਜਾਂ ਕੋਈ ਅਜਿਹੀ ਗੱਲ ਹੋ ਜਾਵੇ ਜਿਹੜੀ ਬਿਲਕੁਲ ਇਹ ਮੂਲੋਂ ਹੀ ਹੱਥੋਂ ਗੱਲ ਨਿਕਲ ਜਾਵੇ, ਤੇ ਇਹਦੇ ਨਾਲ ਇਨਵੋਲਵ ਜਿਹੜੀਆਂ ਨੇ ਏਜੰਸੀਆਂ ਹੋ ਜਾਣ, ਤੇ ਫਿਰ ਉਹ ਵੇਖੋ ਤੁਸੀਂ। ਹੁਣ ਘਰਾਂ ਦੇ ਵਿੱਚ ਬਾਲ ਬੱਚੇ ਸਾਡੇ ਆ, ਆਪਾਂ ਗੱਲਾਂ ਬਾਤਾਂ ਉਹਨਾਂ ਨਾਲ ਕਰਦੇ ਹਾਂ, ਕਈ ਵਾਰ ਬੱਚਾ ਘੂਰ ਦਿੰਦੇ ਹਾਂ ਆਪਾਂ, ਪਰ ਜੇ ਉਹ ਘੂਰ ਹੈ ਜਿਹੜੀ, ਉਹ ਅਥਾਰਟੀਜ਼ ਨੂੰ ਪਤਾ ਲੱਗ ਜਾਵੇ, ਹਾਲਾਂਕਿ ਉਹ ਕੁਛ ਵੀ ਨਾ ਚਾਹੇ ਹੋਵੇ, ਤੇ ਉਹਦੇ ਬਾਅਦ ਜਿੱਦਣ ਅਥਾਰਟੀਜ਼ ਆਉਂਦੀਆਂ ਨੇ, ਫਿਰ ਉਹ ਆਪਣੀ ਮਰਜ਼ੀ ਕਰਕੇ ਕਹਿੰਦੀਆਂ ਨੇ ਤੁਹਾਨੂੰ ਆਹ ਕੰਮ, ਆਹ ਕੰਮ, ਆਹ ਕੰਮ, ਆਹ ਹੋ ਸਕਦਾ, ਆਹ ਨਹੀਂ ਹੋ ਸਕਦਾ। ਫਿਰ ਉਹ ਬਾਈ ਬੁੱਕਸ ਬਹਿੰਦੇ ਨੇ ਉੱਥੇ ਆ ਕੇ। ਸੋ ਇਹ ਜਿਹੜੀਆਂ ਨੇ, ਮਤਲਬ ਸਿੱਧੀ ਜ਼ਿੰਦਗੀ ਚੱਲੀ ਜਾਵੇ, ਜਾਂ ਜ਼ਿੰਦਗੀ 'ਚ ਗੜਬੜ ਆ ਗਈ, ਉਹ ਇੱਕ ਬਹੁਤ ਵੱਡਾ ਇਸ਼ੂ ਹੈ। ਉਹਦੇ 'ਚ ਆਪਣੇ ਆਪ ਦੀ ਬੱਚਤ ਰੱਖਣ ਦੀ ਬਹੁਤ ਲੋੜ ਹੈ ਕਿ ਮੈਂ ਅਧਿਕਾਰ ਖੇਤਰ ਤੋਂ ਬਾਹਰ ਨਾ ਜਾਵਾਂ। ਸਰ ਜਸਵੀਰ ਸਿੰਘ ਗਰੇਵਾਲ ਜੀ, ਲਾਈਨ ਨੰਬਰ 1। ਧੰਨਵਾਦ ਸਰਦਾਰ ਜੀ। ਜੀ ਮੇਰੀ ਆਵਾਜ਼ ਆ ਰਹੀ ਹੈ ਜੀ? ਪੂਰੀ ਜੀ, ਪੂਰੀ ਐਨ ਟਣਕਦੀ ਹੈ। ਅੱਛਾ, ਪਹਿਲਾਂ ਤਾਂ ਤੁਹਾਡੇ ਜਿਹੜਾ ਸੂਬੇ ਦੇ ਨਿਵਾਸੀਆਂ ਨੇ ਜਿਹੜੀ ਸਰਕਾਰ ਚੁਣੀ ਹੈ ਜੀ, ਇਹਨਾਂ ਦਾ ਫੈਸਲਾ ਵਧੀਆ, ਔਰ ਉਹਨਾਂ ਨੂੰ ਵਧਾਈਆਂ। ਧੰਨਵਾਦ ਜੀ। ਸ਼ਾਇਦ ਇਹ ਸਰਕਾਰ, ਉਮੀਦ ਹੀ ਆ, ਸ਼ਾਇਦ ਨਹੀਂ, ਉਮੀਦ ਰੱਖਣੀ ਚਾਹੀਦੀ ਆ ਵੀ ਚੰਗੇ ਕਾਜ ਕਰਨਗੇ, ਔਰ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਨੇ ਉਹਨਾਂ ਨੂੰ ਇਹਦੀਆਂ ਵੀ ਵਧਾਈਆਂ। ਦੂਜਾ ਜਿਹੜਾ ਤੁਸੀਂ ਵਿਸ਼ਾ ਚੁਣਿਆ ਸਰਦਾਰ ਜੀ, ਮੇਰੇ ਇਹਦੇ ਤੇ, ਮੈਂ ਖੁਦ ਜਦੋਂ ਇਸ ਮੁਲਕ 'ਚ ਆਇਆ ਉਦੋਂ ਮੈਂ ਵੀ ਏਦਾਂ ਹੀ ਸੋਚਦਾ ਸੀ ਕਿ ਕਿਹੜੇ ਤਰੀਕੇ ਨਾਲ ਸੁਖਾਲੇ ਹੋ ਜਾਈਏ। ਉਹਦਾ ਕਾਰਨ ਇਹ ਸੀ ਕਿ ਮੈਨੂੰ ਇਸ ਮੁਲਕ ਦੇ ਤੌਰ ਤਰੀਕਿਆਂ ਦਾ ਗਿਆਨ ਨਹੀਂ ਸੀ, ਤੇ ਮੈਂ ਸਿੱਖੇ ਨਹੀਂ ਸਨ। ਹੁਣ ਜਿਹੜਾ ਕੁਛ ਇਹ ਲੋਕ ਕਰ ਰਹੇ ਨੇ, ਇਹਦੇ ਪਿਛੋਕੜ ਦੇ ਵਿੱਚ ਇੱਕ ਮਾਨਸਿਕਤਾ ਕੰਮ ਕਰਦੀ ਆ। ਉਹ ਮਾਨਸਿਕਤਾ ਹੈਗੀ ਆ ਬਹੁਤੇ ਨੂੰ ਥੋੜੇ ਦੇ ਵਿੱਚੋਂ ਤੇ ਚਲਾਕੀ ਦੇ ਨਾਲ ਪਾਉਣ ਦੇ ਤਰੀਕੇ ਅਪਣਾਉਣ ਦੀ। ਉਹ ਤਰੀਕੇ ਮਨੁੱਖ ਨੂੰ ਕਾਨੂੰਨ ਤੋਂ, ਕਿਉਂਕਿ ਅਸੀਂ ਕਾਨੂੰਨ ਨੂੰ ਪਹਿਲਾਂ ਭੰਨਦੇ ਆਏ ਆ, ਸਾਡਾ ਕਾਨੂੰਨ ਦੇ ਉੱਤੇ ਕੋਈ ਇੰਨਾ ਹੈ ਨਹੀਂ ਵੀ ਅਸੀਂ ਕਾਨੂੰਨ ਮੁਤਾਬਕ ਚੱਲੀਏ। ਉਹ ਸਾਨੂੰ ਇਹ ਆਦਤ ਪਈ ਹੋਈ ਆ। ਇਹਦਾ ਮਤਲਬ ਇਹ ਹੋਇਆ ਕਿ ਜਿਹਨੂੰ ਅਸੀਂ ਐਜੂਕੇਸ਼ਨ ਕਹਿੰਦੇ ਆ, ਉਹ ਤੋਂ ਅਸੀਂ ਸੱਖਣੇ ਆ। ਸਾਡੇ ਕੋਲੇ ਉਹ ਐਜੂਕੇਸ਼ਨ ਦਾ ਵਿਹਾਰ ਹੈ ਨਹੀਂਗਾ ਜਿਹੜਾ ਸਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਵੇ, ਚਾਹੇ ਭਾਵੇਂ ਅਸੀਂ BA MA ਪੜ੍ਹੇ ਹੋਏ ਆ ਜੀ। ਇਹ ਬਿਲਕੁਲ ਕਲੀਅਰ ਹੈ। ਦੂਸਰੀ ਗੱਲ ਇਹ ਹੈ ਕਿ ਤੁਸੀਂ ਇਲੈਕਸ਼ਨ ਦੇ ਵਿੱਚ ਵੀ ਮੈਂ ਸੁਣਦਾ ਰਿਹਾ, ਵੋਟਾਂ ਦੇ ਉੱਤੇ ਗੱਲ ਕਰਦੇ ਸੀ ਵੀ ਬਈ ਮੁੱਦਿਆਂ ਦੇ ਉੱਤੇ ਔਰ ਚੰਗੇ ਵਿਅਕਤੀ ਨੂੰ ਤੁਸੀਂ ਕਰੋ। ਉਹਦਾ ਕਾਰਨ ਹੈ ਕਿ ਸਾਨੂੰ ਆਪਣੇ ਉੱਤੇ ਸਵੈ ਭਰੋਸਾ ਨਾ ਹੋਣ ਕਰਕੇ ਅਸੀਂ ਆਪਣੀ ਚੰਗਿਆਈ ਦੂਸਰੇ ਦੇ ਸ਼ਬਦਾਂ ਵਿੱਚੋਂ ਲੱਭਦੇ ਹਾਂ। ਸਾਨੂੰ ਇਹ ਆਦਤ ਹੈ। ਉਹਦਾ ਇੱਕ ਵੱਡਾ ਜੇ ਉਦਾਹਰਨ ਲੈਣੀ ਹੋਵੇ ਤਾਂ ਪੰਜਾਬ ਦੇ ਵਿੱਚ ਜਦੋਂ ਕਿਸੇ ਵੀ ਵਿਅਕਤੀ ਨੇ ਪਿੰਡ ਚੋਂ ਜਾਂ ਸ਼ਹਿਰ ਚੋਂ ਕੰਮ ਕਰਾਉਣਾ ਹੈ, ਉਹ ਇਕੱਲਾ ਵੀ ਕਰ ਸਕਦਾ, ਉਹਦੇ ਕੋਲ ਗਿਆਨ ਵੀ ਹੁੰਦਾ, ਲੇਕਿਨ ਉਹ ਭਾਲਦਾ ਯਾਰ ਕੋਈ ਬੰਦਾ ਜਾਣ ਪਛਾਣ ਵਾਲਾ ਲੈ ਲਈਏ। ਉਹ ਜਾਣ ਪਛਾਣ ਵਾਲੇ ਨੇ ਭਾਵੇਂ ਕੋਈ ਗੱਲ ਨਹੀਂ ਕਰਨੀ ਹੁੰਦੀ, ਜਾ ਕੇ ਮਿੱਟੀ ਦਾ ਮਾਧੋ ਬਣ ਕੇ ਬੈਠਣਾ ਹੁੰਦਾ, ਪਰ ਕਿਉਂਕਿ ਸਾਡੇ ਕੋਲੇ ਭਰੋਸਾ ਨਹੀਂ, ਉਹ ਸਾਡੀ ਜਿਹੜੀ ਨਲਾਇਕੀ, ਮੈਂ ਤਾਂ ਇਹਨੂੰ ਨਲਾਇਕੀ ਆਖਾਂਗਾ ਵੀ ਜਿਹੜੀ ਸਾਡੀ ਇਹ ਨਲਾਇਕੀ ਹੈ, ਅਸੀਂ ਇਹਦੇ ਤੋਂ ਜਿੰਨੀ ਦੇਰ ਖੁਦ ਨਹੀਂ ਨਿਕਲਾਂਗੇ ਤਾਂ ਉਨੀ ਦੇਰ ਇਹ ਸੁਧਾਰ ਨਹੀਂ ਹੋਣਾ। ਤੇ ਦੂਸਰਾ ਇਹਦਾ ਤਰੀਕਾ ਹੁੰਦਾ ਕਾਨੂੰਨ ਦਾ। ਉਹ ਜਿਹੜੇ ਵੀ ਵਿਅਕਤੀ ਇਹ ਮਹਿਸੂਸ ਕਰਦੇ ਆ ਕਿ ਇਹ ਚੀਜ਼ਾਂ ਗਲਤ ਹੋ ਰਹੀਆਂ, ਇਹਦੇ ਨਾਲ ਸਾਡੀ ਜਿਹੜੀ ਹੋਂਦ ਹੈ ਉਹਦੇ ਉੱਤੇ ਵੀ ਸਵਾਲੀਆ ਚਿੰਨ੍ਹ ਲੱਗਦਾ, ਔਰ ਸਾਡੇ ਜਿਹੜੇ ਸਿਹਤ ਹੈ ਜਾਂ ਸਾਡਾ ਮੁਲਕ ਹੈ ਉਹਦੇ ਉੱਤੇ ਵੀ ਸਵਾਲੀਆ ਚਿੰਨ੍ਹ ਲੱਗਦਾ। ਜਿਹਨੂੰ ਇਹ ਮਹਿਸੂਸ ਹੁੰਦਾ ਉਹਦਾ ਇਹ ਅਖਲਾਕੀ ਫਰਜ਼ ਬਣਦਾ, ਉਹ ਏਦਾਂ ਦੀਆਂ ਬੇਨਿਜ਼ਮੀਆਂ ਦੇ ਖਿਲਾਫ ਆਵਾਜ਼ ਚੱਕੇ, ਸੁਚੱਜੇ ਤਰੀਕੇ ਨਾਲ ਚੱਕੇ। ਜਦੋਂ ਮੈਟਰ ਕੋਈ ਸਾਡਾ ਘਰ ਦਾ ਜਾਂ ਕੋਈ ਵੀ ਹੈ, ਇਹਦੇ ਨਾਲ ਸੁਧਾਰ ਹੋਣ ਦੇ ਚਾਂਸਸ ਜ਼ਿਆਦਾ ਨੇ। ਨਹੀਂ ਤਾਂ ਫਿਰ ਜਿਹੜਾ ਕੰਮ ਅਸੀਂ ਫੜਿਆ ਹੋਇਆ ਬਾਈ ਜੀ, ਉਹਦੇ 'ਚ ਜਦੋਂ ਨੁਕਸਾਨ ਹੁੰਦਾ ਉਦੋਂ ਹੀ ਪਤਾ ਲੱਗਦਾ, ਉਹ ਬਹੁਤ ਜ਼ਿਆਦਾ ਲੇਟ ਹੋ ਚੁੱਕਿਆ ਹੁੰਦਾ। ਧੰਨਵਾਦ, ਤੁਸੀਂ ਅਵੇਅਰਨੈਸ ਦਿੰਦੇ ਹੋ, ਔਰ ਮੈਨੂੰ ਇਹ ਲੱਗਦਾ ਵੀ ਅਸੀਂ ਮੁਲਕ ਦਾ ਬਦਲਿਆ,
ਜਿਹੜਾ ਕਹਿੰਦਾ ਸੀ ਲਾਹੌਰ ਕਮਲਾ, ਜਦੋਂ ਪਿਸ਼ਾਵਰ ਚਲਾ ਗਿਆ ਉੱਥੇ ਜਾ ਕੇ ਸਿਆਣਾ ਨਹੀਂ ਹੋਇਆ, ਉਹ ਕਮਲਾ ਹੀ ਰਿਹਾ। ਮੁਲਕ ਬਦਲਣਾ ਤਹਿਜੀਬ ਨਹੀਂ ਬਦਲਦੀ, ਤਹਿਜੀਬ ਮਨੁੱਖ ਦੀ ਆਪਣੀ ਕੋਸ਼ਿਸ਼ ਨਾਲ ਬਦਲਦੀ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਧੰਨਵਾਦ ਸਰਦਾਰ ਬਹਾਦਰ। ਧੰਨਵਾਦ ਜੀ ਸਰ ਜੀ, ਬਹੁਤ। ਇਹ ਜਿਹੜੀ ਗੱਲ ਸਰਦਾਰ ਜੀ ਨੇ ਕਹੀ, ਮੁੱਢਲੇ ਸਮੇਂ 'ਚ ਸਾਰਿਆਂ ਦਾ ਹੀ ਇਹ ਹੁੰਦਾ, ਇੱਥੋਂ ਹੱਥ ਮਾਰ ਲਾ, ਇੱਥੋਂ ਕਰ ਲਾ, ਨਾਲ ਦੇ ਨੇ ਘਰ, ਜੇ ਕਰ ਉਹ ਕਰ, ਮੈਂ ਵੀ ਫਿੱਟ, ਤੂੰ ਵੀ ਫਿੱਟ ਹੋਣਾ, ਐਂ ਕਰ ਲਾ। ਇਹ ਸਭ ਕੁਝ ਸਭ ਨੂੰ ਹੀ ਪਤਾ, ਪਰ ਨਹੀਂ ਹੁੰਦੀ। ਈਜ਼ੀ ਮਨੀ ਆ ਜਿਹੜੀ, ਉਹ ਬਹੁਤ ਔਖਾ ਕੰਮ ਹੈ, ਕਿਤੇ ਨਹੀਂ ਹੁੰਦੀ, ਉਹ ਬਣਦੀ ਨਹੀਂ। ਅਸਲ ਤਾਂ ਨੇ ਮੈਂ ਇਹ ਨਹੀਂ ਕਹਿੰਦਾ ਵੀ ਇਹ ਹੱਕ ਹਲਾਲ ਦੀ ਨਹੀਂ ਹੈ, ਈਜ਼ੀ ਨਹੀਂ ਹੈ, ਹੱਕ ਹਲਾਲ ਦੀ ਵੀ ਹੈ, ਪਰ ਇਹਦਾ ਚੈਨਲ ਪ੍ਰੋਪਰ ਕਰੋ, ਕੁਛ ਨਹੀਂ ਹੁੰਦਾ। ਜੇ ਮਹੀਨੇ ਦੇ 200-300 ਟਿਫਨ ਜਾ ਰਿਹਾ, ਉਹ ਤੋਂ $200 ਰਹਿ ਰਹੇ ਹੋ, 40-50 ਹਜ਼ਾਰ ਦਾ ਬਿਜ਼ਨਸ ਆ, ਉਹ 'ਚੋਂ 40-50 ਹਜ਼ਾਰ ਦੇ ਵਿੱਚੋਂ $50,000 ਸੇਖ ਖਰਚ ਹੈ, 45,000 ਸੇਖ ਖਰਚ ਹੈ, ਤੇ ਉਹਨੂੰ ਪ੍ਰੋਪਰ ਕਰ ਲਓ। ਫਿਰ ਕੁਛ ਉਹ 'ਤੇ ਟੈਕਸ ਦੇ ਦਿਓ, ਤੇ ਨਾਲ ਉਹਨੂੰ ਪੂਰਾ ਕਮਰਸ਼ੀਅਲ ਕਰੋ, ਤੇ ਮਾਣ ਨਾਲ ਰਹੋ। ਪੈਸਾ ਕੀ ਕਰਨਾ ਜੇ ਮਾਣ ਨਾ ਰਿਹਾ, ਇੱਜ਼ਤ ਨਾ ਰਹੀ। ਸਮਾਂ ਮੇਰੇ ਕੋਲ ਬਹੁਤ ਘਟ ਗਿਆ ਜੀ, ਪਰ ਇੱਕ ਕਾਲਰ ਵੇਟ ਕਰ ਰਹੇ ਨੇ। ਮੈਂ 30 ਸੈਕਿੰਡ ਤੇ। ਪ੍ਰਭਜੋਤਪਾਲ ਸਿੰਘ ਜੀ, ਤੁਸੀਂ ਏਅਰ ਤੇ ਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਗੁਰਫਤਿਹ। ਹਾਂਜੀ, ਜਿੱਦਾਂ ਮਾਫ ਕਰਿਓ ਮੈਂ ਲੇਟ। ਕੋਈ ਨਾ ਜੀ। ਜਿੱਦਾਂ ਬਿਲਕੁਲ ਇਹੋ ਜਿਹੜਾ ਸਮੱਸਿਆ ਹੈਗੀ ਆ, ਸਾਨੂੰ ਇਮਾਨਦਾਰੀ ਨਾਲ ਚੱਲਣਾ ਚਾਹੀਦਾ ਆ। ਕੰਮ ਔਖਾ ਨਹੀਂ ਹੈਗਾ ਜੀ। ਇਸ ਦੇਸ਼ 'ਚ ਸਭ ਕੁਝ ਅਸੀਂ ਕਮਾ ਸਕਦੇ ਹਾਂ, ਬਹੁਤ ਸੋਹਣੀ ਜ਼ਿੰਦਗੀ ਜੀ ਸਕਦੇ ਹਾਂ। ਤੇ ਜਿੱਦਾਂ ਗੱਲ ਜਦ ਸਰਕਾਰਾਂ ਤੋਂ ਚੱਲਦੀ ਹੈਗੀ ਆ, ਸਰਕਾਰਾਂ ਜੇ ਥੋੜਾ ਜਿਹਾ ਧਿਆਨ ਦੇਣ ਤਾਂ ਹੁਣ ਜੇ ਸਵਿਟਜ਼ਰਲੈਂਡ ਆ, ਉਹ ਵੀ ਕੰਟਰੀ ਆ, ਉੱਥੇ ਗਵਰਨਮੈਂਟ ਨੇ ਸਿਸਟਮ ਸੈਟਅਪ ਕੀਤਾ। ਹਿੰਦੁਸਤਾਨ ਤੋਂ ਆਏ ਆ, ਬੇਈਮਾਨੀ ਆ, ਇੱਥੇ ਆਏ ਵਧੀਆ ਜਿੰਨੇ ਆ, ਸਵਿਟਜ਼ਰਲੈਂਡ ਵਰਗਾ ਬਣਾ ਲਈਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ, ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਹਿੱਸਾ ਪਾਇਆ, ਤੇ ਪਲੀਜ਼ ਸੁਨੇਹਾ ਦਿਓ ਅੱਗੇ ਰੇਡੀਓ ਬਾਰੇ ਕਿ ਰੇਡੀਓ ਸ਼ੁਰੂ ਹੋ ਚੁੱਕਿਆ। AM 600 ਤੇ ਡਾਇਲ ਕਰੋ, sherepunjabradio.ca ਤੇ ਸੁਣਿਆ ਕਰੋ, 604-204-0600 ਤੇ ਨਾਲ ਹੀ ਐਪ ਛੇਤੀ ਆ ਰਿਹਾ। ਮੇਰਾ ਸੈੱਲ ਨੰਬਰ ਤੁਹਾਡੇ ਕੋਲ ਆ 604-729-1224 6047291224। ਰੱਬ ਰਾਖਾ।